क्राइसिस की है ਜਿਹੜਾ इस तरह वार-वार सड़कों ते आउंदा है तो उस दे उत्ते ड्रोन नाल हमले हुंदे ने। साडा किसान हर साल एक रिकॉर्ड पैदावार करता है, लेकिन इनकम उहदी क्यों डिप होंदी है? ਤੁਸੀਂ ਕਾਰਪੋਰੇਟ ਨੂੰ ਦੇਖਿਆ ਕਦੀ ਆਵਾਜ਼ ਉਠਾਉਂਦੇ ਹੋਏ? ਕਿਆ ਕਾਰਨ ਹੈ ਕਿ ਉਹ ਕਦੀ ਜੰਤਰ ਮੰਤਰ ਨਹੀਂ ਆਉਂਦੇ, ਫਿਰ ਵੀ ਉਹਨਾਂ ਦੇ ਬੈਠੇ ਬੈਠੇ 15 ਲੱਖ ਕਰੋੜ ਰੁਪਏ ਮਾਫ ਹੋ ਜਾਂਦਾ? ਕਿਆ ਕਾਰਨ ਹੈਗਾ? ਉਹ ਵੀ ਕਰਜ਼ਾ ਮਾਫੀ ਵਾਸਤੇ ਪ੍ਰੋਟੈਸਟ ਕਰ ਰਹੇ ਨਾ, ਤਾਂ ਉਹ ਕਿ ਇੰਨਾ ਜੋਖਿਮ ਕਿਉਂ ਉਠਾਉਣਾ ਪੈਂਦਾ ਉਹਨਾਂ ਨੂੰ? ਕਿਉਂ? ਤੁਸੀਂ ਕਾਰਪੋਰੇਟ ਦੀ ਤਾਂ ਪੂਜਾ ਕਰਦੇ ਹੋ। ਇਹ ਅਸੀਂ MSP ਸਾਡੇ ਦੇਸ਼ ਵਿੱਚ ਹੈਗਾ, ਮੇਰਾ ਮੰਨਣਾ ਕਿ ਇਹ ਇਟ ਸ਼ੁੱਡ ਬਿਕਮ ਏ ਗਲੋਬਲ ਮਾਡਲ। ਤੁਸੀਂ ਬਾਹਰੋਂ ਹੀ ਮਾਡਲ ਕਿਉਂ ਲੈਣਾ ਚਾਹੁੰਦੇ ਹੋ? ਉਹ ਕਹਿ ਰਹੇ ਆ ਕਿ ਸਬਸਿਡਾਈਜ਼ ਘੱਟ ਕੀਤੀ ਜਾਵੇ ਜਾਂ ਉਹਨੂੰ ਡਿਸਮੈਂਟਲ ਕੀਤਾ ਜਾਵੇ, ਕਿਸੇ ਤਰ੍ਹਾਂ ਇਹ ਗੱਲ ਹੈ WTO ਦੇ ਅੰਦਰ। ਸਰਦਾਰਾ ਸਿੰਘ ਜੋਲ ਕਹਿੰਦੇ ਕਿ ਸਬਸਿਡਾਈਜ਼ ਕਰਨਾ ਚਾਹੀਦਾ ਆ, MSP ਸੋਲੂਸ਼ਨ ਨਹੀਂ ਹੈ। ਮਾਰਕੀਟ ਸਾਰੀ ਦੁਨੀਆ ਵਿੱਚ ਕਿਸਾਨਾਂ ਨੂੰ ਫੇਲ ਕਰ ਗਈ ਹੈ। ਇਹ ਤਾਂ ਹੀ ਮੈਂ ਕਹਿ ਰਿਹਾ ਸੀ ਕਿ ਬੜਾ ਚਿੱਤਰਨ ਆਪਾਂ ਦੇਖੀਏ, ਬੜਾ ਡਿਜ਼ਾਈਨ ਦੇਖੀਏ। ਸਾਡੇ ਕਿਸਾਨ ਵੀ ਤਾਂ ਕਹਿ ਰਹੇ ਨੇ ਕਿ MSP ਤੋਂ ਥੱਲੇ ਖਰੀਦਣਾ ਹੋਏ। ਇਹ ਕਿਸਾਨ ਯੂਰਪ ਦੇ ਵੀ ਕਹਿ ਰਹੇ ਹੈਗੇ ਆ। ਘੜੀ ਲੈਣ ਜਾਓਗੇ ਉਹਦੇ ਦਾਮ ਲਿਖਿਆ ਹੋਇਆ ਹੈਗਾ, ਕੋਈ ਦਵਾਈ ਲੈਣ ਜਾਓਗੇ ਉੱਥੇ ਦਾਮ ਲਿਖਿਆ ਹੈਗਾ, ਮੋਟਰਸਾਈਕਲ ਲੋਗੇ ਉਹਦੇ ਪਰ ਵੀ ਦਾਮ ਲਿਖਿਆ। ਕਿਆ ਕਾਰਨ ਹੈ ਕਿ ਐਗਰੀਕਲਚਰ ਦੇ ਪ੍ਰੋਡਿਊਸ ਦੇ ਉੱਪਰ ਦਾਮ? ਡਾਇਰੈਕਟ ਇਨਕਮ ਸਪੋਰਟ ਹੋਣਾ ਚਾਹੀਦੀ ਹੈ ਤਾਂ ਕਿ ਜਿੰਨਾ ਅਸੀਂ ਘਾਟਾ ਕੀਤਾ ਹੈ ਉਹਦੀ ਭਰਪਾਈ ਹੋ ਪਾਏ। ਮੈਨੂੰ ਲੱਗਦਾ ਕਿ ਸਾਡੇ ਦੇਸ਼ ਦਾ ਜਿਹੜਾ ਆਪਣਾ ਸਰ ਹੈ ਉਹ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਕਿ ਅਗਰ ਤੁਹਾਡੇ ਦੇਸ਼ ਨੂੰ ਜਿਹੜੇ ਕਿਸਾਨਾਂ ਨੇ ਫੀਡ ਕੀਤਾ ਔਰ ਜਿਹੜਾ ਇਸ ਲੈਵਲ ਤੇ ਲੈ ਕੇ ਆ ਗਿਆ ਹੈਗਾ ਅੱਜ, ਉਹਨਾਂ ਦੀ ਇਨਕਮ 27 ਰੁਪਏ ਪਰ ਡੇ। ਕਾਰਪੋਰੇਟ ਨੂੰ ਅਸੀਂ ਜਿੰਨੇ ਲੋਨ ਦੇਣੇ ਹੈ, ਮਾਫੀ ਕਰਨੀ ਹੈ, ਉਹ ਅਸੀਂ ਖੁੱਲ੍ਹੇਆਮ ਕਰਦੇ ਹਾਂ, ਕੋਈ ਕੋਈ ਦਿੱਕਤ ਨਹੀਂ ਹੈਗੀ ਸਾਡੀ, ਹੈ ਨਾ। ਲੇਕਿਨ ਕਿਸਾਨ ਨੂੰ 1 ਰੁਪਇਆ ਵੀ ਦੇਣਾ ਹੋਏ ਤਾਂ ਹਾਹਾਕਾਰ ਮਚ ਜਾਂਦਾ ਹੈ ਦੇਸ਼ ਵਿੱਚ ਕਿ ਸਭ ਪੈਸਾ ਕਿੱਥੋਂ ਆਏਗਾ। ਹੁਣ ਪੰਜਾਬ ਵਿੱਚ ਅਗਰ ਅਸੀਂ ਕਹਿ ਦਈਏ ਕਿ ਸਸਤਾ ਕਰਨਾ ਹੈ, ਉਹ ਬਾਹਰੋਂ ਲਿਆਂਦਾ, ਜਾਂ ਮਹਿੰਗਾ ਕਰਨਾ ਹੈ ਕੋਈ ਚੀਜ਼ ਤਾਂ ਬਾਹਰੋਂ ਲਿਆਏਗਾ ਉਹ। ਜਦ ਸਾਰੇ ਹਿੰਦੁਸਤਾਨ 'ਚ ਹੋ ਜਾਏਗਾ ਫਿਰ ਕੀ ਚੋਇਸ ਹੈ ਉਹਦੇ ਕੋਲ? ਕਰਜ਼ੇ ਬਾਰੇ ਤੁਸੀਂ ਸਵਾਮੀਨਾਥਨ ਹੁਣਾਂ ਦੀ ਗੱਲ ਕੀਤੀ ਹੈ, ਉਹਨਾਂ ਨੇ ਇੱਕ ਬੜਾ ਸਖਤ ਸ਼ਬਦ ਵਰਤਿਆ ਸੀ ਕਿ ਜਦੋਂ ਕਿਸਾਨ ਨੂੰ ਕਰਜ਼ਾ ਦਿੱਤਾ ਜਾਂਦਾ ਹੈ ਉਹਦੇ ਤੇ ਬਲਾਈਂਡ ਇੰਟਰਸਟ ਲਗਾਏ। ਮੇਰਾ ਮੰਨਣਾ ਹੈ ਕਿ ਸਭ ਤੁਸੀਂ ਇੱਕ MSP ਕਾਨੂੰਨੀ ਅਧਿਕਾਰ ਬਣਾ ਦਿਓ, ਸਵਾਮੀਨਾਥਨ ਕਮਿਸ਼ਨ ਨੂੰ ਅਡਾਪਟ ਕਰਕੇ ਤੁਹਾਡੀ GDP ਪਹਿਲੀ ਵਾਰ ਵਿੱਚ ਹੀ ਡਬਲ ਡਿਜਿਟ ਚੱਲੇ। ਕੁਝ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਲੋਕੀ ਕਹਿੰਦੇ ਕਿ ਐਗਰੀਕਲਚਰ ਇਹਨਾਂ ਸਬਸਿਡਾਈਜ਼ ਕੀਤਾ ਹੈਗਾ, ਸਾਰੀ ਗੱਲ ਉਹ ਤਾਂ OECD ਜਿਹੜਾ ਰਿਚੈਸਟ ਟ੍ਰੇਡਿੰਗ ਬਲੌਕ ਹੈ ਦੁਨੀਆ ਦਾ, ਉਹ ਕਹਿ ਰਿਹਾ ਕਿ ਵੀ ਕਿਸਾਨ ਘਾਟੇ ਦੀ ਖੇਤੀ ਕਰਦਾ ਆ ਰਿਹਾ ਹੈਗਾ ਸਨ 2000 ਤੋਂ। WTO ਹੈ, ਕਿਸਾਨਾਂ ਨੂੰ ਇਹ ਖਤਰਨਾਕ ਕਿਉਂ ਲੱਗਦੀ ਹੈ? ਸਮਝਣ ਦੀ ਗੱਲ ਇਹ ਹੈ ਕਿ ਜੇ ਯੂਰਪ ਵਿੱਚੋਂ ਲੋਕੀ ਕੱਢੇ ਜਾ ਰਹੇ ਹੈਗੇ ਇਸ ਕਰਕੇ ਸਿੰਥੈਟਿਕ ਫੂਡ ਦੇ ਗਰੋਥ ਵਾਸਤੇ, ਜਾਂ ਤਾਂ ਬੇਸਿਕਲੀ ਉਹ ਕਾਰਪੋਰੇਟ ਕੰਟਰੋਲ ਚਲਾ ਗਿਆ। ਬੀ ਵੈਰੀ ਕਲੀਅਰ ਕਿ ਆਪਾਂ ਨੂੰ ਇੱਕ ਐਸਾ ਡਿਜ਼ਾਈਨ ਚਾਹੀਦਾ ਹੈਗਾ ਜਿਹੜਾ ਕਿ ਵਾਸ਼ਿੰਗਟਨ ਤੋਂ ਤਿਆਰ ਹੋ ਕੇ ਨਾ ਆਏ, ਜਨੇਵਾ ਤੋਂ ਤਿਆਰ ਹੋ ਕੇ ਨਾ ਆਏ, ਜਿਹੜਾ ਆਪਾਂ ਆਪਣੇ ਪਿੰਡ ਵਿੱਚ ਵੀ ਤਿਆਰ ਕਰ ਸਕਦੇ ਹੈਗੇ। ਅਜੀਤ ਅਖਬਾਰ ਦੇ ਵਿੱਚ ਭਾਰਤ ਸਰਕਾਰ ਨੇ ਫਰੰਟ ਪੇਜ ਦੇ ਉੱਤੇ ਇੱਕ ਬਹੁਤ ਲੰਮਾ ਚੌੜਾ ਇਸ਼ਤਿਹਾਰ ਦਿੱਤਾ ਸੀ। ਉਸ ਇਸ਼ਤਿਹਾਰ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਲਈ ਕਿੰਨੀ ਹਤੈਸ਼ੀ ਹੈ। ਇਹ ਇਸ਼ਤਿਹਾਰ ਉਸ ਸਮੇਂ ਆਇਆ ਸੀ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਜਾ ਕੇ ਖੜੇ ਹੋ ਗਏ। ਕੋਸ਼ਿਸ਼ ਇਹ ਸੀ ਕਿ ਆਪੋ ਆਪਣੇ ਬਿਰਤਾਂਤ ਚਲਾਏ ਜਾਣ। ਉਹਨਾਂ ਦੇ ਵਿੱਚ ਇੱਕ ਬਿਰਤਾਂਤ ਇਹ ਵੀ ਸੀ ਕਿ ਅਸੀਂ 23 ਫਸਲਾਂ ਦੇ ਉੱਤੇ MSP ਦੇ ਰਹੇ ਹਾਂ, ਕਿਸਾਨ ਜੋ ਕਹਿ ਰਹੇ ਨੇ ਉਹ ਝੂਠ ਹੈ। ਪਰ ਇਸ ਦੇ ਵਿੱਚ ਜਦੋਂ ਆਪਾਂ ਸੱਚਾਈ ਦੇ ਵੱਲ ਜਾਂਦੇ ਹਾਂ ਤੇ 2015 ਦੀ ਸ਼ਾਂਤਾ ਕੁਮਾਰ ਰਿਪੋਰਟ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ MSP ਸਰਕਾਰ ਦੱਸਦੀ ਜ਼ਰੂਰ ਹੈ, ਹਰ ਵਾਰ ਅਨਾਊਂਸ ਜ਼ਰੂਰ ਕਰਦੀ ਹੈ, ਪਰ ਸਿਰਫ 6% ਦੀ MSP ਹੈ ਜੋ ਕਿਸਾਨਾਂ ਨੂੰ ਮਿਲਦੀ ਹੈ। 94% ਉਸ ਦੇ ਵਿੱਚ ਆਉਂਦੇ ਨਹੀਂ ਹੈ। ਯਾਨੀ ਕਿ ਇਹਦਾ ਮਤਲਬ ਇਹ ਹੈ ਕਿ ਉਸ ਦੇ ਵਿੱਚ ਮਨਮਰਜ਼ੀ ਚੱਲਦੀ ਹੈ। ਇਸੇ ਕਰਕੇ ਇਸ ਵਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਬਾਕੀ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਨੇ, ਇਸੇ ਇਰਾਦੇ ਦੇ ਨਾਲ ਆਪਣਾ ਧਰਨਾ ਅੱਗੇ ਲੈ ਕੇ ਗਏ ਨੇ ਕਿ ਇਸ ਨੂੰ ਗਰੰਟਡ ਕੀਤਾ ਜਾਵੇ। MSP ਨੂੰ ਲੈ ਕੇ ਵੱਖ-ਵੱਖ ਮਾਹਰਾਂ ਦੀ ਆਪੋ ਆਪਣੀ ਰਾਏ ਹੈ। ਬਹੁਤ ਸਾਰੇ ਕਹਿੰਦੇ ਨੇ ਕਿ MSP ਆਉਣ ਦੇ ਨਾਲ ਡਾਇਵਰਸਿਫਿਕੇਸ਼ਨ ਵੀ ਵਧੇਗੀ ਅਤੇ ਇਸ ਦੇ ਨਾਲ ਕਿਸਾਨ ਸਿਕਿਉਰ ਵੀ ਹੋਏਗਾ। ਨੀਤੀ ਜਾਂ ਨੀਅਤ ਕੁਝ ਵੀ ਹੋਵੇ, ਉਸ ਦੇ ਵਿੱਚ ਕਰਕਸ ਇਹ ਨਿਕਲਦਾ ਹੈ ਕਿ ਇੱਕ ਤਾਂ ਦੇਸ਼ ਦੀ ਫੂਡ ਸਿਕਿਉਰਿਟੀ ਹੋਣੀ ਚਾਹੀਦੀ ਹੈ, ਦੂਸਰਾ ਕਿਸਾਨ ਦੀ ਜ਼ਿੰਦਗੀ ਖੁਸ਼ਹਾਲ ਹੋਣੀ ਚਾਹੀਦੀ ਹੈ।
ਜਦੋਂ ਅਸੀਂ ਕਿਸਾਨ ਦੀ ਜ਼ਿੰਦਗੀ ਵੇਖਦੇ ਹਾਂ ਤੇ ਉਹਦੇ ਵੱਖ-ਵੱਖ ਪੱਧਰ ਦੇ ਉੱਤੇ ਪ੍ਰਭਾਵਿਤ ਹੋਈ ਹੈ। ਕਿਸਾਨ ਦੀ ਸਮਾਜਿਕ ਜ਼ਿੰਦਗੀ ਆਪਣੇ ਆਪ 'ਚ ਪ੍ਰਭਾਵਿਤ ਹੋਈ ਹੈ। ਪ੍ਰਵਾਸ ਉਸ ਦਾ ਇੱਕ ਫੈਕਟਰ ਮੰਨਿਆ ਜਾਂਦਾ ਹੈ। ਪਿੰਡ ਸ਼ਹਿਰਾਂ ਵਰਗੇ ਹੋ ਗਏ ਨੇ। ਇਸ ਨੂੰ ਲੈ ਕੇ ਵੀ ਦੋ ਤਰ੍ਹਾਂ ਦੀਆਂ ਧਾਰਨਾ ਨੇ। ਬਹੁਤ ਸਾਰੇ ਕਹਿੰਦੇ ਨੇ ਕਿ ਇੱਕ ਚੰਗੀ ਗੱਲ ਹੈ, ਪਰ ਜਦੋਂ ਅਸੀਂ ਮਹਾਤਮਾ ਗਾਂਧੀ ਦੇ ਉਸ ਕਥਨ ਵੱਲ ਦੇਖਦੇ ਹਾਂ ਕਿ ਭਾਰਤ ਦੀ ਆਤਮਾ ਪਿੰਡਾਂ 'ਚ ਵਸਦੀ ਹੈ, ਐਗਰੇਰੀਅਨ ਇਕੋਨਮੀ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਉਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਉਸ ਪੰਚਾਇਤੀ ਰਾਜ ਅਤੇ ਉਸ ਐਗਰੇਰੀਅਨ ਇਕੋਨਮੀ ਨੂੰ ਅਸੀਂ ਐਡਰੈਸ ਨਹੀਂ ਕਰਾਂਗੇ, ਉਦੋਂ ਤੱਕ ਕਹਾਣੀ ਅੱਗੇ ਨਹੀਂ ਵਧੇਗੀ। ਹੁਣ ਦੀ ਪੱਤਰਕਾਰਤਾ ਦੇ ਵਿੱਚ ਜਿੰਨੀ ਵੀ ਅਸੀਂ ਰਿਪੋਰਟਿੰਗ ਦੇਖ ਰਹੇ ਹਾਂ, ਉਹ ਇੱਕ ਤਰ੍ਹਾਂ ਦੇ ਬਿਰਤਾਂਤ ਦੀ ਕਮੈਂਟਰੀ ਹੀ ਹੈ। ਕਬੱਡੀ ਦੀ ਕਮੈਂਟਰੀ, ਕ੍ਰਿਕਟ ਦੀ ਕਮੈਂਟਰੀ ਤੇ ਕਿਸਾਨੀ ਧਰਨੇ ਦੀ ਕਮੈਂਟਰੀ ਦੇ ਵਿੱਚ ਕੋਈ ਬੁਨਿਆਦੀ ਫਰਕ ਨਹੀਂ ਹੈ। ਇਸੇ ਤਰ੍ਹਾਂ ਪਛਾੜ ਲਾ, ਚੱਕ ਲੋ, ਧਰ ਲੋ ਤਾਂ ਹੋ ਰਹੀ ਹੈ, ਪਰ ਉਸ ਦੇ ਵਿੱਚ ਐਗਰੀਕਲਚਰ ਦਾ ਜੋ ਕ੍ਰਾਈਸਿਸ ਹੈ, ਜਿਸ ਦੇ ਬਾਰੇ ਕਿਹਾ ਕਿ ਕਿਸਾਨ ਦੀ ਇੱਕ ਸਮਾਜਿਕ ਜ਼ਿੰਦਗੀ ਪ੍ਰਭਾਵਿਤ ਹੋਈ ਹੈ, ਉਸੇ ਕਿਸਾਨ ਨੇ ਦੇਸ਼ ਨੂੰ ਫੂਡ ਸਿਕਿਉਰਿਟੀ ਤਾਂ ਦਿੱਤੀ, ਪਰ ਆਪਣੇ ਪੰਜਾਬ ਦੀ, ਆਪਣੀ ਧਰਤੀ ਦੀ ਆਬੋ ਹਵਾ ਵੀ ਖਰਾਬ ਕਰ ਲਈ। ਇਸ ਵਕਤ ਇਹ ਵੀ ਰਿਪੋਰਟਾਂ ਆਉਂਦੀਆਂ ਨੇ ਕਿ ਪੰਜਾਬ ਦੇ 150 ਬਲਾਕਾਂ ਦੇ ਵਿੱਚੋਂ 133 ਬਲਾਕ ਡੇਂਜਰ ਜ਼ੋਨ ਦੇ ਵਿੱਚ ਨੇ, 17 ਬਲਾਕ ਹੀ ਸੁਰੱਖਿਅਤ ਨੇ। ਉਹਨਾਂ ਦੇ ਵਿੱਚੋਂ 6 ਬਲਾਕ ਅਜਿਹੇ ਨੇ ਜਿਸ ਦੇ ਵਿੱਚ ਬਹੁਤ ਭੈੜੀ ਮਾਰ ਪੈ ਰਹੀ ਹੈ। ਸੋ ਕੁੱਲ ਮਿਲਾ ਕੇ ਕਲਾਈਮੇਟ ਦਾ ਵੀ ਮਸਲਾ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਅੱਜ ਸਿਲਸਿਲੇਵਾਰ ਐਡਰੈਸ ਕਰਨਾ ਹੈ, ਕਿਉਂਕਿ ਇਹ ਮੁੱਦਾ ਕਿਸਾਨੀ ਦਾ ਤੇ ਜਿਹੜੀ ਐਗਰੀਕਲਚਰ ਹੈ, ਉਹਦੀ ਵੇ ਆਫ ਲਾਈਫ ਹੈ, ਉਹ ਸਿਰਫ ਇੱਕ ਇਕੋਨਮੀ ਨਹੀਂ ਹੈ, ਉਸ ਇਕੋਨਮੀ ਤੋਂ ਵੀ ਵੱਧ ਕੇ ਇੱਕ ਜੀਵਨ ਜਾਚ ਹੈ। ਇਸ ਦੇ ਲਈ ਅਸੀਂ ਗੱਲ ਕਰਾਂਗੇ ਖੇਤੀਬਾੜੀ ਦੀ ਆਰਥਿਕਤਾ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਡਰੈਸ ਕਰਨ ਵਾਲੇ ਮਾਹਰ, ਜਿਹੜੇ ਬਹੁਤ ਪਹਿਲਾਂ ਤੋਂ ਕਹਿ ਰਹੇ ਸੀ ਕਿ ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪਿੰਡਾਂ ਨੂੰ ਸ਼ਹਿਰਾਂ ਦੇ ਵਿੱਚ ਪਲਾਨ ਕੀਤਾ ਜਾ ਰਿਹਾ ਹੈ, ਅਤੇ ਇਹ ਸਾਜ਼ਿਸ਼ ਨੂੰ ਜੇ ਅਸੀਂ ਨਹੀਂ ਸਮਝਾਂਗੇ ਤੇ ਮਾਮਲਾ ਹੱਥੋਂ ਨਿਕਲ ਜਾਏਗਾ। ਜਦੋਂ ਪਿੰਡ ਖਤਮ ਹੋ ਗਏ, ਖੇਤੀਬਾੜੀ ਆਪਣੇ ਆਪ ਦੇ ਵਿੱਚ ਸਰਾਪੀ ਜਾਏਗੀ, ਅਤੇ ਇਹੀ ਇਸ ਦੇਸ਼ ਦੇ ਵਿੱਚ ਸਭ ਤੋਂ ਖਤਰਨਾਕ ਖੇਡ ਹੋਏਗੀ। ਇਹ ਕਹਿਣ ਵਾਲੇ ਸਨ ਦਵਿੰਦਰ ਸ਼ਰਮਾ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ। ਜੋ ਆਪਾਂ ਦੇਖ ਰਹੇ ਹਾਂ 2020 ਦੇ ਵਿੱਚ ਬਹੁਤ ਵੱਡੀ ਮੂਵਮੈਂਟ ਆਪਾਂ ਦੇਖ ਲਈ। 3 ਕਾਨੂੰਨ ਵਾਪਸ ਹੋ ਗਏ। ਉਸ ਤੋਂ ਬਾਅਦ ਫਿਰ 15 ਜੁਲਾਈ 2022 ਨੂੰ ਇੱਕ ਅਜਿਹੀ ਕਮੇਟੀ ਬੈਠਦੀ ਜਿਹੜੀ ਤੈਅ ਕਰਦੀ ਹੈ ਕਿ MSP ਆਪਾਂ ਕਿੰਨੀਆਂ ਫਸਲਾਂ 'ਤੇ ਦੇਣੀ ਹੈ, ਕਿਸ ਤਰ੍ਹਾਂ ਦੇਣੀ ਹੈ। ਸੰਜੇ ਅਗਰਵਾਲ ਹੁਣਾਂ ਨੇ ਉਸ ਦੀ ਅਗਵਾਈ ਕੀਤੀ, ਪਰ ਉਸ ਦੇ ਵਿੱਚ ਸਭ ਤੋਂ ਹਾਸੋਹੀਣੀ ਗੱਲ ਇਹ ਸੀ ਕਿ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਇਕੋਨਮਿਸਟ ਜੋ ਖੇਤੀਬਾੜੀ ਮਾਹਰ ਸੀ ਉਹ ਨਹੀਂ ਸੀ ਹੈਗਾ। ਸਿਰਫ ਇੱਕ ਬਿਊਰੋਕਰੇਸੀ ਸੀ। ਉਸ ਦੇ ਵਿੱਚ ਕਿਸਾਨ ਰਿਪਰੈਜ਼ੈਂਟੇਸ਼ਨ ਵੀ ਨਹੀਂ ਸੀ ਹੈਗੀ। ਅਤੇ ਉਸ ਤੋਂ ਬਾਅਦ ਵੀ ਲਗਾਤਾਰ ਚੀਜ਼ਾਂ ਆਈਆਂ, ਅਤੇ ਉਹਦੇ ਵਿੱਚ 2 ਚੀਜ਼ਾਂ ਮੈਂ ਹੋਰ ਜੋੜ ਦੇਵਾਂ ਕਿ ਕੱਲ੍ਹ ਪਰਸੋਂ ਰਾਹੁਲ ਗਾਂਧੀ ਹੁਣਾਂ ਨੇ ਕਿਹਾ ਕਿ ਜੇ ਸਾਡੀ ਸਰਕਾਰ ਆਏਗੀ ਤਾਂ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਪਰ ਜਦੋਂ ਸਵਾਮੀਨਾਥਨ ਕਮਿਸ਼ਨ ਨੇ 2003 ਤੋਂ 6 ਦੇ ਵਿੱਚ ਇਹ ਸਾਰੀ ਪ੍ਰੋਸੈਸ ਬਣਾਈ, ਤਾਂ 2010 ਦੇ ਵਿੱਚ ਕਾਂਗਰਸ ਸਰਕਾਰ ਨੇ ਹੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਰਿਜੈਕਟ ਕੀਤਾ ਸੀ ਵੀ ਪੋਸੀਬਲ ਹੀ ਨਹੀਂ ਹੈ। ਯਾਨੀ ਕਿ ਇੱਕ ਪੋਲੀਟੀਕਲ ਖੇਡ ਆਪਣੀ ਜਗ੍ਹਾ ਚੱਲ ਰਹੀ ਹੈ, ਕਿਸਾਨ ਆਪਣੀ ਜਗ੍ਹਾ ਪਿਸ ਰਿਹਾ। ਵਿਦਰਭ ਦੇ ਕਿਸਾਨਾਂ ਤੋਂ ਜੋ ਸ਼ੁਰੂ ਹੋਇਆ ਸੀ, ਇੱਕ ਕਮਿਸ਼ਨ ਬੈਠਾ ਸੀ, 3.5 ਲੱਖ ਤੋਂ ਉੱਪਰ ਫਾਰਮਰ ਸੁਸਾਇਟ ਸਨ। ਪੰਜਾਬ ਦੇ ਵਿੱਚ ਸੁਸਾਇਟ ਦੀ ਵੱਖਰੀ ਰਿਪੋਰਟ ਹੈ, ਪ੍ਰਾਈਵੇਟ ਢੰਗ ਦੇ ਨਾਲ ਵੱਖਰੀ ਹੈ, ਸਰਕਾਰੀ ਹੋਰ ਕਹਿੰਦੀ ਹੈ। ਪਰ ਕੁੱਲ ਮਿਲਾ ਕੇ ਇਹ ਆਪਾਂ ਜਾਣਦੇ ਹਾਂ ਕਿ ਜੇ 100 ਹੱਥ ਰੱਸਾ ਸਿਰੇ 'ਤੇ ਗਣ, ਦਰਦ ਤਾਂ ਹੈ ਆ, ਕ੍ਰਾਈਸਿਸ ਤਾਂ ਹੈਗਾ ਆ। ਇਸ ਕ੍ਰਾਈਸਿਸ ਦੀ ਜਿਹੜੀ ਇਹ ਪੋਜੀਸ਼ਨ ਹੈ, ਇਸ ਦੇ ਵਿੱਚ ਆਪਾਂ ਹੁਣ 2 ਤਰ੍ਹਾਂ ਪਿਸ ਰਹੇ ਹਾਂ। ਇੱਕ ਪਾਸੇ ਆ ਵੀ ਕਿਸਾਨ ਸਿਕਿਉਰਿਟੀ ਮੰਗ ਰਿਹਾ, ਦੂਸਰੇ ਪਾਸੇ ਭਾਰਤ ਸਰਕਾਰ ਆਪਣਾ ਹਵਾਲਾ ਦੇ ਦਿੰਦੀ ਹੈ ਜੀ ਕਿ WTO ਦੇ ਬਹੁਤ ਸਾਰੇ ਨੋਰਮਸ ਨੇ। ਥੋੜ੍ਹਾ ਜਿਹਾ ਸਿਲਸਿਲੇਵਾਰ ਜ਼ਰੂਰ ਸਮਝਾਓ ਕਿ ਐਗਰੀਕਲਚਰ ਦਾ ਕ੍ਰਾਈਸਿਸ ਕੀ ਹੈ। ਬੇਸ਼ੱਕ ਇੱਕ ਪ੍ਰੋਗਰਾਮ 'ਚ ਨਹੀਂ ਸਮਝਾਇਆ ਜਾ ਸਕਦਾ, ਪਰ ਫਿਰ ਵੀ ਮੈਨੂੰ ਹੈ ਕਿ ਇਹ ਬਹੁਤ ਸਹਿਜ ਦੇ ਵਿੱਚ ਗੱਲ ਹੋਵੇ ਵੀ ਇਹ ਕ੍ਰਾਈਸਿਸ ਕੀ ਹੈ ਜਿਹੜਾ ਇਸ ਤਰ੍ਹਾਂ ਵਾਰ-ਵਾਰ ਸੜਕਾਂ 'ਤੇ ਆਉਂਦਾ ਹੈ ਅਤੇ ਉਸ ਦੇ ਉੱਤੇ ਡਰੋਨ ਨਾਲ ਹਮਲੇ ਹੁੰਦੇ ਨੇ। ਦੇਖੋ, ਤੁਸੀਂ ਬਹੁਤ ਅੱਛੀ ਸਾਨੂੰ ਪਹਿਲੇ ਜੋ ਤੁਸੀਂ ਸ਼ੁਰੂਆਤ ਕੀਤੀ ਹੈ ਬਹੁਤ ਇੰਪੋਰਟੈਂਟ ਹੈ ਕਿ ਬਈ ਹਿੰਦੁਸਤਾਨ ਦਾ ਕਿਸਾਨ, ਸਪੈਸ਼ਲੀ ਪੰਜਾਬ ਦੇ ਰੀਜਨ ਦਾ ਕਿਸਾਨ, ਪੰਜਾਬ ਉਸ ਸਮੇਂ ਹਰਿਆਣਾ ਵੀ ਪੰਜਾਬ ਦਾ ਹਿੱਸਾ ਹੁੰਦਾ ਸੀਗਾ। ਪੰਜਾਬ ਦੇ ਕਿਸਾਨ ਦੀ ਬਹੁਤ ਬੜੀ ਕੰਟਰੀਬਿਊਸ਼ਨ ਹੈ ਕਿ ਦੇਸ਼ ਦੀ ਖਾद्य ਸੁਰੱਖਿਆ ਅਸ਼ੋਰ ਕਰਨਾ, ਔਰ ਉਸ ਟਾਈਮ 'ਤੇ ਦੇਸ਼ ਨੂੰ ਅਨਾਜ ਉਪਲਬਧ ਕਰਾਉਣਾ ਜਿਸ ਟਾਈਮ ਕਿ ਸੋਚਿਆ ਜਾਂਦਾ ਸੀਗਾ ਕਿ ਗ੍ਰੀਨ ਰੈਵੋਲੂਸ਼ਨ ਦੇ 1 ਸਾਲ 2 ਸਾਲ ਪਹਿਲੇ ਇੱਕ ਸੋਚਿਆ ਜਾਂਦਾ ਸੀਗਾ, ਡਿਬੇਟ ਸੀਗੀ ਉਸ ਟਾਈਮ। ਉਹ ਇਹ ਕਹਿੰਦੀ ਸੀ ਕਿ ਬਈ ਹਾਫ ਆਫ ਇੰਡੀਆ ਜਿਹੜਾ ਹੈਗਾ ਇਟ ਵਿਲ ਬੀ ਲੈਡ ਟੂ ਅ ਸਲੌਟਰ ਹਾਊਸ ਬਾਈ ਦੀ ਐਂਡ ਆਫ 1970s। ਯਾਨੀ ਅੱਧਾ ਮੁਲਕ ਜਿਹੜਾ ਹੈਗਾ ਉਹ ਖਤਮ ਹੋ ਜਾਏਗਾ, ਲੋਕੀ ਮਰ ਜਾਣਗੇ ਭੁੱਖ ਤੋਂ ਬਾਈ ਦੀ ਐਂਡ ਆਫ 1970s।
ਮੈਨੂੰ ਲੱਗਦਾ ਕਿ ਉਸ ਡਰਾਵਨੀ ਸਿਚੁਏਸ਼ਨ ਤੋਂ ਆਈ ਥਿੰਕ ਅੱਜ ਕੱਲ੍ਹ ਦੀ ਜਨਰੇਸ਼ਨ ਸ਼ਾਇਦ ਇਸ ਗੱਲ ਨੂੰ ਸਮਝ ਵੀ ਨਾ ਪਾਏ, ਅਹਿਸਾਸ ਵੀ ਨਹੀਂ ਉਹਨਾਂ ਨੂੰ ਹੋ ਪਾਏਗਾ ਕਿ ਕੀ ਮਤਲਬ ਹੈ ਇਸ ਗੱਲ ਦਾ। ਔਰ ਹਿੰਦੁਸਤਾਨ ਦੇ ਕਿਸਾਨਾਂ ਨੇ ਉਹ ਸਾਰਾ ਬਦਲਤਾ ਔਰ ਇੱਕ ਦੁਨੀਆ ਨੂੰ ਔਰ ਦੇਸ਼ ਨੂੰ ਇੱਕ ਐਸਾ ਰਸਤੇ ਤੇ ਪਾਤਾ ਕਿ ਮੈਨੂੰ ਲੱਗਦਾ ਕਿ ਮੈਂ ਆਪਣੇ ਆਪ ਮੰਨਦਾ ਹੈਗਾ ਕਿ ਬਈ ਸਭ ਤੋਂ ਬੜੀ ਅਚੀਵਮੈਂਟ ਪਿਛਲੇ ਸ਼ਤਾਬਦੀ ਦੀ ਵਾਸ ਦੀ ਗ੍ਰੀਨ ਰੈਵੋਲੂਸ਼ਨ ਇਨ ਪੰਜਾਬ। ਠੀਕ ਹੈ। ਔਰ ਉਹ ਚਾਹੇ ਉਹਦੇ ਨੈਗੇਟਿਵ ਕੌਨਸੀਕੁਐਂਸਿਸ ਬਾਅਦ ਵਿੱਚ ਆਏ, ਉਹ ਬਾਅਦ ਦਾ ਮਸਲਾ ਹੈ। ਲੇਕਿਨ ਜੋ ਸਰਕਾਰਾਂ ਨੇ ਜੋ ਪਾਲਿਸੀ ਬਣਾਈ ਸੀਗੀਆਂ ਉਹ ਕਿਸਾਨਾਂ ਨੇ ਬਿਲਕੁਲ ਉਹਨੂੰ ਡਿਲੀਵਰ ਕੀਤਾ ਹੈਗਾ ਔਰ ਰੈਸਟ ਇਜ਼ ਹਿਸਟਰੀ ਹੈ ਨਾ ਜੀ। ਲੇਕਿਨ ਇੱਕ ਚੀਜ਼ ਹੋਈ ਹੈ ਕਿ ਜਿਸ ਤਰ੍ਹਾਂ ਪੈਦਾਵਾਰ ਵੱਧਦੀ ਗਈ ਉਸ ਤਰ੍ਹਾਂ ਉਹਨਾਂ ਦੀ ਜਿਹੜੀ ਇਨਕਮ ਹੈ ਉਹ ਘਟਦੀ ਗਈ। ਇਹਦੇ ਕਈ ਕਾਰਨ ਹੈਗੇ ਆ, ਲੈਟ ਅਸ ਨਾਟ ਗੋ ਇਨਟੂ ਦੈਟ। ਇੱਕੋ ਚੀਜ਼ ਹੋਈ ਹੈ ਕਿ ਬਈ ਜਿੰਨਾ ਇੱਕ ਫੋਕਸ ਜਿਹੜਾ बढ़िया ਹੈਗਾ ਦੁਨੀਆ ਦਾ ਕਿ ਬਈ ਸਰਪਲਸ ਪੈਦਾ ਕਰੋ, ਜ਼ਿਆਦਾ ਪੈਦਾ ਕਰੋ, ਜਿਹੜਾ ਪੰਜਾਬੀ ਚ ਦਬ ਕੇ ਬਾਤ ਰੱਜ ਕੇ ਖਾ, ਮੈਂ ਉਸ ਕਹਾਵਤ ਦਾ ਇੱਕ ਨੈਗੇਟਿਵ ਕੌਨਸੀਕੁਐਂਸਿਸ ਆਪਣੇ ਸਾਹਮਣੇ ਦਿਖ ਰਿਹਾ ਅੱਜ ਕੱਲ੍ਹ। ਉਹ ਬੇਸਿਕਲੀ ਸੀ ਕਿ ਇੰਟੈਂਸਿਵ ਐਗਰੀਕਲਚਰ ਤਰਫ ਬੜਾਵਾ ਦੇਣਾ ਸੀਗਾ ਸੀ। ਸੋ ਵੀ ਕੇਮ ਅਪ ਵਿਦ ਆਲ ਦੋ ਸਲੋਗਨਸ ਐਂਡ ਸੋ ਔਨ, ਅਸੀਂ ਕੀਤਾ। ਪਰ ਚਲੋ ਉਸ ਟਾਈਮ ਇਹ ਮੰਨ ਸਕਦੇ ਹਾਂ ਤੁਸੀਂ, ਯੂ ਕੈਨ ਗਿਵ ਕ੍ਰੈਡਿਟ ਟੂ ਦੀ ਪੋਲਿਸੀ ਮੇਕਰਸ ਜਾਂ ਔਰ ਲੈਟਸ ਸੇ ਬੈਨੀਫਿਟ ਆਫ ਡਾਊਟ ਟੂ ਦੀ ਪੋਲਿਸੀ ਮੇਕਰਸ ਕਿ ਉਹਨਾਂ ਨੇ ਨਾ ਇਹ ਸ਼ਾਇਦ ਅੱਗੇ ਕੀ ਆਏਗਾ ਸਿਚੁਏਸ਼ਨ ਅਹਿਸਾਸ ਨਹੀਂ ਸੀਗਾ ਜਾਂ ਨਹੀਂ ਦੇਖ ਸਕੇ। ਲੇਕਿਨ ਫਿਰ ਵੀ ਜਦ ਕ੍ਰਾਈਸਿਸ ਆ ਗਿਆ ਤਾਂ ਮੈਨੂੰ ਲੱਗਦਾ ਕਿ ਉਸ ਟਾਈਮ ਇੱਕ ਮਿਡ ਟਰਮ ਕਰੈਕਸ਼ਨ ਦੀ ਜ਼ਰੂਰਤ ਸੀਗੀ। ਲੇਕਿਨ ਮਿਡ ਟਰਮ ਜਿਸ ਤਰ੍ਹਾਂ ਹੁੰਦਾ ਨਾ ਕਿ ਫਾਈਨਾਂਸ ਮਿਨਿਸਟਰ ਜਦ ਬਜਟ ਪੇਸ਼ ਕਰਦੇ ਹੈ ਤਾਂ ਉਹ 6 ਮਹੀਨੇ ਬਾਅਦ ਇੱਕ ਮਿਡ ਟਰਮ ਕਰੈਕਸ਼ਨ ਵੀ ਪੇਸ਼ ਕਰਦੇ ਆ ਕਿ ਬਈ ਕੀ ਕਮੀਆਂ ਰਹਿ ਗਈਆਂ, ਕੀ ਐਡੀਸ਼ਨ ਕਰਨ ਦੀ ਜ਼ਰੂਰਤ ਹੈ ਨਾ। ਉਹ ਜਿਹੜਾ ਮਿਡ ਟਰਮ ਕਰੈਕਸ਼ਨ ਐਗਰੀਕਲਚਰ ਹੋਣਾ ਚਾਹੀਦਾ ਸੀ, ਉਹ ਸਾਡੇ ਐਗਰੀਕਲਚਰ ਸਾਇੰਟਿਸਟ ਨੇ ਕੀ ਕੀਤਾ, ਉਹ ਕਿਹਾ ਕਿ ਇਹਨੂੰ ਹੋਰ ਗ੍ਰੀਨ ਰੈਵੋਲੂਸ਼ਨ ਲੈ ਕੇ ਆਓ। ਮਤਲਬ ਮੇਰਾ ਜਿਸ ਤਰ੍ਹਾਂ ਕਿ ਕਿਤੇ ਫਰਟੀਲਾਈਜ਼ਰ ਦਾ ਨੁਕਸਾਨ ਦਿਖ ਰਿਹਾ ਹੈਗਾ, ਕਿਤੇ ਤੁਹਾਨੂੰ ਪੈਸਟੀਸਾਈਡ ਦਾ ਨੁਕਸਾਨ ਦਿਖ ਰਿਹਾ ਹੈਗਾ, ਤੁਸੀਂ ਉਹਨਾਂ ਨੂੰ ਕਰੈਕਟ ਕਰਨ ਦੀ ਬਜਾਏ ਤੁਸੀਂ ਕਿਹਾ ਇਹਦੇ ਹੋਰ ਫਰਟੀਲਾਈਜ਼ਰ ਪਾਓ। ਹਾਂਜੀ, ਇਸ ਤਰੀਕੇ ਨਾਲ ਜੇ ਆਪਾਂ ਕਰਦੇ ਗਏ ਤਾਂ ਉਹ ਜਿਹਨੂੰ ਕਹਿੰਦੇ ਆਪਾਂ ਇੰਗਲਿਸ਼ ਵਿੱਚ ਸੈਕਿੰਡ ਜਨਰੇਸ਼ਨ ਐਨਵਾਇਰਮੈਂਟਲ ਇੰਪੈਕਟਸ, ਉਹਦਾ ਜਿਹੜਾ ਹੁਣ ਆਪਾਂ ਦੇਖ ਰਹੇ ਹਾਂ, ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਪਾਣੀ ਦਾ ਜਿਹੜਾ ਦੋਹਨ ਹੋ ਗਿਆ ਹੈਗਾ, ਯੂ ਨੋ ਸੋਇਲ ਦੀ ਹੈਲਥ ਕਿੰਨੀ ਡਿਟੀਰੀਓਰੇਟ ਹੋ ਗਈ ਹੈਗੀ ਹੈ, ਕੈਂਸਰ ਦਾ ਇੰਡੀਕੇਸ਼ਨ ਹੈ ਕਿ ਵੀ ਪੈਸਟੀਸਾਈਡ ਦਾ ਉਪਯੋਗ ਨਾਲ ਕਿੰਨਾ ਹੋਇਆ ਹੈਗਾ, ਕੰਟੈਮੀਨੇਸ਼ਨ ਹੋਇਆ, all these factors put together। ਪਰ ਮੇਰਾ ਸਬਮਿਸ਼ਨ ਸੀ ਵੀ ਇਹ ਕਿ ਉਹ ਸਾਰਾ ਕੁਝ ਹੋਣ ਤੋਂ ਬਾਵਜੂਦ ਹੀ ਇਹ ਕਿਆ ਕਾਰਨ ਹੈ ਕਿ ਜਦ ਪ੍ਰੋਡਕਸ਼ਨ बढ़ती गई ਪ੍ਰੋਡਕਟਿਵਿਟੀ, ਅੱਜ ਵੀ ਦੇਖੋ ਨਾ ਸਾਡਾ ਕਿਸਾਨ ਹਰ ਸਾਲ ਇੱਕ ਰਿਕਾਰਡ ਪੈਦਾਵਾਰ ਕਰਦਾ ਹੈ, ਲੇਕਿਨ ਇਨਕਮ ਉਹਦੀ ਕਿਉਂ ਡਿਪ ਹੁੰਦੀ ਗਈ? ਇਹ ਜਿਹੜਾ ਪ੍ਰੋਸੈਸ ਹੈ ਮੈਨੂੰ ਲੱਗਦਾ ਕਿ ਇਹਨੂੰ ਪਹਿਲੇ ਸੋਚਣਾ ਚਾਹੀਦਾ ਸੀਗਾ। ਲੇਕਿਨ ਸਮਵੇਅਰ ਅਗੇਨ ਵੀ ਇਗਨੋਰਡ ਕਿ ਬਈ ਪੈਦਾਵਾਰ ਕਰਨਾ ਹੀ ਸਾਡਾ ਇੱਕ ਆਬਜੈਕਟਿਵ ਹੈਗਾ। ਸਾਡੇ ਪਾਲਿਸੀ ਮੇਕਰਸ ਜਾਂ ਮਿਨਿਸਟਰੀ ਆਫ ਫਾਈਨਾਂਸ ਦਾ ਇਹੀ ਫੋਕਸ ਰਿਹਾ ਹੈਗਾ ਕਿ ਬਈ ਪੈਦਾਵਾਰ बढ़नी ਚਾਹੀਏ ਤਾਂ ਕਿ ਉਹਨਾਂ ਦਾ ਜਿਹੜਾ ਫਾਊਂਡੇਸ਼ਨ ਹੈ ਉਹ ਠੀਕ ਰਹੇ, ਬਰਕਰਾਰ ਰਹੇ, ਚਾਹੇ ਫੂਡ ਸਿਕਿਉਰਿਟੀ ਦਾ ਹੋਵੇ, ਚਾਹੇ ਯੂ ਨੋ ਬੇਸਿਕ ਜਿਹਨੂੰ ਰॉ ਮਟੀਰੀਅਲ ਕਹਿੰਦੇ ਇੰਡਸਟਰੀ ਵਾਸਤੇ ਉਹ ਉੱਥੋਂ ਆਉਂਦਾ ਰਹੇ। ਇਹ ਚੱਲਿਆ ਹੈਗਾ ਸਿਸਟਮ। ਲੇਕਿਨ ਕਿਤੇ ਨਾ ਕਿਤੇ ਜਿਹੜਾ ਤੁਸੀਂ ਆਪਾਂ ਗੱਲ ਕਰ ਰਹੇ ਸੀ, ਤੁਸੀਂ ਵੀ ਸ਼ੁਰੂਆਤ ਕੀਤਾ ਕਿ ਅੱਜ ਕ੍ਰਾਈਸਿਸ ਜਿਹੜਾ ਹੈਗਾ ਇੰਨਾ ਗੰਭੀਰ ਹੋ ਗਿਆ ਹੈਗਾ, ਉਹ ਓਵਰਲੁੱਕ ਕੀਤਾ ਗਿਆ ਹੈਗਾ। ਮੈਨੂੰ ਲੱਗਦਾ ਕਿ ਉਸ ਕ੍ਰਾਈਸਿਸ ਤੋਂ ਵੀ ਜ਼ਿਆਦਾ ਇੱਕ ਕ੍ਰਾਈਸਿਸ ਸੀਗਾ ਕਿ ਕਿਸਾਨ ਦੀ ਇਨਕਮ ਕਿਉਂ ਗਿਰ ਰਹੀ ਹੈਗੀ। ਬਿਲਕੁਲ, ਇਹ ਤਰਫ ਧਿਆਨ ਨਹੀਂ ਦਿੱਤਾ ਗਿਆ। ਔਰ ਇਹ ਇੰਡੀਆ 'ਚ ਨਹੀਂ ਹੋਇਆ, ਇਹ ਸਾਰੇ ਗਲੋਬਲ ਵਿੱਚ ਹੋਇਆ ਹੈਗਾ। ਇਟ ਪਾਰਟ ਆਫ ਐਨ ਇਕਨੋਮਿਕ ਡਿਜ਼ਾਈਨ। ਜਦ ਆਪਾਂ ਖੇਤੀ ਦੀ ਗੱਲ ਕਰਦੇ ਹੈਗੇ, ਜਦ ਤੱਕ ਅਸੀਂ ਬੜਾ ਇਕਨੋਮਿਕ ਡਿਜ਼ਾਈਨ ਨਹੀਂ ਸਮਝਦੇ ਨਾ, ਸਾਨੂੰ ਇਹ ਪਤਾ ਚੱਲ ਹੀ ਨਹੀਂ ਸਕਦਾ ਕਿ ਕਿਆ ਕਾਰਨ ਹੈ ਕਿ ਕਿਸਾਨ ਇੰਨਾ ਮਜਬੂਰ ਹੋ ਕੇ ਆਪਣਾ ਆਲੂ ਸੁੱਟ ਰਿਹਾ ਸੜਕਾਂ ਤੇ ਜਾਂ ਟਮਾਟਰ ਸੁੱਟ ਰਿਹਾ ਹੈਗਾ। ਇਵਨ ਕਿੰਨੂ ਦੀ ਤਾਜ਼ਾ ਰਿਪੋਰਟ, ਕਿੰਨੂ ਦਾ ਆਪਾਂ ਦੇਖ ਹੀ ਲਿਆ ਪੰਜਾਬ ਦਾ। ਸੋ ਇਹ ਕਿਉਂ ਹੋ ਰਿਹਾ ਹੈਗਾ? ਜਦ ਤੱਕ ਤੁਸੀਂ ਉਹ ਬੜਾ ਚਿੱਤਰਨ ਨਹੀਂ ਦੇਖਦੇ, ਆਪਾਂ ਸੋਚਦੇ ਨੇ ਕਿ ਫਾਜ਼ਿਲਕਾ ਬੋਰ ਵਿੱਚ ਹੀ ਕ੍ਰਾਈਸਿਸ ਹੋਏਗਾ, ਹੈ ਨਾ। ਫਿਰ ਅਸੀਂ ਇਹ ਵੀ ਕਹਿੰਦੇ ਕਿ ਕਿਸਾਨਾਂ ਨੂੰ ਸਪਲਾਈ ਡਿਮਾਂਡ ਦੀ ਪੋਜੀਸ਼ਨ ਨਹੀਂ ਕਲੀਅਰ ਹੈਗੀ ਹੈ, ਇਹ ਵੀ ਬਲੇਮ ਕਰਦੇ ਨੇ ਅਸੀਂ ਉਹਨਾਂ ਨੂੰ। ਲੇਕਿਨ ਸਰ ਸੱਚਾਈ ਹੈ ਕਿ ਕਿਉਂ ਹੋ ਰਿਹਾ ਆਫਟਰ ਆਲ। ਈਵਨ ਰਾਜੇਸ਼ ਰਾਮਚੰਦਰ ਨੇ ਜਿਹੜੇ ਦੀ ਟ੍ਰਿਬਿਊਨ ਦੇ ਐਡੀਟਰ ਇਨ ਚੀਫ ਹੈ, ਉਹਨਾਂ ਨੇ ਇਹ ਵੀ ਉਦਾਹਰਨ ਦਿੱਤੀ ਵੀ ਕੁਰਕਸ਼ੇਤਰ ਦੇ ਨੇੜੇ ਸ਼ਾਹਬਾਦ ਦੇ ਵਿੱਚ ਉਦੋਂ ਇੱਕ ਵੱਡਾ ਧਰਨਾ ਇਸੇ ਕਿੰਨੂਆਂ ਕਰਕੇ ਹੀ ਲੱਗ ਗਿਆ ਸੀ। ਯਾਨੀ ਕਿ ਅਜਿਹੇ ਧਰਨੇ ਤਾਂ ਵਾਰ-ਵਾਰ ਲੱਗ ਰਹੇ ਨੇ। ਬਿਲਕੁਲ ਠੀਕ ਕਹਿ ਰਹੇ ਹੋ, ਬਾਰ-ਬਾਰ ਲੱਗ ਰਿਹਾ, ਲੇਕਿਨ ਉਸ ਤਰਫ ਮਤਲਬ ਧਿਆਨ ਨਹੀਂ ਸੀਗਾ। ਅਸੀਂ ਇੱਕ ਤਰ੍ਹਾਂ ਦਾ ਡਿਸਕਨੈਕਟ ਸਾਡੇ ਦੇਸ਼ ਵਿੱਚ ਕਿ ਅਸੀਂ ਐਗਰੀਕਲਚਰ ਨੂੰ ਸੋਚਿਆ ਕਿ ਬਈ ਇੱਕ ਤਾਂ ਵੀ ਟੁਕ ਇਟ ਫॉर ਗ੍ਰਾਂਟਡ, ਔਰ ਇੱਕ ਸੋਚਿਆ ਕਿ ਬਈ ਇਹਦੇ ਕੁਝ ਜ਼ਿਆਦਾ ਕੇਅਰ ਕਰਨ ਦੀ ਜ਼ਰੂਰਤ ਨਹੀਂ। ਸਾਡੇ ਇਕਨੋਮਿਕ ਰਿਫਾਰਮਸ ਵੀ ਜਦ 1991 ਵਿੱਚ ਆਏ ਹੈਗੇ ਨਾ, ਉਹਦੇ ਵਿੱਚ ਵੀ ਫੋਕਸ ਤੁਸੀਂ ਦੇਖਿਆ ਕਿ ਉਹ ਇੰਡਸਟਰੀ 'ਤੇ ਸੀਗਾ ਜੀ। ਔਰ ਠੀਕ ਹੈ, ਸਾਡੇ ਜਿਹੜੇ ਉਸ ਟਾਈਮ ਪਾਲਿਸੀ ਮੇਕਰਸ ਹੈ ਬੜੇ ਜਾਣੇ ਮਾਣੇ ਇਕੋਨਮਿਸਟ ਵੀ ਦੇਸ਼ 'ਤੇ ਹੈਗੇ ਆ, ਜੋ ਵੀ ਹੈਗਾ, ਪਰ ਮੈਨੂੰ ਲੱਗਦਾ ਕਿ ਉਹਨਾਂ ਨੇ ਵੀ ਗਲਤੀ ਕੀਤੀ ਸਭ। ਐਂਡ ਆਈ ਥਿੰਕ ਦੇ ਸ਼ੁਡ ਐਕਸੈਪਟ ਇਟ।
ਕਿ ਦੇਖੋ ਜਦ ਅਸੀਂ ਕੱਟ ਐਂਡ ਪੇਸਟ ਕਰਦੇ ਆ ਨਾ ਬਾਹਰੋਂ ਪਾਲਿਸੀਜ਼ ਸਾਡੇ ਇੱਕ ਰਿਵਾਜ ਹੈ ਸਾਡੇ ਇੱਥੇ ਕਿ ਅਸੀਂ ਹਰ ਚੀਜ਼ ਕੱਟ ਐਂਡ ਪੇਸਟ ਕਰਦੇ ਆ। ਮੈਨੂੰ ਵੀ ਕੋਈ ਸਵਾਲ ਪੁੱਛਿਆ ਜਾਂਦਾ, ਪੁੱਛਦਾ ਜੀ ਕਿਹੜੀ ਕੰਟਰੀ 'ਚ ਹੋ ਰਿਹਾ ਹੈ, ਹਰ ਇੱਕ ਇਹੀ ਸਵਾਲ ਪੁੱਛਦਾ ਹੈ ਕਿ MSP ਕਿਹੜੇ ਦੇਸ਼ ਵਿੱਚ ਦਿੱਤਾ ਜਾਂਦਾ ਹੈ ਔਰ ਉੱਥੇ ਗਾਰੰਟੀਡ ਹੈਗਾ। ਮੈਂ ਕਹਿੰਦਾ ਤੁਹਾਨੂੰ ਆਪਣੇ ਦੇਸ਼ ਤੇ ਫਕਰ ਨਹੀਂ ਹੈ, ਅਸੀਂ ਵੀ ਤਾਂ ਸਾਡੀ ਕੋਈ ਸਟਰੈਂਥ ਹੈ, ਤਾਕਤ ਹੈ। ਜੇ ਅਸੀਂ MSP ਸਾਡੇ ਦੇਸ਼ ਵਿੱਚ ਹੈਗਾ, ਮੇਰਾ ਮੰਨਣਾ ਕਿ ਇਹ ਇਟ ਸ਼ੁੱਡ ਬਿਕਮ ਏ ਗਲੋਬਲ ਮਾਡਲ। ਤੁਸੀਂ ਬਾਹਰੋਂ ਹੀ ਮਾਡਲ ਕਿਉਂ ਲੈਣਾ ਚਾਹੁੰਦੇ ਹੋਗੇ? ਤੁਹਾਨੂੰ ਆਪਣੇ ਪਿੰਡ ਦਾ ਨਹੀਂ ਪਤਾ ਹੁੰਦਾ, ਤੁਹਾਨੂੰ ਲੰਡਨ ਦਾ ਜ਼ਿਆਦਾ ਪਤਾ ਹੈ, ਪੈਰਿਸ ਦਾ ਤੁਹਾਨੂੰ ਜ਼ਿਆਦਾ ਪਤਾ ਹੈ। ਇਹ ਸਾਡੀ ਕਿਤੇ ਪੜ੍ਹਾਈ ਲਿਖਾਈ ਦਾ ਵੀ ਸ਼ਾਇਦ ਨੈਗੇਟਿਵ ਇੰਪੈਕਟ ਹੋਏਗਾ ਜਾਂ ਉਹਦਾ ਆਊਟਕਮ ਹੋਏਗਾ। ਬਿਲਕੁਲ ਮੇਰਾ ਸਬਮਿਸ਼ਨ ਸਿਰਫ ਇਹ ਕਿ ਸਭ ਜਦ ਸਾਰੀ ਉੱਚ ਹੋ ਰਿਹਾ ਸੀ ਕ੍ਰਾਈਸਿਸ, ਸਾਡੇ ਕਿਤੇ ਪਾਲਿਸੀ ਮੇਕਰਸ ਫੇਲ ਕਰ ਗਏ। ਇਕਨੋਮਿਕ ਰਿਫਾਰਮਸ ਦੀ ਮੈਂ ਗੱਲ ਕਰ ਰਿਹਾ ਸੀਗਾ, ਅਗਰ ਉਸ ਟਾਈਮ ਉਹਨਾਂ ਨੇ ਸਿਰਫ ਬਲਾਈਂਡਲੀ ਉਹਨਾਂ ਫੋਲੋ ਨਾ ਕੀਤਾ ਹੁੰਦਾ, ਜੇ ਉਹਨਾਂ ਨੇ ਇੰਡਸਟਰੀ ਦਾ ਇੱਕ ਇੰਜਨ ਆਫ ਗਰੋਥ ਬਣਾਇਆ ਹੈ, ਤਾਂ ਜੇ ਐਗਰੀਕਲਚਰ ਨੇ ਵੀ ਉਹ ਇੰਜਨ ਆਫ ਸੈਕੰਡ ਇੰਜਨ ਆਫ ਗਰੋਥ ਬਣਾਉਂਦੇ ਨਾ, ਤਾਂ ਮਤਲਬ ਦੋ ਸਾਡੇ ਕੋਲ ਪਾਵਰ ਹਾਊਸ ਆਫ ਇਕਨੋਮਿਕ ਗਰੋਥ ਹੁੰਦੇ। ਤੁਸੀਂ ਅੱਜ ਦੇਖਦੇ ਅੱਜ ਦੇਸ਼ ਦੀ ਜਿਹੜੀ ਪ੍ਰਗਤੀ ਦੀ ਦੌਰ ਸੀਗੀ ਕਿੰਨੀ ਜ਼ਬਰਦਸਤ ਕਿੱਥੇ ਹੋਣੀ ਸੀਗੀ ਜੀ। ਸੋ ਆਈ ਥਿੰਕ ਸਮਵੇਅਰ ਵੀ ਮਿਸਡ ਆਊਟ, ਪਰ ਮੈਨੂੰ ਲੱਗਦਾ ਕਿ ਹਾਲੇ ਵੀ ਅਸੀਂ ਲੇਟ ਨਹੀਂ ਹੈਗੇ ਆ। ਐਂਡ ਆਈ ਥਿੰਕ ਵੀ ਕੈਨ ਫੋਕਸ ਬੈਕ ਔਨ ਐਗਰੀਕਲਚਰ। ਮੈਨੂੰ ਲੱਗਦਾ ਕਿ ਜਿਹੜਾ ਅੱਜ ਕੱਲ੍ਹ ਅੰਦੋਲਨ ਚੱਲ ਰਿਹਾ ਉਹਦਾ ਇੱਕ ਬਹੁਤ ਬੜਾ ਮੈਸੇਜ ਇਹ ਹੈ ਕਿ ਲੈਟ ਅਸ ਰੀਇਨਵੈਂਟ ਐਗਰੀਕਲਚਰ। ਉਹਨੂੰ ਅਸੀਂ ਦੁਬਾਰਾ ਉਸ ਪੋਜੀਸ਼ਨ ਤੇ ਲੈ ਆਈਏ ਕਿ ਇੱਕ ਇੰਡਸਟਰੀ ਦਾ ਰਿਫਾਰਮ ਹੋਇਆ ਹੈਗਾ, ਹੁਣ ਐਗਰੀਕਲਚਰ ਦਾ ਰਿਫਾਰਮ, ਔਰ ਉਹੀ ਕਿਸਾਨ ਮੰਗ ਰਹੇ ਹੈਗੇ ਹੈ। ਤੁਸੀਂ ਅਗਰ ਧਿਆਨ ਨਾਲ ਸੋਚੋ ਕਿ ਜੋ ਇਹ ਕਹਿ ਰਹੇ ਕਿ ਵੀ ਕਾਨੂੰਨੀ ਅਧਿਕਾਰ ਬਣਾ ਦਿੱਤਾ ਜਾਏ MSP ਨੂੰ, ਦੈਟ ਇਜ਼ ਦ ਰਿਫਾਰਮ ਵਿਚ ਐਗਰੀਕਲਚਰ ਨੀਡਸ। ਇਸ ਦੇ ਵਿੱਚ ਨਾ 2-3 ਗੱਲਾਂ ਆਪਾ ਵਿਰੋਧੀ ਲੱਗ ਰਹੀਆਂ ਨੇ ਜਾਂ ਉਹਨਾਂ ਦੀ ਇੱਕ ਬਹਿਸ ਚੱਲ ਰਹੀ ਹੈ। ਜਿਵੇਂ ਤੁਸੀਂ ਕਿਹਾ ਕਿ MSP ਦੇ ਉੱਤੇ ਬਹੁਤ ਜ਼ਿਆਦਾ ਹੁਣ ਚਰਚਾ ਆ, ਇਸ ਦੇ ਬਾਰੇ ਸਰਦਾਰਾ ਸਿੰਘ ਜੌਹਲ ਹੋਣਾ ਦਾ ਜੋ ਦੀ ਟ੍ਰਿਬਿਊਨ ਦੇ ਅੰਦਰ ਜੋ ਅਕਾਊਂਟ ਛਪਿਆ, ਉਸ ਦੇ ਵਿੱਚ ਉਹ ਕਹਿੰਦੇ ਨੇ ਕਿ ਇੱਕ ਤਾਂ ਚੀਫ ਇਸ਼ੂ ਜਿਹੜਾ ਹੈਗਾ ਪ੍ਰੋਕਿਉਰਮੈਂਟ ਦਾ ਆ, ਦੂਸਰਾ ਕਹਿੰਦੇ MSP ਸੋਲਿਊਸ਼ਨ ਨਹੀਂ ਹੈ, ਸਬਸਿਡੀ ਸੋਲਿਊਸ਼ਨ ਹੈ। ਉਸ ਦੇ ਵਿੱਚ ਜਦੋਂ ਆਪਾਂ WTO ਦੇ ਨੋਰਮ ਪੜ੍ਹ ਰਹੇ ਹਾਂ, ਕਿਉਂਕਿ ਆ 26 ਤੋਂ 29 ਫਰਵਰੀ ਦੇ ਵਿੱਚ ਆਬੂ ਧਾਬੀ ਦੇ ਅੰਦਰ ਜੋ ਇੰਟਰ ਮਿਨਿਸਟਰ ਸਮਿਟ ਹੋਣੀ ਹੈ, ਉਸ ਦੇ ਵਿੱਚ ਭਾਰਤ ਨੇ ਕਰਨਾ ਹੈ। ਕੇਰਿੰਗ ਜਿਹੜੇ ਗਰੁੱਪ ਹੈ ਆਸਟ੍ਰੇਲੀਆ ਤੇ ਹੋਰ, ਉਹ ਜੋ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਭਾਰਤ ਬਹੁਤ ਜ਼ਿਆਦਾ ਸਬਸਿਡਾਈਜ਼ ਕਰ ਰਿਹਾ ਹੈ, ਉਹਨੂੰ ਘਟਾਇਆ ਜਾਵੇ। ਹਾਲਾਂਕਿ ਉਸ ਦੇ ਵਿੱਚ ਉਹਨਾਂ ਬਾਲੀ ਸਮਿਟ ਦਾ ਪੀਸ ਕਲੋਜ਼ ਦਾ ਹਵਾਲਾ ਦਿੱਤਾ ਕਿਸੇ ਐਕਸਪਰਟ ਨੇ, ਅਵਜੀਤ ਦਾਸ ਉਹਨਾਂ ਕਿਹਾ ਵੀ ਨਹੀਂ ਅਜਿਹਾ ਤੇ ਕੁਝ ਨਹੀਂ ਹੈ, ਉਸ ਦੇ ਵਿੱਚ ਅਜਿਹਾ ਕੁਝ ਨਹੀਂ ਹੈ ਕਿ ਅਸੀਂ ਆਪਣੇ ਦੇਸ਼ ਦੇ ਬੰਦਿਆਂ ਨੂੰ MSP ਨਹੀਂ ਦੇ ਸਕਦੇ। ਸੋ ਉਹ ਕਹਿ ਰਹੇ ਆ ਕਿ ਸਬਸਿਡਾਈਜ਼ ਘੱਟ ਕੀਤੀ ਜਾਵੇ ਜਾਂ ਉਹਨੂੰ ਡਿਸਮੈਂਟਲ ਕੀਤਾ ਜਾਵੇ, ਕਿਸੇ ਤਰ੍ਹਾਂ ਇਹ ਗੱਲ ਹੈ WTO ਦੇ ਅੰਦਰ। ਸਰਦਾਰਾ ਸਿੰਘ ਜੌਹਲ ਕਹਿੰਦੇ ਆ ਕਿ ਸਬਸਿਡਾਈਜ਼ ਕਰਨਾ ਚਾਹੀਦਾ ਆ, MSP ਸੋਲਿਊਸ਼ਨ ਨਹੀਂ ਹੈ। ਸੋ ਮਤਲਬ ਇਹ ਇਸ ਦੇ ਬਾਰੇ ਥੋੜ੍ਹਾ ਵਿਸਥਾਰ ਨਾਲ ਸਮਝਾਓ। ਜੀ ਇਹ ਲੈਟ ਅਸ ਨਾਟ ਗੈਟ ਇਨਟੂ ਨੇਮਸ, ਲੇਕਿਨ ਇੱਕ ਚੀਜ਼ ਸਮਝਣ ਦੀ ਬਹੁਤ ਜ਼ਰੂਰਤ ਹੈ ਜੀ ਕਿ ਮੈਂ ਜਦ ਵੀ ਕੁਝ ਲਿਖਦਾ ਹਾਂਜੀ, ਚਾਹੇ ਮੈਂ ਆਪਣੇ ਸੋਸ਼ਲ ਮੀਡੀਆ ਜਾਂ ਉਹਦੇ ਅਕਾਊਂਟ 'ਤੇ ਲਿਖਾਂ, ਤਾਂ ਵੀ ਮੈਂ ਦੇਖਦਾ ਕਿ ਇੱਕ ਬਹੁਤ ਬੜੀ ਲੌਬੀ ਹੈ ਉਹ ਡਿਸਟਰਬ ਹੁੰਦੀ ਹੈ, ਔਰ ਮੈਨੂੰ ਕਈ ਮਤਲਬ ਨੇਮਸ ਤੋਂ ਵੀ ਬੁਲਾਇਆ ਜਾਂਦਾ ਹੈ, ਉਹ ਸਭ ਕੁਝ ਹੁੰਦਾ, ਟਰੋਲ ਜਿਸ ਤਰ੍ਹਾਂ ਕੰਮ ਕਰਦੇ ਹੈਗੇ। ਪਰ ਮੈਨੂੰ ਦੁੱਖ ਇਹ ਹੁੰਦਾ ਕਿ ਉਸ ਟਾਈਮ ਜਿਹੜੇ ਪੜ੍ਹੇ ਲਿਖੇ ਬੰਦੇ ਹੈਗੇ, ਜਿਹੜੇ ਇਕਨੋਮਿਕਸ ਸਮਝਦੇ ਹੈਗੇ, ਉਹ ਵੀ ਇੱਕੋ ਹੀ ਸੋਚਦੇ ਹੈਗੇ ਕਿ ਵੀ ਫ੍ਰੀ ਮਾਰਕੀਟਸ ਅੱਗੇ ਰਸਤਾ ਹੈਗਾ। ਜਿੰਨਾ ਆਪਾਂ ਮਾਰਕੀਟ ਬਾਜ਼ਾਰ ਦੇ ਹਵਾਲੇ ਛੱਡ ਦੇਵਾਂਗਾ ਉਨੇ ਖੇਤੀ ਦਾ ਪ੍ਰੋਗਰੈਸ ਹੋਏਗੀ। ਜੇ ਤੁਸੀਂ ਕਹਿ ਰਹੇ ਹੋ ਇਕਨੋਮਿਸਟ ਸਾਡੇ ਇਹ ਡਾਕਟਰ ਜੌਹਲ ਹੀ ਇਕੱਲੇ ਨਹੀਂ, ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ, ਹੋਰ ਵੀ ਸਾਡੇ ਦੇਸ਼ ਦੇ ਇਕਨੋਮਿਸਟ ਜਿਹੜੇ ਹੈਗੇ ਉਹ ਮਾਰਕੀਟਸ ਦੀ ਗੱਲ ਕਰਦੇ ਹੈਗੇ। ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਤੁਸੀਂ ਦੇਖੋ ਬੜਾ ਇੰਟਰਸਟਿੰਗ ਹੈ ਕਿ ਮਾਰਕੀਟ ਸਾਰੀ ਦੁਨੀਆ ਵਿੱਚ ਕਿਸਾਨਾਂ ਨੂੰ ਫੇਲ ਕਰ ਗਈ ਹੈ। ਇਹ ਤਾਂ ਹੀ ਮੈਂ ਕਹਿ ਰਿਹਾ ਸੀ ਕਿ ਬੜਾ ਚਿੱਤਰਨ ਆਪਾਂ ਦੇਖੀਏ, ਬੜਾ ਡਿਜ਼ਾਈਨ ਦੇਖੀਏ। ਤੁਸੀਂ ਹੁਣ ਦੇਖੋ ਕਿ ਹਿੰਦੁਸਤਾਨ ਵਿੱਚ ਕਿਹਾ ਜਾਂਦਾ ਹੈ ਕਿ ਮਾਰਕੀਟਸ ਦੇ ਉੱਪਰ ਛੱਡ ਦਿਓ, ਹੈ ਨਾ। ਇਹ ਪਿਛਲੇ ਰਿਫਾਰਮਸ ਜਿਹੜੇ ਆਏ ਸੀਗੇ ਜਦ ਕਿਸਾਨਾਂ ਨੇ ਅੰਦੋਲਨ ਕੀਤਾ ਸੀਗਾ, ਉਹ ਵੀ ਮਾਰਕੀਟ ਰਿਫਾਰਮ ਇਨ ਐਗਰੀਕਲਚਰ ਸੀਗੇ, ਹੈ ਨਾ। ਉਸ ਟਾਈਮ ਵੀ ਮੈਂ ਕਹਿੰਦਾ ਸੀਗਾ ਕਿ ਵੀ ਦੁਨੀਆ 'ਤੇ ਮਾਰਕੀਟਸ ਫੇਲ ਕਰ ਗਈਆਂ। ਹੁਣ ਮੇਰੇ ਤੇ ਅਟੈਕ ਜਿਹੜਾ ਹੁੰਦਾ ਸਰ ਉਹ ਇਹ ਹੁੰਦਾ ਹੈ ਕਿ ਵੀ ਕੁਛ ਗਰੁੱਪਸ ਹੈਗੇ ਅਮਰੀਕਾ ਵਿੱਚ, ਉਹ ਮਤਲਬ ਅਲੱਗ-ਅਲੱਗ ਲੌਬਿੰਗ ਜਿਹੜੀ ਹੈਗੇ ਇਕੱਠੇ ਮਿਲਾ ਕੇ ਦੇ ਆਰ ਓਵਰਸੀਇੰਗ ਇੰਡੀਅਨ ਐਗਰੀਕਲਚਰ। ਉੱਥੇ ਬੈਠੇ ਇੰਡੀਅਨ ਐਗਰੀਕਲਚਰ ਦਾ ਉਹ ਧਿਆਨ ਰੱਖਦੇ ਆ ਔਰ ਉਹਨੂੰ ਉੱਤੇ ਰਿਕਮੈਂਡ ਜੋ ਪਾਲਿਸੀਜ਼ ਹੋਣੀ ਚਾਹੀਦੀਆਂ ਉਹ ਗੱਲ ਕਰਦੇ ਆ, ਪਲੱਸ ਮੇਰੇ ਵਰਗੇ ਬੰਦਿਆਂ ਨੂੰ ਉਹ ਟਾਰਗੇਟ ਕਰਦੇ ਰਹਿੰਦੇ ਹੈਗੇ। ਦੈਟਸ ਓਕੇ। ਲੇਕਿਨ ਉਹਦੀ ਬੜੀ ਇੰਟਰਸਟਿੰਗ ਗੱਲ ਹੈ ਕਿ ਉਹ ਇੱਕੋ ਵਾਰੀ ਇੱਕੋ ਚੀਜ਼ ਕਹਿੰਦੇ ਹੈਗੇ। ਇੱਕ ਤਾਂ ਉਹ ਸੋਵੀਅਤ ਯੂਨੀਅਨ ਔਰ ਚਾਈਨਾ ਫੇਲ ਕਰ ਗਏ, ਹਾਂਜੀ, ਇਹ ਆਰਗੂਮੈਂਟ ਕਮਿਊਨਿਜ਼ਮ ਦਾ ਹੈ। ਨੋਬਡੀ ਇਜ਼ ਸੇਇੰਗ ਕਿ ਉਸ ਰਸਤੇ ਜਾਓ, ਇੱਕ ਗਲਤ ਹੈ। ਦੂਸਰਾ ਹੈਗਾ ਕਿ ਵੀ ਉਹ ਕਹਿੰਦੇ ਆ ਕਿ ਵੀ ਦੁਨੀਆ ਵਿੱਚ ਕਿਸਾਨਾਂ ਨੂੰ ਮਾਰਕੀਟਸ ਨੂੰ ਡਿਸਟਰਬ ਨਹੀਂ ਕਰਨਾ, ਤੁਹਾਨੂੰ ਬਾਅਦ 'ਚ ਇਨਸੈਂਟਿਵ ਦਿੱਤੇ ਜਾਣ ਉਹ ਲਾਸ ਕਵਰ ਅਪ ਕਰਨ ਵਾਸਤੇ। ਮੇਰਾ ਮੰਨਣਾ ਕਿ ਇਹੀ ਫੰਡਾਮੈਂਟਲ ਫਲॉ ਹੈਗਾ ਜਿਹਨੇ ਐਗਰੀਕਲਚਰ ਤਬਾਹ ਕਰਤਾ ਦੁਨੀਆ ਵਿੱਚ। ਐਂਡ ਆਈ ਵਿਲ ਟੈਲ ਯੂ ਨਾਓ ਕਿ ਵੀ ਕਿਸ ਤਰ੍ਹਾਂ ਇਹ ਗਲਤ ਹੈਗੇ। ਤੁਸੀਂ ਦੇਖੋ ਨਾ, ਅਮਰੀਕਾ ਦੀ ਅਸੀਂ ਗੱਲ ਕਰਦੇ ਹੈਗੇ, ਅਮਰੀਕਾ ਦਾ ਜਦ ਰਿਚਰਡ ਨਿਕਸਨ ਰਾਸ਼ਟਰਪਤੀ ਸੀਗੇ, ਐਂਡ ਆਈ ਐਮ ਟਾਕਿੰਗ ਆਫ ਅਰਲੀ 1970s, ਉਸ ਟਾਈਮ ਉਹਨਾਂ ਨੇ 15% ਪਾਪੂਲੇਸ਼ਨ ਸੀਗੀ ਅਮਰੀਕਾ ਦੀ ਐਗਰੀਕਲਚਰ ਵਿੱਚ।
ਔਰ ਉਸ ਟਾਈਮ ਇੱਕ ਉਹਨਾਂ ਦੇ ਐਗਰੀਕਲਚਰ ਸੈਕਟਰੀ ਸੀਗੇ, ਹੀ ਮੇਡ ਦੈਟ ਇਨਫੇਮਸ ਸਟੇਟਮੈਂਟ ਕਿ ਗੈਟ ਬਿਗ ਔਰ ਗੈਟ ਆਊਟ। ਉਹਦਾ ਰਿਜ਼ਲਟ ਇਹ ਹੋਇਆ ਕਿ ਅੱਜ 1.5% ਰਹਿ ਗਈ ਹੈ ਖੇਤੀ ਵਿੱਚ। ਸਾਡੇ ਇਕਨੋਮਿਸਟ ਕਹਿੰਦੇ ਕਿ ਸਾਡੀ ਪੋਪੂਲੇਸ਼ਨ ਘੱਟ ਹੋ ਜਾਏਗੀ ਐਗਰੀਕਲਚਰ ਵਿੱਚ ਤਾਂ ਕਿਸਾਨਾਂ ਦੀ ਇਨਕਮ ਵੱਧ ਜਾਏਗੀ। ਤਾਂ ਅਮਰੀਕਾ ਵਿੱਚ ਤਾਂ ਇਨਕਮ ਵੱਧਣੀ ਚਾਹੀਦੀ ਸੀਗੀ, 15% ਤੋਂ 1970 ਦੇ ਦਸ਼ਕ 'ਚ ਅੱਜ ਉਹ ਘਟ ਕੇ 1.5% ਹੋ ਗਈ ਹੈ। ਉੱਥੇ ਤਾਂ ਬੜੀ ਨਹੀਂ, ਉੱਥੇ ਤਾਂ ਇੰਨਾ ਸੀਵੀਅਰ ਕ੍ਰਾਈਸਿਸ ਹੈ ਕਿ ਐਗਰੀਕਲਚਰ ਤਾਂ ਇੱਕ ਡਿਵੈਸਟੇਟਡ ਹੈ ਹੀ ਹੈ। ਲੇਕਿਨ ਤੁਸੀਂ ਦੇਖੋ ਕਿ ਰੇਟ ਆਫ ਸੁਸਾਈਡ ਜਿਹੜਾ ਪਿੰਡਾਂ ਦਾ ਹੈਗਾ ਅਮਰੀਕਾ ਦਾ, ਦੈਟ ਇਜ਼ 3.5 ਟਾਈਮਸ, 3.5 ਗੁਣਾ ਜ਼ਿਆਦਾ ਹੈ ਕੰਪੇਅਰ ਟੂ ਦੀ ਨੈਸ਼ਨਲ ਐਵਰੇਜ। ਇਹ ਅਮਰੀਕਨ ਐਗਰੀਕਲਚਰ ਦਾ ਹਾਲ ਹੈ। ਉੱਥੇ ਕਿਸਾਨ ਨੂੰ ਐਵਰੇਜ ਹਰ ਸਾਲ 62,000 ਰੁਪਏ ਦੀ ਡੋਮੈਸਟਿਕ ਸਪੋਰਟ $62,000 ਦੀ ਸਬਸਿਡੀ ਸਪੋਰਟ ਮਿਲਦੀ ਹੈ। ਸਾਡੀ ਕਰੰਸੀ ਵਿੱਚ 79 ਲੱਖ ਰੁਪਏ ਹੋ ਗਿਆ ਜੀ, ਇਹ ਹਰ ਸਾਲ ਮਿਲਦੀ ਹੈ। ਤੁਸੀਂ ਇਹ ਵੀ ਕੱਢ ਦਿਓ ਤਾਂ ਐਗਰੀਕਲਚਰ ਤਾਂ ਉੱਥੇ ਜੋ ਬਚ ਗਿਆ ਉਹ ਵੀ ਚਲਾ ਜਾਏਗਾ। ਤੁਸੀਂ ਅਗਰ ਕੈਨੇਡਾ ਵਿੱਚ ਦੇਖੋ, ਕੈਨੇਡਾ ਵਿੱਚ ਹਾਲਾਂਕਿ ਬੜੇ ਫਾਰਮ ਅਮਰੀਕਾ 'ਚ ਵੀ ਕੈਨੇਡਾ 'ਚ ਹੈਗੇ, ਲੇਕਿਨ ਤੁਸੀਂ ਦੇਖੋ ਜਿਹੜਾ 1960 ਦਾ ਇੱਕ ਪੀਰੀਅਡ ਸੀਗਾ, ਉਹ ਤੋਂ ਪਹਿਲੇ ਆਪਾਂ 1860 ਵਿੱਚ ਚਲੇ ਜਾਈਏ, ਤਕਰੀਬਨ 200 ਸਾਲ ਹੋਣ ਵਾਲੇ ਹੁਣ ਤਾਂ, ਹੈ ਨਾ ਜੀ। ਉਸ ਪੀਰੀਅਡ ਤੋਂ ਦੇਖੀਏ ਤਾਂ ਉਹਨਾਂ ਦੀ ਜਿਹੜੀ ਕਿਸਾਨ ਦੀ ਵੀਟ ਦਾ ਪ੍ਰਾਈਸ ਹੈ ਨਾ, ਉਹ 7 ਗੁਣਾ ਡ੍ਰੌਪ ਕਰ ਗਿਆ। ਓਕੇ, ਤੁਸੀਂ ਮੈਨੂੰ ਇੱਕ ਇੰਡਸਟਰੀ ਦੱਸਿਓ ਦੁਨੀਆ ਦੀ ਜਿਹਦੇ ਵਿੱਚ ਪ੍ਰਾਈਸਿਸ ਡ੍ਰੌਪ ਕੀਤੇ ਹੋਣ। ਸਾਡੇ ਇਕਨੋਮਿਸਟ ਕਹਿੰਦੇ ਇਟ ਇਜ਼ ਕੰਪੀਟੀਟਿਵ। ਲੁੱਕ ਐਟ ਦੈਟ, ਕਾਰਪੋਰੇਟ ਦਾ ਪ੍ਰਾਈਸ ਵੱਧ ਜਾਏ ਕੰਪਨੀਆਂ ਦਾ ਤਾਂ ਕਹਿੰਦੇ ਕਿ ਇਟ ਇਜ਼ ਕੰਪੀਟੀਟਿਵ, ਇਟ ਇਜ਼ ਵੈਲਿਊ ਐਡੀਸ਼ਨ। ਇੱਥੇ ਕਹਿੰਦੇ ਕਿ ਇਹ ਪ੍ਰਾਈਸ ਘਟ ਗਿਆ, ਇਟ ਇਜ਼ ਕੰਪੀਟੀਟਿਵ। ਇਹ ਤੁਸੀਂ ਦੇਖੋ ਜਾਰਗਨ ਕਿਸ ਤਰ੍ਹਾਂ ਲਗਾਏ ਜਾਂਦੇ ਆ। ਯੂਰਪ ਦਾ ਹਾਲ ਇਹ ਹੈ ਕਿ ਜਨਵਰੀ ਔਰ ਫਰਵਰੀ ਦੇ ਵਿੱਚ ਇੰਨਾ ਮੈਸਿਵ ਪ੍ਰੋਟੈਸਟ ਹੋਇਆ 16 ਮੁਲਕਾਂ ਵਿੱਚ, ਉੱਥੇ ਜ਼ਬਰਦਸਤ ਪ੍ਰੋਟੈਸਟ ਹੋਇਆ। ਔਰ ਇਸ ਵਾਰੀ ਐਸੇ ਪ੍ਰੋਟੈਸਟ ਹੋਇਆ ਕਿ ਸਾਡੇ ਦੇਸ਼ ਵਿੱਚ ਹੁੰਦੇ ਤਾਂ ਅਸੀਂ ਉਹਨਾਂ ਨੂੰ ਸੈਡਿਸਟਿਕ ਪਲੇਜਰ ਤਾਂ ਇੱਕ ਕਹਿਣਾ ਸੀਗਾ, ਦੂਜਾ ਇਹ ਕਹਿਣਾ ਸੀਗਾ ਕਿ ਵੀ ਇਹਨਾਂ ਨੂੰ ਤੁਸੀਂ ਪਾਕਿਸਤਾਨ ਭੇਜ ਦਿਓ। ਬਿਲਕੁਲ ਜੀ, ਇੰਨੇ ਜ਼ਬਰਦਸਤ ਸੜਕਾਂ ਉਹਨਾਂ ਨੇ ਮਿੱਟੀ ਨਾਲ ਭਰਤੀਆਂ, ਦਫ਼ਤਰ ਜਿਹੜੇ ਹੈਗੇ ਉਹਦੇ ਉੱਪਰ ਮੈਨਿਓਰ ਛਿੜਕਾਓ ਕੀਤਾ ਹੈਗਾ ਉਹਨਾਂ ਨੇ, ਹੈ ਨਾ ਜੀ। ਸਭ ਕੁਝ ਹੋਇਆ ਉੱਥੇ। ਉਹਨਾਂ ਨੇ ਇਸ ਵਾਰੀ ਇਹ ਨਹੀਂ ਕੀਤਾ ਕਿ ਇੱਕ ਕੋਰੀਡੋਰ ਵਿੱਚ ਚਲੇ ਹੈਗੇ, ਨਹੀਂ, ਉਹਨਾਂ ਨੇ ਰੋਡ ਬਲੌਕ ਕੀਤੇ ਹੈਗੇ ਆ। ਜਰਮਨੀ ਦੇ ਫਾਰਮਰਸ ਨੇ 6-7 ਸ਼ਹਿਰ ਜਿਹੜੇ ਹੈਗੇ ਬਲੌਕ ਕਰਤੇ, ਫਾਈਨਲੀ ਬਰਲਿਨ ਜਾ ਕੇ ਬਲੌਕ ਕਰਤਾ ਉਹਨੇ। ਪ੍ਰੈਜ਼ੀਡੈਂਟ ਨੇ ਫਿਰ ਵੀ ਕਿਹਾ ਕਿ ਫਾਰਮਰਸ ਹੈਵ ਦੀ ਰਾਈਟ ਟੂ ਪ੍ਰੋਟੈਸਟ, ਅਸੀਂ ਉਹਨਾਂ ਨੂੰ ਸੁਣਾਂਗੇ। ਫਰਾਂਸ ਵਿੱਚ ਵੀ ਇਹੀ ਹੋਇਆ। ਮੈਂ ਕਹਿਣਾ ਚਾਹੁੰਦਾ ਕਿ ਵੀ ਉੱਥੇ ਤਾਂ ਸਾਰੀ ਜੋ ਨੋਬਡੀ, ਜਿਸ ਤਰ੍ਹਾਂ ਪੁਲਿਸ ਐਟਰੋਸਿਟੀ ਸਾਡੇ ਕੰਟਰੀ ਵਿੱਚ ਹੁੰਦੀ ਹੈ, ਉੱਥੇ ਬਿਲਕੁਲ ਨਹੀਂ ਹੋਈਆਂ। ਓਕੇ, ਇੱਕ ਗੱਲ ਉਹ, ਲੇਕਿਨ ਉਹ ਕੀ ਮੰਗ ਰਹੇ ਸੀਗੇ? ਉਹ ਵੀ ਇਹੀ ਕਹਿ ਰਹੇ ਸੀ ਕਿ ਸਾਡੀ ਜਿਹੜੀ ਪ੍ਰੋਡਿਊਸ ਹੈਗੀ ਹੈ, ਇੱਕ ਤਾਂ ਉਹਨਾਂ ਦਾ এনवायरमेंटਲ ਇਸ਼ੂ ਸੀਗਾ, ਦੂਸਰਾ ਇਹ ਸੀਗਾ ਸਾਡੀ ਜਿਹੜੀ ਪ੍ਰੋਡਿਊਸ ਹੈ ਉਹਨੂੰ ਦਾਮ ਨਹੀਂ ਮਿਲਦਾ। ਬਲਕਿ ਇੱਕ ਉਹਨਾਂ ਦੀ ਇੱਕ ਵਨ ਆਫ ਦੀ ਬਾਡੀਜ਼, ਕਿਸਾਨਾਂ ਦੀ ਦੋ ਬਾਡੀਜ਼ ਫਰਾਂਸ ਦੀਆਂ, ਉਹ ਪ੍ਰੈਜ਼ੀਡੈਂਟ ਮੈਕਰੋਨ ਨੂੰ 3-4 ਦਿਨ ਪਹਿਲੇ ਮਿਲੇ ਹੈ। ਉਹਨਾਂ 'ਚ ਇੱਕ ਨੇ ਰਿਕਮੈਂਡ ਕੀਤਾ, ਸੁਜੈਸਟ ਕੀਤਾ ਪ੍ਰੈਜ਼ੀਡੈਂਟ ਨੂੰ ਕਿ ਐਗਰੀਕਲਚਰ ਦਾ ਇੱਕ ਕਾਸਟ ਪ੍ਰਾਈਸ ਜਿਹੜਾ ਹੈਗਾ, ਔਰ ਉਹ ਸਾਡੇ MSP ਦੇ ਪ੍ਰਿੰਸੀਪਲ ਨਾਲ ਹੀ ਉਹ ਦੱਸ ਰਹੇ ਕਿਸ ਤਰ੍ਹਾਂ ਹੋਣਾ ਚਾਹੀਦਾ, ਉਹ ਤੋਂ ਥੱਲੇ ਖਰੀਦਣਾ ਹੋਏ। ਇਹ ਵੀ ਤਾਂ ਸਾਡੇ ਕਿਸਾਨ ਇਹੀ ਮੰਗ ਰਹੇ ਜੀ, ਸਾਡੇ ਕਿਸਾਨ ਵੀ ਤਾਂ ਕਹਿ ਰਹੇ ਨੇ ਕਿ MSP ਤੋਂ ਥੱਲੇ ਖਰੀਦਣਾ ਹੋਏ। ਇਹ ਕਿਸਾਨ ਯੂਰਪ ਦੇ ਵੀ ਕਹਿ ਰਹੇ ਹੈਗੇ ਆ। ਫਰਾਂਸ ਦਾ ਇੰਨਾ ਬੁਰਾ ਹਾਲ ਹੈਗਾ ਕਿ 1/3 ਜਿਹੜਾ ਫਾਰਮਿੰਗ ਤਬਕਾ ਹੈਗਾ ਉਹ 300 ਯੂਰੋਸ ਤੇ ਹਰ ਮਹੀਨੇ ਉਹ ਗੁਜ਼ਾਰਾ ਕਰ ਰਿਹਾ ਹੈਗਾ। 300 ਯੂਰੋ ਮਤਲਬ ਹੋਏ 27,000 ਰੁਪਏ 'ਚ ਗੁਜ਼ਾਰਾ ਕਰ ਰਿਹਾ। ਫਰਾਂਸ ਵਿੱਚ ਤੁਹਾਨੂੰ ਸਮਝ ਆ ਜਾਏਗਾ ਕਿ ਕਿੰਨਾ ਉਹਨਾਂ ਦਾ ਕੰਡੀਸ਼ਨ ਮਾੜੀ ਹੈਗੀ ਹੈ। ਮੇਰਾ ਮਤਲਬ ਕਹਿਣ ਦਾ ਕਿ ਦੁਨੀਆ ਵਿੱਚ ਕਿਉਂ ਹੋ ਰਿਹਾ ਹੈਗਾ, ਹਿੰਦੁਸਤਾਨ ਤੁਸੀਂ ਜਾਣਦੇ ਹੀ ਹੋ ਕਿਉਂ ਹੋ ਰਿਹਾ ਹੈਗਾ, ਕਿ ਬਿਕੋਜ਼ ਮਾਰਕੀਟਸ ਹੈਵ ਫੇਲਡ। ਮਾਰਕੀਟਸ ਹੈਵ ਫੇਲਡ। ਸਾਡੇ ਇਕਨੋਮਿਸਟ ਕਿਉਂ ਨਹੀਂ ਉਹਦੇ ਵਿੱਚੋਂ ਨਿਕਲ ਸਕਦੇ? ਮੈਂ ਵੀ ਉਹੀ ਇਕਨੋਮਿਕਸ 101 ਪੜ੍ਹੀ ਸੀਗੀ, 101 ਪੜ੍ਹੀ ਸੀਗੀ, ਕਿਉਂ ਨਹੀਂ ਨਿਕਲ ਸਕਦੇ ਆਪਾਂ? ਥੋੜ੍ਹਾ ਆਸ-ਪਾਸ ਦੇਖੀਏ ਕਿ ਹੋ ਕੀ ਰਿਹਾ। ਲੈਟਸ ਲੁੱਕ ਬਿਯੋਂਡ ਟੈਕਸਟ ਬੁੱਕਸ। ਤਾਂ ਜਿਹੜੇ ਸਾਡੇ ਇਕਨੋਮਿਸਟ ਕਹਿੰਦੇ ਨੇ ਮਾਰਕੀਟਸ ਮੰਤਰਾ ਹੈਗਾ, ਮਾਰਕੀਟਸ ਤਾਂ ਦੁਨੀਆ ਵਿੱਚ ਫੇਲ ਹੋ ਗਏ ਹੈਗੇ। ਨਾਓ ਵੀ ਹੈਵ ਟੂ ਫਾਈਂਡ ਅਨਦਰ ਸੋਲੂਸ਼ਨ ਕਿ ਸਾਡਾ ਕੀ ਹੋਣਾ ਚਾਹੀਦਾ। ਇਸੇ ਕਰਕੇ ਮੇਰਾ ਇਹ ਕਹਿਣਾ ਸੀਗਾ ਸ਼ੁਰੂ ਤੋਂ ਕਿ MSP ਨੂੰ ਕਾਨੂੰਨੀ ਅਧਿਕਾਰ ਬਣਾਓ। ਵੀ ਨੀਡ ਗਾਰੰਟੀਡ ਪ੍ਰਾਈਸਿਸ ਫॉर ਦੀ ਫਾਰਮਰਸ। ਸਰ ਇਹਦਾ ਇੱਕ ਕਾਰਨ ਹੋਰ ਵੀ ਹੈਗਾ ਜੀ। ਆਪਾਂ ਪੈਨ ਲੈਂਦੇ ਹਾਂ, ਮਾਰਕੀਟ 'ਚ ਖਰੀਦ ਜਾਈਏ, ਉਹਦੇ ਉੱਪਰ ਲਿਖਿਆ ਹੁੰਦਾ ਦਾਮ, ਹੈ ਨਾ। ਤੁਸੀਂ ਆਪਣੀ ਐਨਕ ਲੈਣ ਜਾਓ, ਉਹਦੇ ਉੱਪਰ ਲਿਖਿਆ ਹੁੰਦਾ ਦਾਮ। ਤੁਸੀਂ ਘੜੀ ਲੈਣ ਜਾਓਗੇ, ਉਹਦੇ ਇੱਕ ਦਾਮ ਲਿਖਿਆ ਹੋਇਆ ਹੈਗਾ। ਕੋਈ ਦਵਾਈ ਲੈਣ ਜਾਓਗੇ, ਉੱਥੇ ਦਾਮ ਲਿਖਿਆ ਹੈਗਾ। ਮੋਟਰਸਾਈਕਲ ਲੋਗੇ, ਉਹਦੇ ਪਰ ਵੀ ਦਾਮ ਲਿਖਿਆ। ਕਿਆ ਕਾਰਨ ਹੈ ਕਿ ਐਗਰੀਕਲਚਰ ਦੇ ਪ੍ਰੋਡਿਊਸ ਦੇ ਉੱਪਰ ਦਾਮ ਨਹੀਂ ਹੈ? ਸਭ ਦੇ ਉੱਪਰ ਦਾਮ ਹੈਗਾ, ਲੇਕਿਨ ਐਗਰੀਕਲਚਰ ਪ੍ਰੋਡਿਊਸ ਦੇ ਉੱਪਰ ਦਾਮ ਨਹੀਂ ਹੈ। ਇਹ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ, ਇਕਨੋਮਿਕ ਡਿਜ਼ਾਈਨ ਸੋਚੀਏ। ਇਸ ਕਰਕੇ ਹੈ ਕਿ ਬਈ ਇੰਡਸਟਰੀਜ਼ ਕੈਨ ਐਕਸਪਲੋਇਟ ਐਗਰੀਕਲਚਰ, ਕਿਉਂਕਿ ਇਹ ਬੇਸਿਕ ਰॉ ਮਟੀਰੀਅਲ ਨਾ। ਹਾਂਜੀ, ਇੰਡਸਟਰੀ ਦਾ ਬੇਸ ਤਾਂ ਇਹੀ ਹੈ ਨਾ। ਉਹਨੂੰ ਰॉ ਮਟੀਰੀਅਲ ਨੂੰ ਐਕਸਪਲੋਇਟ ਕਰੋ ਤਾਂ ਕਿ ਉਹ ਉਹਨਾਂ ਜਿਹੜਾ ਜਿਹਨੂੰ ਅਸੀਂ ਕਹਿੰਦੇ ਨਾ ਇਕਨੋਮਿਕ ਰਿਫਾਰਮਸ, ਉਹਦੀ ਜਿਹੜੀ ਵਾਇਬਿਲਿਟੀ ਹੈ ਉਹ ਡਿਸਟਰਬ ਨਾ ਹੋਏ ਕਾਰਪੋਰੇਟਸ ਦੀ। ਇਸ ਕਰਕੇ ਅਸੀਂ ਜਿਹੜਾ ਹੈਗਾ ਐਗਰੀਕਲਚਰ ਪ੍ਰੋਡਿਊਸ ਤੇ ਦਾਮ ਨਹੀਂ ਰੱਖੇ। ਮੇਰਾ ਇਹ ਕਹਿਣਾ ਕਿ ਜੇ ਟਮਾਟਰ ਲੋਕੀ ਸਿੱਟਦੇ ਹੈਗੇ ਸੜਕਾਂ ਤੇ, ਆਲੂ ਸਿੱਟਦੇ ਹੈਗੇ, ਜੇ ਟਮਾਟਰ ਵਾਲੇ ਨੂੰ ਪਤਾ ਹੋਏ
ਕਿ ਸਾਹਿਬ ਮੈਨੂੰ 10 ਰੁਪਏ ਮਿਲਨੇ ਹੈਗੇ, ਮੈਂ ਹਾਈਪੋਥੈਟਿਕਲੀ ਕਹਿ ਰਿਹਾ ਹੈਗਾ, ਤਾਂ ਉਹ ਰੋਡ ਤੇ ਸਿੱਟ ਵੀ ਦੇ ਤਾਂ ਵੀ ਸਰਕਾਰ ਨੂੰ ਚਾਹੀਦਾ ਕਿ ਉਹਨੂੰ 10 ਰੁਪਏ ਮਿਲਨੇ ਚਾਹੀਦੇ, ਇਹ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਹੁਣ ਦੇਖੋ ਨਾ ਕਿੰਨੂ ਵਾਲਾ ਕਿਸਾਨ, ਹਾਂਜੀ 5 ਰੁਪਏ ਤੋਂ ਘੱਟ ਉਹਨੇ ਆਪਣਾ ਵੇਚਿਆ ਹੈਗਾ, ਔਰ ਸਾਡੇ ਕੋਲ ਮਾਰਕੀਟ ਵਿੱਚ 50 ਰੁਪਏ ਆ ਰਿਹਾ ਹੈਗਾ, ਹਾਂਜੀ ਉਹ 5 ਦੇ ਵੇਚ ਕੇ 50 ਰੁਪਏ ਆ ਰਹੇ ਹੈ, ਤਾਂ ਤੁਸੀਂ ਕਹਿੰਦੇ ਹੋ ਕਿ ਜੀ ਮਾਰਕੀਟ ਅਗਰ ਜ਼ਿਆਦਾ ਪ੍ਰਾਈਸ ਦੇਵਾਂਗੇ ਕਿਸਾਨਾਂ ਦੇ ਪ੍ਰੋਡਿਊਸ ਨੂੰ ਤਾਂ ਇਨਫਲੇਸ਼ਨ बढ़ जाएगा, वो पहले ही 50 रुपए है ना, वो 1000 गुणा तो पहले ही बढ़िया होया, तो उधर तक किसी का ध्यान ही नहीं हैगा। मैं वो क्योंकि मार्केट्स ਜਿਹੜੇ ਮੰਤਰਾਂ ਦੇ ਉੱਪਰ ਵਿਸ਼ਵਾਸ ਕਰਦੇ ਹੈ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਹੁਣ ਆਪਣੀ ਪੁਰਾਣੀ ਗੱਲ ਨੂੰ ਭੁੱਲ ਜਾਓ ਯਾਰ, ਤੁਸੀਂ ਦੇਖੋ ਕਿ ਦੁਨੀਆ ਕਿਸ ਤਰਫ ਜਾ ਰਹੀ ਹੈ, ਉਹ ਫੇਲ ਹੋ ਗਿਆ ਸਿਸਟਮ ਤਾਂ ਫੇਲ ਹੋ ਗਿਆ ਜੀ, ਤਾਂ ਵਾਈ ਕਾਂਟ ਵੀ ਕ੍ਰੀਏਟ ਅ ਨਿਊ ਸਿਸਟਮ, ਵਾਈ ਡੂ ਵੀ ਹੈਵ ਟੂ ਗਿਵ ਦ ਐਗਜ਼ਾਮਪਲ ਆਫ ਰਸ਼ੀਆ, ਮੈਨੂੰ ਸਮਝ ਨਹੀਂ ਆਉਂਦਾ। ਤੁਸੀਂ ਆਪਣੇ ਹਿੰਦੁਸਤਾਨ ਦਾ ਦੇਖੋ, ਤੁਹਾਡੇ ਕੋਲ ਸੋਲੂਸ਼ਨ ਹੈ, ਤੁਸੀਂ MSP ਨੂੰ ਕਾਨੂੰਨੀ ਅਧਿਕਾਰ ਬਣਾਓ। ਔਰ ਜਦ ਮੈਂ ਪਹਿਲੀ ਵਾਰੀ ਕਿਹਾ ਸੀਗਾ ਅੰਦੋਲਨ ਦੇ ਟਾਈਮ ਤੇ ਮੈਂ ਕਿਹਾ ਸੀ 2 ਮਹੀਨੇ ਬਾਅਦ ਮੈਂ ਇੱਕ ਗੱਲ ਕਹੀ ਸੀਗੀ ਕਿ ਇੱਕ ਚੌਥਾ ਕਾਨੂੰਨ ਚਾਹੀਦਾ ਹੈਗਾ। ਮੈਂ ਕਿਹਾ ਸੀਗਾ ਕਿ 3 ਕਾਨੂੰਨ ਤਾਂ ਜਿਹੜੇ ਕਿਸਾਨ ਲੜ ਰਹੇ ਆ ਉਹ ਠੀਕ ਹੈ, ਚੌਥਾ ਕਾਨੂੰਨ ਸਾਨੂੰ ਚਾਹੀਦਾ ਹੈਗਾ ਜਿਹਦੇ ਵਿੱਚ MSP ਨੂੰ ਕਾਨੂੰਨੀ ਅਧਿਕਾਰ ਬਣਾਤਾ ਜਾਏ ਜੀ। ਮੈਨੂੰ ਕਈ ਲੋਕਾਂ ਨੇ, ਕਿਸਾਨਾਂ ਨੇ ਵੀ ਕਿਹਾ ਕਿ ਸਰ ਤੁਸੀਂ ਸਾਡੇ ਵਾਸਤੇ ਮੁਸੀਬਤ ਖੜੀ ਕਰਤੀ, ਕਿਉਂਕਿ ਆਪਾਂ 3 ਕਾਨੂੰਨ ਵਾਪਸ ਕਰਾਉਣ ਆਏ ਸੀਗੇ, ਤੁਸੀਂ ਚੌਥਾ ਕਾਨੂੰਨ ਦੀ ਗੱਲ ਕਰ ਰਹੇ ਹੋ, ਤਾਂ ਸਾਨੂੰ ਹੁਣ 4 ਵਾਪਸ ਕਰਾਉਣੇ ਪੈਣਗੇ। ਮੈਂ ਕਹਿੰਦੀ ਤੁਸੀਂ ਸਮਝੋ, ਉਹਨੂੰ ਮੈਂ ਸਮਝਾਇਆ ਕਿ ਵੀ ਕਿਉਂ ਇੰਪੋਰਟੈਂਟ ਹੈ ਤੁਹਾਡੇ ਵਾਸਤੇ, 3 ਕਾਨੂੰਨ ਵਾਪਸ ਚਲੇਗਾ, ਤੁਹਾਡੀ ਤਾਂ ਜਿਹੜੀ ਦੁਰਦਸ਼ਾ ਹੈ ਉਹਦੇ ਵਾਸਤੇ ਤਾਂ ਕੋਈ ਸੋਲੂਸ਼ਨ ਨਿਕਲਿਆ ਨਹੀਂ ਨਾ, ਤੁਹਾਡਾ ਸੋਲੂਸ਼ਨ ਇਹੀ ਹੈ। ਉਹਨਾਂ ਨੂੰ ਸਮਝ ਆ ਗਿਆ ਸਭ, ਆਸਤੇ ਆਸਤੇ ਜਿਸ ਤਰ੍ਹਾਂ ਮੈਂ ਬੋਲਦਾ ਗਿਆ ਲਿਖਦਾ ਗਿਆ, ਕਿਸਾਨਾਂ ਨੇ ਵੀ ਉਹ ਡਿਮਾਂਡ ਨੂੰ ਲੈ ਲਿਆ। ਔਰ ਮੈਨੂੰ ਖੁਸ਼ੀ ਅੱਜ ਕਿ ਦੇਸ਼ ਵਿੱਚ ਅੱਜ ਇੱਕ ਸੋਚ ਆ ਗਈ ਹੈ ਕਿ ਵੀ ਸਾਨੂੰ ਕਾਨੂੰਨੀ ਅਧਿਕਾਰ ਚਾਹੀਦਾ ਹੈ, ਔਰ ਜਿਹੜਾ ਹੁਣ ਪ੍ਰੋਟੈਸਟ ਹੋ ਰਿਹਾ ਉਹ ਵੀ ਇਹੀ ਗੱਲ ਕਰ ਰਿਹਾ। ਸੋ ਵੀ ਹੈਵ ਕਮ ਏ ਲੌਂਗ ਵੇ, ਲੇਕਿਨ ਇਹ ਸਮਝਣਾ ਬਹੁਤ ਜ਼ਰੂਰੀ ਹੈ ਸਭ ਕਿ ਉਹਦੇ ਇਲਾਵਾ ਕੋਈ ਚਾਰਾ ਹੈ ਨਹੀਂ ਸਰ। ਸਰ ਇੱਕ ਇਸ ਬਾਰੇ ਜ਼ਰੂਰ ਐਕਸਪਲੇਨ ਕਰੋ ਕਿ ਜਦੋਂ MSP ਦੀ ਗੱਲ ਹੋ ਰਹੀ ਹੈ, ਗਰੰਟਡ MSP ਕਰਨ ਦੀ, ਉਹਦੇ ਵਿਰੋਧ ਦੇ ਵਿੱਚ ਬਹੁਤ ਸਾਰੇ ਮਾਹਰਾਂ ਦੇ ਆਪਣੇ ਵਿਊ ਹੋਣਗੇ, ਪਰ ਇੱਕ ਇਹ ਚੱਲ ਰਿਹਾ ਵੀ MSP ਪੋਸੀਬਲ ਨਹੀਂ ਹੈ, ਉਹਦੇ ਵਿੱਚ C2 ਵਾਲਾ ਫਾਰਮੂਲਾ ਪੋਸੀਬਲ ਨਹੀਂ ਹੈ, ਉਹਦੇ ਵਿੱਚ ਬਹੁਤਾ ਜਿਹੜਾ ਕੇਂਦਰਿਤ ਹੋਣਾ ਚਾਹੀਦਾ MIS 'ਤੇ ਹੋਣਾ ਚਾਹੀਦਾ ਕਿ ਇੱਕ ਮਿਨੀਮਮ ਇਨਕਮ ਸਪੋਰਟ ਹੋਵੇ, ਅਤੇ ਉਸ ਦੇ ਵਿੱਚ ਜਿਵੇਂ ਸਰਦਾਰ ਸਿੰਘ ਜੌਹਲ ਹੋਣਾ ਦੀ ਆਪਾਂ ਜ਼ਿਕਰ ਕੀਤਾ, ਉਹਨਾਂ ਸਬਸਿਡਾਈਜ਼ ਦੇ ਉੱਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਜਦੋਂ ਆਪਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਜਿਹੜੇ ਬਹੁਤ ਸਾਰੇ ਅਜਿਹੇ ਟੌਪਿਕਸ ਨੂੰ ਡਿਸਕਸ ਕਰ ਰਹੇ ਹਾਂ, ਉਹਨਾਂ ਦਾ ਵੀ ਇਹ ਹੈ। ਥੋੜ੍ਹਾ ਜਿਹਾ ਇਸ ਬਾਰੇ ਜ਼ਰੂਰ ਸੌਖੇ ਸ਼ਬਦਾਂ 'ਚ ਦੱਸੋ ਸਰ। ਇਹ ਵੀ ਬੜਾ ਇੰਟਰਸਟਿੰਗ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਬਈ ਇਨਕਮ ਸਪੋਰਟ ਮਿਲਣੀ ਚਾਹੀਦੀ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਕੋਈ 15 ਸਾਲ ਪਹਿਲੇ ਮੈਂ ਜਦ ਪਹਿਲੀ ਵਾਰੀ ਕਿਹਾ ਕਿ ਹਿੰਦੁਸਤਾਨ ਦੇ ਕਿਸਾਨ ਨੂੰ ਡਾਇਰੈਕਟ ਇਨਕਮ ਸਪੋਰਟ ਮਿਲਣੀ ਚਾਹੀਦੀ ਹੈ, ਠੀਕ ਹੈ ਤੁਸੀਂ ਮੈਨੂੰ ਕਹੋਗੇ ਕਿ ਮੈਨੂੰ ਤੁਸੀਂ ਬਲੇਮ ਕਰ ਸਕਦੇ ਹੋ ਕਿ ਮੈਂ ਸ਼ੁਰੂਆਤ ਕੀਤੀ ਸੀਗੀ, ਪਰ ਜਦ ਮੈਂ ਕਿਹਾ ਤਾਂ ਮੇਰੇ ਉੱਪਰ ਇੱਕ ਬੈਕਲੈਸ਼ ਆਇਆ। ਉਹਨਾਂ ਨੇ ਕਿਹਾ ਦੇਖੋ ਜੀ ਇਸ ਆਦਮੀ ਨੂੰ ਇਕਨੋਮਿਕਸ ਨਹੀਂ ਆਉਂਦੀ ਹੈਗੀ ਹੈ, ਇਹਨੇ ਮਾਰਕੀਟ ਇਕਨੋਮੀ ਦੇ ਟਾਈਮ ਵਿੱਚ ਹਾਊ ਕੈਨ ਯੂ ਆਸਕ ਫॉर ਕਿ ਉੱਥੋਂ ਟ੍ਰਾਂਸਫਰ ਹੋਏ ਫੈਡਰਲ ਚੈੱਕ ਤੋਂ, ਫੈਡਰਲ ਜਿਹੜਾ ਆਪਣੀ ਉਹ ਹੈ ਜਿੱਥੇ ਪੈਸਾ ਹੁੰਦਾ ਸਾਰੀ ਜਿਸ ਤਰ੍ਹਾਂ ਗੋਲਕ ਕਹਿ ਲਈ ਆਪਾਂ, ਉੱਥੋਂ ਪੈਸਾ ਟ੍ਰਾਂਸਫਰ ਕਰਨਾ ਕਿਸਾਨ ਨੂੰ, ਇਹ ਮਾਰਕੀਟ ਇਕਨੋਮੀ 'ਚ ਨਹੀਂ ਹੋ ਸਕਦਾ। ਮੈਂ ਉਸ ਆਰਗੂਮੈਂਟ ਨੂੰ ਵੀ ਸੁਣਿਆ, ਮੇਰੇ ਉੱਪਰ ਕਈਆਂ ਲੋਕਾਂ ਨੇ ਆਰਟੀਕਲ ਵੀ ਲਿਖੇ ਕਿ ਇਸ ਭਾਈ ਸਾਹਿਬ ਨੂੰ ਇਕਨੋਮਿਕਸ ਨਹੀਂ ਆਉਂਦੀ ਹੈਗੀ ਹੈ, ਉਹ ਸਭ ਕੁਝ ਹੋਇਆ। ਪਰ ਮੈਨੂੰ ਇੱਕ ਸਮਝ ਆ ਰਿਹਾ ਸੀਗਾ ਕਿ ਵੈਸੇ ਸਾਰੀ ਇੰਡਸਟਰੀ ਜਿਹੜੀ ਹੈਗੀ ਹੈ ਹਿੰਦੁਸਤਾਨ ਦੀ ਜਾਂ ਦੁਨੀਆ ਦੀ ਵੀ, ਉਸ ਡਾਇਰੈਕਟ ਇਨਕਮ ਸਪੋਰਟ ਨੂੰ ਦੂਸਰਾ ਨਾਂ ਦੇ ਦਿਓ, ਉਹ ਸਾਰੀ ਸਪੋਰਟ 'ਤੇ ਖੜੀ ਹੈ। ਠੀਕ ਹੈ, ਮੇਰਾ ਕਹਿਣਾ ਕਿ ਜੇ ਉਹ ਸਪੋਰਟ ਤੇ ਖੜੀ ਹੋ ਸਕਦੀ ਹੈ ਤਾਂ ਕਿਸਾਨ ਕਿਉਂ ਨਹੀਂ ਖੜਾ ਹੋ ਸਕਦਾ ਹੈ? ਡਾਇਰੈਕਟ ਇਨਕਮ ਸਪੋਰਟ ਉਹਨੂੰ ਚਾਹੀਦੀ ਹੈ ਤਾਂ ਕਿ ਜਿੰਨਾ ਅਸੀਂ ਘਾਟਾ ਕੀਤਾ ਹੈ ਉਹਦੀ ਭਰਪਾਈ ਹੋ ਪਾਏ, ਠੀਕ ਹੈ ਨਾ। ਤਾਂ ਮੈਂ ਕਹਿੰਦਾ ਗਿਆ, ਫਿਰ ਲੋਕੀ ਵੀ ਜੁੜਦੇ ਗਏ ਆਸਤੇ ਆਸਤੇ, ਔਰ ਇਹ ਰਿਜ਼ਲਟ ਇਹ ਹੋਇਆ ਕਿ ਜਦ 2019 ਦੀ ਇਲੈਕਸ਼ਨ ਹੋਣੀ ਸੀਗੀ, ਉਹ ਤੋਂ ਪਹਿਲੇ ਮੈਨੂੰ ਜੇਤਲੀ ਸਾਹਿਬ ਦਾ ਗੱਲ ਹੋਈ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਅਸੀਂ ਤੁਹਾਡਾ ਜਿਹੜਾ ਵਿਚਾਰ ਹੈ ਸਮਝਣਾ ਚਾਹੁੰਦੇ ਹਾਂ, ਤਾਂ ਅਸੀਂ ਗੱਲਬਾਤ ਕੀਤੀ। ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਹਿਸਾਬ ਨਾਲ ਕਿੰਨਾ ਦੇਣਾ ਚਾਹੀਦਾ ਡਾਇਰੈਕਟ ਇਨਕਮ ਸਪੋਰਟ? ਮੈਂ ਉਹਨਾਂ ਨੂੰ ਕਿਹਾ ਸੀਗਾ ਕਿ 5000 ਰੁਪਏ ਹਰ ਮਹੀਨੇ ਦੇਣਾ ਚਾਹੀਦਾ। ਤਾਂ ਉਹੀ ਗੱਲ ਜਿਹੜੀ ਹੁੰਦੀ ਕਿ ਪੈਸਾ ਕਿੱਥੋਂ ਆਏਗਾ, ਉਹ ਸਾਰੀ ਗੱਲਾਂ ਅਲਟੀਮੇਟਲੀ ਉਹਨਾਂ ਨੇ 500 ਰੁਪਏ ਦਿੱਤੇ। ਮੈਂ ਤੁਹਾਨੂੰ ਔਰ 6000 ਰੁਪਏ ਜਿਹੜੇ ਸਾਲ ਦੇ PM ਕਿਸਾਨ ਨਿਧੀ ਦੇ ਤਹਿਤ ਮਿਲਦੇ ਹੈਗੇ, ਮੈਂ 2000 ਕਰਕੇ, ਹਾਂਜੀ 2 ਕੁਆਟਰਸ ਵਿੱਚ ਕਰਕੇ ਕੁਆਟਰਲੀ ਦਿੱਤਾ। ਮੇਰਾ ਇਹ ਕਹਿਣਾ ਹੈ ਕਿ ਜਦ ਮੈਂ ਕਹਿੰਦਾ ਸੀਗਾ ਤਾਂ ਮੈਨੂੰ ਇਕਨੋਮਿਸਟ ਕਹਿੰਦੇ ਸੀਗੇ ਕਿ ਇਹਨੂੰ ਇਕਨੋਮਿਕਸ ਨਹੀਂ ਆਉਂਦੀ। ਅੱਜ ਉਹ ਜਦੋਂ ਹੋ ਗਿਆ ਤਾਂ ਜਿਹੜੇ ਇਕਨੋਮਿਸਟ ਮੈਨੂੰ ਕਹਿੰਦੇ ਸੀਗੇ ਉਹੀ ਕਹਿਣ ਲੱਗ ਪਏ ਕਿ ਇਟਸ ਅ ਮਾਸਟਰ ਸਟ੍ਰੋਕ। ਸੋ ਸਮਝ ਆਓ ਕਿ ਇਕਨੋਮਿਕਸ ਕਿਸ ਤਰ੍ਹਾਂ ਆਪਰੇਟ ਕਰਦੀ ਹੈ ਨਾ ਜੀ। ਚਲੋ ਕੋਈ ਗੱਲ ਨਹੀਂ, ਅੱਜ ਉਹੀ ਇਕਨੋਮਿਸਟ ਲਿਖ ਰਹੇ ਕਿ ਸਭ MIS ਤੋਂ ਕਿਹਾ ਇਨਕਮ ਸਪੋਰਟ ਰਸਤਾ ਹੈਗਾ, MSP ਨਹੀਂ। ਹੁਣ ਜਦ ਮੈਂ ਕਹਿ ਰਿਹਾ ਕਿ MSP ਨੂੰ ਕਾਨੂੰਨੀ ਅਧਿਕਾਰ ਬਣਾ ਦਿਓ ਤਾਂ ਕਹਿੰਦੇ ਕਿ ਇਨਕਮ ਸਪੋਰਟ ਹੋਣੀ ਚਾਹੀਦੀ ਹੈਗੀ ਹੈ। ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸ਼ਾਇਦ ਮੇਰਾ ਕਿਤੇ ਉਹਨਾਂ ਨਾਲ ਉਹ ਹੋਏਗਾ, ਕੋਈ ਗ੍ਰਹਿ ਨਹੀਂ ਮਿਲਦੇ ਹੋਣਗੇ, ਲੇਕਿਨ ਜਦ ਅਸੀਂ ਕਹਿੰਦੇ ਸੀਗੇ ਤਾਂ ਤੁਸੀਂ ਕਹਿੰਦੇ ਸੀ ਇਨਕਮ ਨਹੀਂ ਮਿਲਣੀ ਚਾਹੀਦੀ ਹੈਗੀ ਹੈ, ਮਾਰਕੀਟ 'ਤੇ ਡਿਪੈਂਡੈਂਟ ਹੋਣਾ ਚਾਹੀਦਾ। ਹੁਣ ਜਦ ਅਸੀਂ ਕਹਿ ਰਹੇ ਹਾਂ ਕਿ ਇਹਨੂੰ ਕਾਨੂੰਨੀ ਅਧਿਕਾਰ ਬਣਾ ਦਿਓ MSP ਨੂੰ, ਤਾਂ ਇਹ ਕਹਿੰਦੇ ਕਿ ਸਾਹਿਬ ਤੁਸੀਂ ਹੁਣ ਇਨਕਮ ਸਪੋਰਟ ਦਿਓ ਕਿਸਾਨਾਂ ਨੂੰ। ਮੇਰਾ ਮਤਲਬ ਕਹਿੰਦਾ ਕਿ ਕਲੈਰਿਟੀ ਨਹੀਂ ਹੈ। ਹੋਣਾ ਕੀ ਚਾਹੀਦਾ ਸਰ?
ਅੱਜ ਦੇਸ਼ ਦੇ ਕਿਸਾਨਾਂ ਦੀ ਇਨਕਮ ਦੇਖ ਲਈਏ ਪਹਿਲੇ। ਮੈਂ ਬਹੁਤ ਜਗ੍ਹਾ ਕਿਹਾ ਹੈਗਾ ਕਿ 2016 ਦਾ ਜਿਹੜਾ ਇਕਨੋਮਿਕ ਸਰਵੇ ਹੈ, ਜਦ ਕਿਸਾਨ ਨੂੰ ਕਿਹਾ ਗਿਆ ਸੀਗਾ ਕਿ ਤੁਹਾਡੀ ਇਨਕਮ ਡਬਲ ਕਰ ਦੇਵਾਂਗੇ, ਉਸ ਟਾਈਮ ਦੀ ਗੱਲ ਹੈ, ਉਹਦਾ ਇਕਨੋਮਿਕ ਸਰਵੇ ਜਿਹੜਾ ਹੈਗਾ ਉਹ ਕਹਿੰਦਾ ਕਿ ਹਿੰਦੁਸਤਾਨ ਦੇ 17 ਡਿਸਟ੍ਰਿਕਟਸ ਵਿੱਚ, ਡਿਸਟ੍ਰਿਕਟ ਨਹੀਂ ਸਟੇਟਸ ਵਿੱਚ, 17 ਸਟੇਟਸ ਵਿੱਚ, ਮਤਲਬ ਅੱਧਾ ਦੇਸ਼ ਹੋ ਗਿਆ, ਅੱਧੇ ਦੇਸ਼ ਵਿੱਚ ਉਹਨਾਂ ਦਾ ਕਹਿਣਾ ਕਿਸਾਨ ਪਰਿਵਾਰ ਦੀ ਔਸਤਨ ਆਏ 20,000 ਰੁਪਏ ਸਾਲ ਦੀ ਹੈ ਜੀ। ਇਹਦਾ ਮਤਲਬ 1700 ਰੁਪਏ ਮਹੀਨੇ 'ਚ ਕਿਸਾਨ ਪਰਿਵਾਰ ਗੁਜ਼ਾਰਾ ਕਰਦਾ ਹੈ ਸਾਹਿਬ। ਮੈਂ ਕਈ ਜਗ੍ਹਾ ਕਹਿੰਦਾ ਹੁੰਦਾ ਕਿ 1700 ਰੁਪਏ 'ਚ ਮੈਂ ਗਾਂ ਨਹੀਂ ਪਾਲ ਸਕਦਾ। ਬਿਲਕੁਲ ਹਾਂਜੀ। ਇਸ ਇੱਕ ਸੋਚੋ ਕਦੀ ਕਿ ਕਿਸ ਤਰ੍ਹਾਂ ਪਰਿਵਾਰ ਅੱਧੇ ਦੇਸ਼ ਵਿੱਚ ਗੁਜ਼ਾਰਾ ਕਰਦਾ ਹੋਏਗਾ। ਫਿਰ ਤੁਸੀਂ ਦੇਖੋ ਉਹਦੇ ਬਾਅਦ ਲੇਟੈਸਟ ਇੱਕ ਸਟੱਡੀ ਆਈ ਹੈਗੀ ਸਾਰੇ ਦੇਸ਼ ਦੀ, ਉਹ ਇਹ ਕਹਿੰਦਾ ਹੈਗਾ ਕਿ ਬਈ ਸਿਚੁਏਸ਼ਨਲ ਅਸੈਸਮੈਂਟ ਸਰਵੇ ਫॉर ਐਗਰੀਕਲਚਰ ਹਾਊਸਹੋਲਡ ਜਿਹੜਾ 2021 ਵਿੱਚ ਪੇਸ਼ ਹੋਇਆ, ਉਹ ਕਹਿੰਦਾ ਹੈ ਕਿ ਬਈ ਕਿਸਾਨ ਪਰਿਵਾਰ ਦੀ ਹਾਊਸਹੋਲਡ ਦੀ, ਐਗਰੀਕਲਚਰ ਹਾਊਸਹੋਲਡ ਦੀ ਜਿਹੜੀ ਐਵਰੇਜ ਇਨਕਮ ਹੈ 10,218 ਹੈ। ਠੀਕ ਹੈ। ਉਹਨਾਂ ਨੇ ਐਵਰੇਜ ਕਿਹਾ ਹਾਊਸਹੋਲਡ ਦੀ। ਇਹ ਹੋ ਸਕਦਾ ਕਿ ਇੱਕ ਮੁੰਡਾ ਫੈਮਿਲੀ ਦਾ ਮਨਰੇਗਾ ਕਰ ਰਿਹਾ ਹੈਗਾ ਜਾਂ ਇੱਕ ਆਪਣਾ ਦੁਕਾਨ ਕਰ ਰਿਹਾ, ਇਸ ਤਰ੍ਹਾਂ ਹੋਏਗਾ। ਲੇਕਿਨ ਖੇਤੀ 'ਚੋਂ ਅਗਰ ਦੇਖਿਆ ਜਾਏ, ਸਿਰਫ ਖੇਤੀ 'ਚੋਂ ਨਾਨ ਫਾਰਮ ਐਕਟੀਵਿਟੀ ਛੱਡ ਦਈਏ ਤਾਂ 27 ਰੁਪਏ ਪ੍ਰਤੀ ਦਿਨ ਇਨਕਮ ਹੈ ਜੀ ਕਿਸਾਨ ਦੀ। ਜੀ। ਮੈਨੂੰ ਲੱਗਦਾ ਕਿ ਸਾਡੇ ਦੇਸ਼ ਦਾ ਜਿਹੜਾ ਆਪਣਾ ਸਰ ਹੈ ਉਹ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਕਿ ਅਗਰ ਤੁਹਾਡੇ ਦੇਸ਼ ਨੂੰ ਜਿਹੜੇ ਕਿਸਾਨਾਂ ਨੇ ਫੀਡ ਕੀਤਾ ਔਰ ਜਿਹੜਾ ਇਸ ਲੈਵਲ ਤੇ ਲੈ ਕੇ ਆ ਗਿਆ ਹੈਗਾ ਅੱਜ ਕਿ ਅਸੀਂ ਫੂਡ ਸਿਕਿਉਰ ਹਾਂ, ਦੁਨੀਆ ਨੂੰ ਅਸੀਂ ਅੱਖਾਂ ਵੀ ਦਿਖਾ ਸਕਦੇ ਹਾਂ। ਜਦ ਤੁਸੀਂ ਫੂਡ ਸਿਕਿਉਰ ਹੋ ਤੁਸੀਂ ਅੱਖਾਂ ਵੀ ਦਿਖਾ ਸਕਦੇ ਹੋ। ਉਹ ਪੋਜੀਸ਼ਨ ਤੇ ਲਿਆਏ ਹੈਗੇ, ਉਹਨਾਂ ਦੀ ਇਨਕਮ 27 ਰੁਪਏ ਪਰ ਡੇ। ਕਿਤੇ ਗੱਲ ਹੀ ਨਹੀਂ ਹੁੰਦੀ ਸਰ, ਹੈ ਨਾ, ਕਿਤੇ ਗੱਲ ਹੀ ਨਹੀਂ। 7ਵਾਂ ਵੇਤਨ ਆਏਗਾ ਇੰਪਲੋਈਜ਼ ਵਾਸਤੇ ਆਏਗਾ। ਕਾਰਪੋਰੇਟ ਨੂੰ ਅਸੀਂ ਜਿੰਨੇ ਲੋਨ ਦੇਣੇ ਹੈ, ਮਾਫੀ ਕਰਨੀ ਹੈ, ਉਹ ਅਸੀਂ ਖੁੱਲ੍ਹੇਆਮ ਕਰਦੇ ਹਾਂ, ਕੋਈ ਕੋਈ ਦਿੱਕਤ ਨਹੀਂ ਹੈਗੀ ਸਾਡੀ, ਹੈ ਨਾ। ਲੇਕਿਨ ਕਿਸਾਨ ਨੂੰ 1 ਰੁਪਇਆ ਵੀ ਦੇਣਾ ਹੋਏ ਤਾਂ ਹਾਹਾਕਾਰ ਮਚ ਜਾਂਦਾ ਹੈ ਦੇਸ਼ ਵਿੱਚ ਕਿ ਸਭ ਪੈਸਾ ਕਿੱਥੋਂ ਆਏਗਾ। ਮੇਰਾ ਮਕਸਦ ਇਹ ਸੀਗਾ ਸਰ, ਜਦ ਮੈਂ ਆਪਣਾ ਇੱਕ ਫੋਕਸ ਕਰਦਾ ਹੈਗਾ ਨਾ ਸਾਰੇ ਇਸ਼ੂਜ਼ 'ਤੇ, ਕਿ ਬਈ ਲੋਕਾਂ ਨੂੰ ਪਤਾ ਚੱਲੇ, ਲੋਕੀ ਸਮਝਣ। ਇਹ ਜਦ ਮੈਂ ਪਹਿਲੇ ਕਾਰਪੋਰੇਟ ਵਰਸਸ ਐਗਰੀਕਲਚਰ ਸ਼ੁਰੂ ਕੀਤਾ ਬੋਲਣਾ, ਤਾਂ ਮੈਨੂੰ ਯਾਦ ਹੈ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸਰ ਸਾਨੂੰ ਹੁਣ ਸਮਝ ਆਇਆ ਕਿ ਇਹ ਹੋ ਕੀ ਰਿਹਾ ਹੈਗਾ, ਕਿ ਕਿਸਾਨਾਂ ਨੂੰ ਕਿਉਂ ਅਣਦੇਖਾ ਕੀਤਾ ਜਾਂਦਾ ਹੈ, ਕਾਰਪੋਰੇਟਸ ਨੂੰ ਅਸੀਂ ਕਿਉਂ ਇੰਨੀ ਬੜੀ ਛੂਟ ਦਿੰਦੇ ਹੈਗੇ ਆ। ਇਹ ਮਾਰਕੀਟ ਰਿਫਾਰਮਸ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਬੜਾਵਾ ਦਿੰਦੇ ਹੋ ਤੁਸੀਂ। ਤਾਂ ਮਤਲਬ ਕਹਿਣ ਦਾ ਮਤਲਬ ਕਿ ਤੁਸੀਂ ਦੇਖੋ ਨਾ, 15 ਲੱਖ ਕਰੋੜ ਰੁਪਏ ਆਪਾਂ ਪਿਛਲੇ 10 ਸਾਲਾਂ ਵਿੱਚ ਕਾਰਪੋਰੇਟ ਦਾ ਤਕਰੀਬਨ 15 ਲੱਖ ਕਰੋੜ ਰੁਪਏ ਮਾਫ ਕਰ ਚੁੱਕੇ ਹੈਗਾ। ਹਾਂਜੀ। ਕਿਸਾਨਾਂ ਨੂੰ ਅਗਰ MSP ਕਾਨੂੰਨੀ ਅਧਿਕਾਰ ਮੰਗਦੇ ਤਾਂ ਕਹਿੰਦੇ 10 ਲੱਖ ਕਰੋੜ ਰੁਪਏ ਦਾ ਖਰਚਾ ਆਏਗਾ, ਇਹ ਬੋਲਿਆ ਜਾਂਦਾ। ਉਹ ਪ੍ਰੋਪੇਗੈਂਡਾ ਹੈ, ਸਾਨੂੰ ਪਤਾ ਹੈ ਕਿ ਗਲਤ ਹੈ। ਤੁਸੀਂ ਦੇਖੋ ਨਾ ਕਿਸਾਨਾਂ ਨੂੰ, ਮੇਰਾ ਆਪਣਾ ਐਨਾਲਿਸਿਸ ਜਿਹੜਾ ਕਹਿੰਦਾ ਹੈਗਾ, ਔਰ ਮੇਰੇ ਨਾਲ ਇਸ ਤਰ੍ਹਾਂ 2-3-4 ਇਕੋਨੋਮਿਸਟ ਦੇਸ਼ ਦੇ ਹੈਗੇ ਜਿਹੜੇ ਇਹ ਐਸਟੀਮੇਟ ਕਰਦੇ ਕਿ ਤਕਰੀਬਨ 1.5 ਲੱਖ ਕਰੋੜ ਤੋਂ ਜ਼ਿਆਦਾ ਨਹੀਂ ਆ ਸਕਦਾ ਖਰਚਾ ਜੇ ਅਸੀਂ ਸਾਰੀ ਫਸਲਾਂ ਤੇ MSP ਨੂੰ ਕਾਨੂੰਨੀ ਅਧਿਕਾਰ ਬਣਾ ਦਈਏ। ਮੇਰਾ ਕਹਿਣ ਦਾ ਮਤਲਬ ਇਹੀ, ਕਾਨੂੰਨੀ ਅਧਿਕਾਰ ਦਾ ਮਤਲਬ ਇਹ ਨਹੀਂ ਕਿ ਸਰਕਾਰ ਪ੍ਰੋਕਿਓਰ ਕਰੇ ਨਾ, ਸਰਕਾਰ ਨਹੀਂ ਖਰੀਦੇਗੀ। ਤੁਸੀਂ ਉਹਦੇ ਬੈਂਚਮਾਰਕ ਜਿਹੜਾ ਬਣ ਗਿਆ MSP, ਉਹਦੇ ਥੱਲੇ ਨਹੀਂ ਤੁਸੀਂ ਖਰੀਦੋਗੇ। ਚਾਹੇ ਪ੍ਰਾਈਵੇਟ ਟ੍ਰੇਡ ਹੋ, ਚਾਹੇ ਆੜਤੀਆ। ਫਿਰ ਡਰਾਇਆ ਜਾਂਦਾ ਹੈ ਜੀ ਆੜਤੀਆ ਨਹੀਂ ਖਰੀਦੇਗਾ। ਕੋਈ ਗੱਲ ਨਹੀਂ, ਸਾਡੇ ਹਿੰਦੁਸਤਾਨ 'ਚ ਕਮੀ ਥੋੜ੍ਹੀ ਹੈ ਇੰਪਲੋਇਮੈਂਟ ਵਾਸਤੇ, ਨਹੀਂ ਖਰੀਦੇਗਾ, ਬਾਹਰ ਨਿਕਲਣ। ਕਿਉਂਕਿ ਹੁਣੇ ਹੈ ਨਾ ਕਿ ਸਰ ਦੇਖੋ, ਹੁਣ ਪੰਜਾਬ ਵਿੱਚ ਅਗਰ ਅਸੀਂ ਕਹਿ ਦਈਏ ਕਿ ਸਸਤਾ ਕਰਨਾ ਹੈ, ਉਹ ਬਾਹਰੋਂ ਲਿਆਂਦਾ, ਜਾਂ ਮਹਿੰਗਾ ਕਰਨਾ ਹੈ ਕੋਈ ਚੀਜ਼ ਤਾਂ ਬਾਹਰੋਂ ਲਿਆਏਗਾ ਉਹ। ਜਦ ਸਾਰੇ ਹਿੰਦੁਸਤਾਨ 'ਚ ਹੋ ਜਾਏਗਾ ਫਿਰ ਕੀ ਚੋਇਸ ਹੈ ਉਹਦੇ ਕੋਲ? ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਹ ਬਲੈਕਮੇਲ ਕਰਨਗੇ, ਸਾਹਿਬ ਸਾਡਾ ਰੁਕ ਦੇਗਾ ਤਾਂ ਮੰਡੀਆਂ ਬਲੌਕ ਹੋ ਜਾਣਗੀਆਂ। ਤਾਂ ਅਸੀਂ ਦੇਖਿਆ ਬੜੇ ਅੰਦੋਲਨ ਵੀ ਸਰਕਾਰ ਅਗਰ ਚਾਹੇ ਦ੍ਰਿੜ ਹੋਏ ਤਾਂ ਉਹ ਫੇਲ ਹੁੰਦੇ ਹੈਗੇ ਨਾ, ਜਿੱਥੇ ਲੋਕਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹ ਕਰ ਦੇਵਾਂਗੇ, ਉਹ ਕਰ ਦੇਵਾਂਗੇ। ਇੱਥੇ ਵੀ ਇਹ ਹੋ ਸਕਦਾ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਮੇਨ ਚੀਜ਼ ਇਹ ਗੱਲ ਹੈ ਕਿ ਪੰਜਾਬ ਦਾ ਇਕੱਲੇ ਦਾ ਨਹੀਂ, ਦੇਸ਼ ਦਾ 70% ਪਾਪੂਲੇਸ਼ਨ, ਬਹੁਤ ਸਾਰੇ ਲੋਕੀ ਮੰਨਦੇ ਆ ਪਿੰਡ ਵਿੱਚ ਜਿਹੜੇ ਹੈਗੇ ਆ ਉਹ ਐਗਰੀਕਲਚਰ ਨਾਲ ਜੁੜੇ ਹੋਏ ਆ, ਪਰ ਅਸੀਂ 50% ਤਾਂ ਮੰਨ ਕੇ ਚੱਲੀਏ ਨਾ, ਜਿਹੜਾ ਅਸੀਂ GDP ਦੇ ਨਾਲ ਉਹਦਾ ਅੰਕਲਨ ਕਰਦੇ ਹਾਂ ਉਹਦਾ ਮਤਲਬ 50%, ਇਹਦਾ ਮਤਲਬ 70 ਕਰੋੜ ਲੋਕੀ ਖੇਤੀ ਨਾਲ ਜੁੜੇ ਹੋਏ ਆ ਸਭ। ਜਦ ਉਹਨਾਂ ਦੀ ਇਨਕਮ बढ़ेगी ਤਾਂ ਦੇਸ਼ ਦੀ ਇਨਕਮ ਨਹੀਂ बढ़ती। ਬਿਲਕੁਲ। ਇਹ ਕਿਹਾ ਜਾਂਦਾ ਕਿ 10 ਲੱਖ ਕਰੋੜ ਰੁਪਏ ਇਕਨੋਮੀ ध्वस्त ਹੋ ਜਾਏਗੀ। ਇਹ ਸਾਰੀ ਗੱਲਾਂ ਤੁਸੀਂ ਜੋ ਕਹਿ ਰਹੇ ਸੀਗੇ ਉਹ ਗੱਲਾਂ ਕੀਤੀ ਜਾ ਰਹੀਆਂ, ਪਰ ਮੇਰਾ ਮੰਨਣਾ ਹੈ ਕਾਮਨ ਸੈਂਸ, ਮੈਂ ਹਰ ਜਗ੍ਹਾ ਕਹਿਣਾ ਕਿ ਕਾਮਨ ਸੈਂਸ ਔਰ ਇਕਨੋਮਿਕ ਸੈਂਸ ਵਿੱਚ ਕੋਈ ਕਨਵਰਜੈਂਸ ਨਹੀਂ ਹੈ। ਜੇ ਇਹ ਕਨਵਰਜੈਂਸ ਹੁੰਦੀ ਨਾ, ਜਾਂ ਇਕਨੋਮਿਕ ਸੈਂਸ ਵੀ ਕਾਮਨ ਸੈਂਸ ਦੇ ਹਿਸਾਬ ਨਾਲ ਚੱਲਦੀ, ਤਾਂ ਅੱਜ ਦੁਨੀਆ ਦਾ ਸ਼ਕਲ ਕੁਝ ਹੋਰ ਹੋਣੀ ਸੀਗੀ। ਮੈਨੂੰ ਯਾਦ ਹੈ ਵਰਗੀਜ਼ ਕੁਰੀਅਨ ਸਾਹਿਬ ਕਹਿੰਦੇ ਸੀਗੇ, ਜਿਹੜੇ ਮਿਲਕ ਰੈਵੋਲੂਸ਼ਨ ਦੇ ਕਰਤਾ ਦਰਤਾ ਹੈ, ਉਹਨਾਂ ਨੇ ਕਿਹਾ ਸੀਗਾ ਕਿ ਬਈ ਇੱਕ ਕਮਿਊਨਿਟੀ ਅਗਰ ਦੇਸ਼ ਤੋਂ ਜਿਸਨੇ ਦੁਨੀਆ 'ਚੋਂ ਮਿਟ ਜਾਏ ਤਾਂ ਦੁਨੀਆ ਬਹੁਤ ਅੱਛੀ ਹੋ ਜਾਏਗੀ। ਇਕੋਨੋਮਿਸਟ ਉਹ ਚਲੋ ਉਹਨਾਂ ਨੇ ਕਿਹਾ ਸੀਗਾ, ਹਾਂਜੀ, ਪਰ ਤੁਹਾਨੂੰ ਮੈਂ ਦੱਸ ਰਿਹਾ ਉਹ ਵੀ ਗੁੱਸੇ 'ਚ ਕਿਹਾ ਹੋਏਗਾ ਉਹਨਾਂ ਨੇ ਆ ਕੇ। ਪਰ ਦੀ ਪੁਆਇੰਟ ਆਈ ਥਿੰਕ ਆਈ ਐਮ ਮੇਕਿੰਗ ਇਸ ਕਿ ਤੁਸੀਂ ਸਮਝੋ ਕਿ ਅੱਜ ਕੀ ਦੇਸ਼ ਦੀ ਸਿਚੁਏਸ਼ਨ ਹੈਗੀ ਹੈ। ਮੈਂ ਇਸ ਕਰਕੇ ਕਹਿ ਰਿਹਾ ਸੀਗਾ, ਜੇ ਮੈਂ ਤੁਹਾਨੂੰ ਕਿਹਾ ਕਨਵਰਜੈਂਸ ਨਹੀਂ ਹੈ, ਤੁਸੀਂ ਦੇਖੋ ਜੀ ਕਾਮਨ ਸੈਂਸ ਕਹਿੰਦੀ ਹੈ, ਮੈਨੂੰ ਲੱਗਦਾ ਹਰ ਇੱਕ ਆਦਮੀ ਸਮਝਦਾ ਇਸ ਗੱਲ ਨੂੰ ਕਿ ਕਿਸਾਨ 50% ਹੈਗੇ, ਮਤਲਬ ਦੇਸ਼ ਦੇ ਪਰਿਵਾਰ ਨੂੰ ਮਿਲਾ ਲਈਏ ਤਾਂ 50% ਹੋ ਗਏ ਜੀ। ਜਦ ਆਪਾਂ 7ਵਾਂ ਵੇਤਨ ਆਯੋਗ ਲੈ ਕੇ ਆਏ ਸੀਗੇ ਤਾਂ ਉਹ 5% ਇੰਪਲੋਈਜ਼ ਨੂੰ ਮਿਲਦਾ,
ਸਰਕਾਰੀ ਮੁਲਾਜ਼ਮ 5% ਹੀ ਹੋਣਗੇ ਦੇਸ਼ ਦੇ, ਉਹਨਾਂ ਨੂੰ ਤੁਸੀਂ ਇਨਕਮ ਇਨਕਰੀਜ਼ ਦਿੱਤੀ ਹੈਗੀ ਹੈ। ਉਹਨਾਂ ਦੇ ਬਾਅਦ ਉਹ ਇੱਕ ਕ੍ਰੈਡਿਟ ਸੁਇਸ ਜਿਹੜੀ ਹੈਗੀ ਹੈ ਬੋਡੀ, ਉਹਨਾਂ ਨੇ ਕਿਹਾ ਸੀਗਾ ਕਿ ਜਦ ਸਾਰੇ ਦੇਸ਼ ਵਿੱਚ ਫੈਲ ਜਾਏਗਾ ਤਾਂ ਟੋਟਲ ਬਰਡਨ ਸਾਲ ਦਾ 4.5 ਲੱਖ ਕਰੋੜ ਰੁਪਏ ਹੋਏਗਾ ਜੀ। ਕਦੀ ਕਿਸ ਨੇ ਬੋਲਿਆ ਕਿ ਪੈਸਾ ਕਿੱਥੋਂ ਆਏਗਾ? ਬਿਲਕੁਲ ਹਾਂਜੀ, एवरीवन वाज कंफर्टेबल। इंडस्ट्री ने किया कि इट विल एक्ट एज ए बूस्टर डोज फॉर द इकोनॉमी, क्योंकि ये लोग ਜਿਹੜਾ ਜ਼ਿਆਦਾ ਪੈਸਾ ਮਿਲਿਆ ਹੈਗਾ, ਇਨਕਮ ਬੜੀ ਹੈ, ਉਹ ਇੱਕ ਮਾਰਕੀਟ ਵਿੱਚ ਖਰਚਣਗੇ ਨਾ। ਬਿਲਕੁਲ, ਤਾਂ ਬਾਜ਼ਾਰ ਦੇ ਜ਼ਿਆਦਾ ਉਹਦੇ ਡਿਮਾਂਡ ਆਏਗੀ, ਡਿਮਾਂਡ ਕ੍ਰੀਏਟ ਹੋਏਗੀ ਤਾਂ ਇਕਨੋਮਿਕ ਵੀਲਸ ਡਿਵੈਲਪਮੈਂਟ ਦੇ ਦੌੜਦੇ ਹੈਗੇ, ਤਾਂ ਉਹਨਾਂ ਨੇ ਕਹਿਣਾ ਸੀ ਇਟ ਵਿਲ ਐਕਟ ਐਜ਼ ए ਬੂਸਟਰ ਡੋਜ਼ ਫॉर द ਇਕਨੋਮੀ। ਸਰ ਮੇਰਾ ਕਹਿਣਾ ਹੈ ਕਿ ਜੇ ਤੁਸੀਂ ਕਿਸਾਨਾਂ ਨੂੰ ਜ਼ਿਆਦਾ ਇਨਕਮ ਦਿਓਗੇ ਬਾਈ ਵੇ ਆਫ ਕਿ ਐਮਐਸਪੀ ਨੂੰ ਕਾਨੂੰਨੀ ਅਧਿਕਾਰ ਬਣਾ ਦਿਓ, ਤਾਂ ਉਹ ਜਿਹੜਾ ਪੈਸਾ ਹੈਗਾ 50% ਕੋਲ ਜਿਹੜਾ ਆਏਗਾ, ਉਹ ਪਿਛਲੀ ਵਾਰੀ 5% ਦੀ ਮੈਂ ਗੱਲ ਕਰ ਰਿਹਾ ਸੀ 7ਵੇਂ ਵੇਤਨ ਆਯੋਗ 'ਚ, ਹੁਣ 50% ਦੀ ਗੱਲ ਆਪਾਂ ਕਰ ਰਹੇ ਹਾਂ ਨਾ। 50% ਕੋਲ ਜ਼ਿਆਦਾ ਪੈਸੇ ਆਏਗਾ, ਪਰਚੇਸਿੰਗ ਪਾਵਰ ਵਧੇਗੀ, ਉਹ ਵੀ ਤਾਂ ਮਾਰਕੀਟ 'ਚ ਲੈ ਕੇ ਖਰੀਦਣ ਆਉਣਗੇ ਨਾ। ਬਿਲਕੁਲ, ਤੁਸੀਂ ਦੇਖੋ ਕਿੰਨੀ ਡਿਮਾਂਡ, ਮੈਸਿਵ ਡਿਮਾਂਡ ਕ੍ਰੀਏਟ ਹੋਏਗੀ। ਤਾਂ ਸਿੰਪਲ ਚੀਜ਼ ਹੈ ਕਿ ਸਾਡੀ ਜੀਡੀਪੀ ਉਹ ਤਾਂ ਦੌੜੇਗੀ। ਮੇਰਾ ਮੰਨਣਾ ਹੈ ਕਿ ਸਭ ਤੁਸੀਂ ਇੱਕ ਐਮਐਸਪੀ ਕਾਨੂੰਨੀ ਅਧਿਕਾਰ ਬਣਾ ਦਿਓ ਸਵਾਮੀਨਾਥਨ ਕਮਿਸ਼ਨ ਨੂੰ ਅਡਾਪਟ ਕਰਕੇ, ਤੁਹਾਡੀ ਜੀਡੀਪੀ ਪਹਿਲੀ ਵਾਰ ਵਿੱਚ ਹੀ ਡਬਲ ਡਿਜਿਟ 'ਚ ਆ ਜਾਏਗੀ ਜੀ। ਸਾਡੀ ਇਕਨੋਮੀ ਸਾਨੂੰ ਡਰਾ ਰਹੇ। ਬਿਲਕੁਲ ਉਹੀ ਹੈ ਨਾ, ਕਨਵਰਜੈਂਸ ਨਹੀਂ ਹੈ, ਕਾਮਨ ਸੈਂਸ ਔਰ ਇਕਨੋਮਿਕ ਸੈਂਸ ਦਾ। ਜਿਹੜਾ ਇਸ ਵਾਰ ਦਾ ਪ੍ਰੋਟੈਸਟ ਹੈ ਉਸ ਦੇ ਵਿੱਚ ਇੱਕ ਹੋਰ ਗੱਲ ਬਹੁਤ ਪੁਖਤਾ ਤੌਰ ਦੇ ਉੱਤੇ ਉਹਨਾਂ ਨੇ ਇਹ ਚੁੱਕੀ ਹੈ ਕਿ ਜਿਹੜਾ ਕਿਸਾਨਾਂ ਦਾ ਕਰਜ਼ਾ ਆ, ਮਤਲਬ ਬੀਜੇਪੀ ਸਰਕਾਰ ਦਾ ਦਾਅਵਾ ਕਰਦੀ ਸੀ ਕਿ ਅਸੀਂ ਡਬਲ ਇਨਕਮ ਕਰ ਦਾਂਗੇ। ਹਾਲਾਂਕਿ ਉਸ ਦੇ ਵਿੱਚ ਵੀ ਇੱਕ ਚੀਜ਼ ਹਾਸੋਹੀਣੀ ਸੀ ਜੋ ਮੈਂ ਦੇਖ ਰਿਹਾ ਸੀ ਕਿ ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ, ਇਸ ਦੇ ਵਿੱਚ ਬੀਜੇਪੀ ਨੇ ਜੋ ਸਟੇਟ ਇਲੈਕਸ਼ਨ ਦੇ ਵਿੱਚ ਇਹ ਵਾਅਦਾ ਕੀਤਾ ਕਿ ਅਸੀਂ ਇਹ C2+50% ਦੇ ਹਿਸਾਬ ਦੇ ਨਾਲ ਹੀ ਉਹਨਾਂ ਨੂੰ ਦੇਵਾਂਗੇ। ਰਾਜਸਥਾਨ ਦੇ ਅੰਦਰ ਉਹੀ ਉਹਨਾਂ ਨੇ ਕਣਕ ਨੂੰ ਦਿੱਤਾ ਆ। ਯਾਨੀ ਕਿ ਇੱਕ ਡਬਲ ਸਟੈਂਡਰਡ ਤਾਂ ਚੱਲ ਰਿਹਾ ਵੀ ਵਾਅਦਿਆਂ ਦੇ ਵਿੱਚ ਉਹ ਕਹਿੰਦੇ ਨੇ 2014 'ਚ ਉਹਨਾਂ ਨੇ ਇਲੈਕਸ਼ਨ 'ਚ ਡਬਲ ਇਨਕਮ ਦਾ ਵਾਅਦਾ ਕੀਤਾ, ਅਤੇ ਹੁਣ ਜਦੋਂ ਕਿਸਾਨ ਮੰਗ ਕਰਦੇ ਤਾਂ ਕਹਿੰਦੇ ਪੋਸੀਬਲ ਹੀ ਨਹੀਂ ਹੈ। ਇਸੇ ਦੇ ਵਿੱਚ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਸੀ, ਉਸ ਦੇ ਵਿੱਚ ਦੋ ਗੱਲਾਂ ਇਹ ਵੀ ਆਈਆਂ, ਕਹਿੰਦੇ ਕਿ 28% GST ਦੇ ਨਾਲ ਅਸੀਂ ਐਗਰੀਕਲਚਰ ਪ੍ਰੋਡਕਟ ਖਰੀਦਦੇ ਹਾਂ, ਵੀ ਇਹ ਜਿਹੜਾ ਸਾਡੇ 'ਤੇ ਬੋਝ ਹੈ ਇਸ ਦੇ ਬਾਰੇ ਤਾਂ ਉਹ ਕੋਈ ਵੀ ਐਡਰੈਸ ਨਹੀਂ ਹੋਣਾ ਚਾਹੁੰਦਾ। ਦੂਸਰਾ, ਜਿਹੜੇ ਵਪਾਰੀ ਨੇ ਉਹ ਦੂਜਿਆਂ ਸੂਬਿਆਂ ਦੇ ਵਿੱਚੋਂ ਲਿਆ ਕੇ ਕਣਕ ਇੱਥੇ ਆਪਣਾ ਜੋ ਵੀ ਫਸਲ ਹੈ ਇੱਥੇ ਵੇਚਦੇ ਨੇ, ਇਸ ਚੋਰੀ ਨੂੰ ਕੋਈ ਐਡਰੈਸ ਨਹੀਂ ਹੋਣਾ ਚਾਹੁੰਦਾ। ਇਹ ਇੱਕ ਮਸਲਾ ਹੈਗਾ। ਇਸ ਦੇ ਵਿੱਚ ਕਰਜ਼ੇ ਬਾਰੇ ਤੁਸੀਂ ਸਵਾਮੀਨਾਥਨ ਹੁਣਾਂ ਦੀ ਗੱਲ ਕੀਤੀ ਹੈ, ਉਹਨਾਂ ਨੇ ਇੱਕ ਬੜਾ ਸਖਤ ਸ਼ਬਦ ਵਰਤਿਆ ਸੀ ਕਿ ਜਦੋਂ ਕਿਸਾਨ ਨੂੰ ਕਰਜ਼ਾ ਦਿੱਤਾ ਜਾਂਦਾ ਉਹਦੇ 'ਤੇ ਬਲਾਈਂਡ ਇੰਟਰਸਟ ਲਗਾਏ, ਮਤਲਬ ਬਲਾਈਂਡ ਇੰਟਰਸਟ, ਅਤੇ ਉਸ ਦੀ ਇੱਕ ਮੰਗ ਹੈ ਕਿ ਕਰਜ਼ਾ ਮਾਫੀ। ਮਤਲਬ ਇਹ ਜਿਹੜੀ ਪੋਜੀਸ਼ਨ ਹੈ, ਇਸ ਪੋਜੀਸ਼ਨ ਨੂੰ ਸਰਕਾਰ ਕਿਵੇਂ ਐਡਰੈਸ ਕਰਦੀ ਹੈ ਜਾਂ ਉਹਦੇ ਆਰਗੂਮੈਂਟ ਕੀ ਹੁੰਦੇ? ਪਹਿਲੀ ਜਿਹੜੀ ਗੱਲ ਸੀ ਕਿ ਤੁਸੀਂ ਕਿਹਾ ਕਿ ਬਈ ਜਦ ਇਹ ਬੋਲਿਆ ਜਾਂਦਾ ਹੈਗਾ ਕਰਜ਼ਾ ਔਰ ਇਹਦੀ ਸਾਰੀ ਗੱਲ ਆਪਾਂ ਕਰਦੇ ਹੈਗੇ ਆ, ਉਹ ਕੁਛ ਲੋਕੀ ਮਤਲਬ ਜਿਹੜਾ ਇੱਕ ਆਰਗੂਮੈਂਟ ਬਣਾ ਦਿੰਦੇ ਆ ਕਿ ਸਾਹਿਬ ਇਹ ਪੋਸੀਬਲ ਨਹੀਂ ਹੈ, ਇਹ ਨੂੰ ਉਹ ਕਰਨਾ, ਛੂਟ ਦੇਣਾ ਹੈ, ਪੋਸੀਬਲ ਨਹੀਂ ਹੈਗਾ। ਉਹ ਸਰ ਉਹੀ ਇਕਨੋਮਿਕ ਸੋਚ ਹੈ। ਮੈਨੂੰ ਲੱਗਦਾ ਕਿ ਜਿਹੜੀ ਸਰਕਾਰਾਂ ਕਰ ਰਹੀਆਂ ਨਾ, ਬਾਕੀ ਸਟੇਟ ਗਵਰਨਮੈਂਟਸ ਕਿ C2+50 ਕਿਹਾ, ਜਿਹੜਾ 3132 ਰੁਪਏ ਉਹਨਾਂ ਨੇ ਉੱਥੇ ਅਨਾਊਂਸ ਕੀਤਾ ਪੈਡੀ ਦੇ ਉੱਪਰ, ਮੱਧ ਪ੍ਰਦੇਸ਼ ਔਰ ਛੱਤੀਸਗੜ੍ਹ ਵਿੱਚ ਦੋਨੋਂ ਪਾਰਟੀਆਂ ਨੇ ਕੀਤਾ, ਉਹ ਜਿਹੜਾ ਹੈਗਾ ਉਹ C2+60 ਬਣਦਾ ਹੈ। ਓਕੇ ਹਾਂਜੀ, C2+60 ਉਹ ਉੱਥੇ ਅਨਾਊਂਸ ਕਰਕੇ ਆਈਆਂ ਹੈਗੀਆਂ, ਉਹਨਾਂ ਨੇ ਇਹ ਨਹੀਂ ਪਤਾ ਕਿ C2+60 ਹੋਏਗਾ, ਉਹਨਾਂ ਨੇ ਅਨਾਊਂਸ ਕਰਤਾ। ਇੱਥੇ ਜਿਹੜੇ ਸਾਡੇ ਸੈਂਟਰ ਵਿੱਚੋਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੀ ਇਹ ਸਰਕਾਰ ਕਹਿੰਦੀ ਨਹੀਂ ਇਹ ਨਹੀਂ ਹੋ ਸਕਦਾ, ਉਹ ਸਰ ਇਸ ਕਰਕੇ ਕਿ ਜਿਹੜੇ ਸਾਡੇ ਮੇਨਲਾਈਨ ਇਕੋਨੋਮਿਸਟ ਹੈ ਨਾ, ਉਹ ਨਹੀਂ ਹੋਣ ਦਿੰਦੇ। ਮੈਂ ਤੁਹਾਡੀ ਗੱਲ ਵਿੱਚ ਰੋਕ ਰਿਹਾ ਵਾਂ। ਇੱਕ ਚੀਜ਼ ਹੋਰ ਜੋ ਮੈਨੂੰ ਮਹਿਸੂਸ ਹੋਈ, ਜਿਹੜੇ 10 ਲੱਖ ਦਾ ਬੋਝ ਆਏਗਾ, ਇਹ ਬੋਝ ਹੋਏਗਾ, ਜਿਵੇਂ ਫਾਰ ਐਗਜ਼ਾਮਪਲ ਮੈਂ ਕੁਛ ਪੜ੍ਹ ਰਿਹਾ, ਜਿਵੇਂ ਤੁਹਾਡਾ ਮੈਂ ਪੜ੍ਹਿਆ ਜਦੋਂ ਕੱਲ੍ਹ ਮੀਟਿੰਗ ਹੋਈ ਅਤੇ ਉਸ ਦੇ ਵਿੱਚ ਉਹਨਾਂ ਕਿਹਾ ਕਿ ਅਸੀਂ 5 ਫਸਲਾਂ ਦੇ ਉੱਤੇ 5 ਸਾਲ ਦੇ ਲਈ ਨੈਫਟ ਦੇ ਥਰੂ ਅਸੀਂ ਇਸ ਤਰ੍ਹਾਂ ਕਰਾਂਗੇ, ਅਤੇ ਤੁਸੀਂ ਉਸ ਦੇ ਵਿੱਚ ਕਿਹਾ ਕਿ ਇੱਕ ਤਰ੍ਹਾਂ ਦਾ ਪ੍ਰਧਾਨ ਮੰਤਰੀ ਅੰਨਦਾਤਾ ਜਿਹੜਾ ਸੰਰਕਸ਼ਣ ਅਭਿਆਨ ਹੈਗਾ ਆ, PM ਆਸ਼ਾ, ਵੀ ਉਹਦੀ ਐਕਸਟੈਂਸ਼ਨ ਹੀ ਹੈ। ਸੋ ਕੁੱਲ ਮਿਲਾ ਕੇ ਐਗਜ਼ਾਮਪਲ ਦੇਣ ਦਾ ਇਹ ਆ ਵੀ ਪਤਾ ਤਾਂ ਲੱਗ ਰਿਹਾ ਨੇ ਕਿ ਦਵਿੰਦਰ ਸ਼ਰਮਾ ਨੇ ਕਿਹਾ, ਪਰ ਜਿਹੜਾ 10 ਲੱਖ ਦਾ ਬੋਝ ਹੈ ਉਹ ਜਦੋਂ ਉਹਦਾ ਆਪਾਂ ਸਰਚ ਕਰਨ ਨਿਕਲਦੇ ਹਾਂ, ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਹੁੰਦਾ ਵੀ ਉਹ ਕਿਹੜੇ ਇਕੋਨਮਿਸਟ ਨੇ ਜਾਂ ਕਿਸ ਨੇ ਕਿਹਾ ਆ। ਉਹ ਅਸੀਂ ਵੀ ਲੱਭ ਰਹੇ ਹਾਲ ਤੱਕ ਸਰ, ਸਾਨੂੰ ਪਤਾ ਚੱਲ ਜਾਏਗਾ ਤਾਂ ਮੈਂ ਵੀ ਤੁਹਾਨੂੰ ਦੱਸ ਦੇਵਾਂਗਾ, ਜਾਂ ਤੁਹਾਨੂੰ ਪਤਾ ਚੱਲੇ ਤਾਂ ਮੈਂ ਦੱਸ ਦੇਣਾ। ਉਹ ਮਤਲਬ ਇੱਕ ਅਨਸਾਈਨਡ ਨੋਟ ਜੋ ਸਰਕਾਰੀ WhatsApp 'ਤੇ ਆਉਂਦਾ ਜਿਹੜਾ ਮੀਡੀਆ ਨੂੰ, ਉਹਦਾ ਇੱਕ ਉਹ ਹੈਗਾ ਕਿ ਬਈ ਮੀਡੀਆ ਫਿਰ ਉਹਨੂੰ ਹੀ ਚਲਾਉਂਦਾ ਹੈ, ਉਹ ਹਾਂਜੀ ਕੋਈ ਸਵਾਲ ਪਿੱਛੇ ਬਗੈਰ ਹੀ ਚਲਾਉਂਦਾ ਹੈਗਾ। ਸੋ ਆਪਾਂ ਸਭ ਜਾਣਦੇ ਹੈਗੇ ਹਾਂ। ਲੇਕਿਨ ਤੁਸੀਂ ਦੇਖੋ ਨਾ, ਕ੍ਰਿਸਿਲ ਇੱਕ ਰੇਟਿੰਗ ਏਜੰਸੀ ਹੈ,
ਕ੍ਰਿਸਿਲ ਆਫਟਰ ਆਲ ਜਿਹੜੀ ਸਾਡੀ ਸਰਕਾਰਾਂ ਚੱਲਦੀਆਂ ਉਹ ਕ੍ਰਿਸਿਲ ਦੀ ਔਰ ਬਾਕੀ ਰੇਟਿੰਗ ਏਜੰਸੀ ਦਾ ਜਿੰਨਾ ਪ੍ਰੈਸ਼ਰ ਹੁੰਦਾ ਉਹਦੇ ਨਾਲ ਚੱਲਦੀਆਂ ਜੀ। ਉਹਦੇ ਇਨਫਲੂਐਂਸ ਥੱਲੇ ਆਪਾਂ ਦੇਖਦੇ ਹਾਂ ਪਾਲਿਸੀਜ਼ ਇਖਤਿਆਰ ਹੁੰਦੀਆਂ ਜੋ ਵੀ ਹੈ। ਕ੍ਰਿਸਿਲ ਕਹਿੰਦੀ ਹੈ ਕਿ ਜੇ ਤੁਸੀਂ MSP ਕਾਨੂੰਨੀ ਅਧਿਕਾਰ ਬਣਾ ਦਿੰਦੇ ਹੋ ਔਰ ਤੁਸੀਂ ਜਿਹੜਾ ਇੱਕ ਗੈਪ ਹੈ MSP ਔਰ ਜਿਹੜਾ ਪ੍ਰਾਈਸ ਮਾਰਕੀਟ ਦੇ ਰਹੀ ਹੈ ਉਹਦੇ ਵਿੱਚ ਗੈਪ ਹੈ ਨਾ, ਤਾਂ ਜੇ MSP ਜ਼ਿਆਦਾ ਮਿਲੇਗਾ ਤਾਂ ਉਹ ਗੈਪ ਹੈਗਾ। ਉਹ ਕਹਿੰਦੇ ਕਿ ਉਸ ਗੈਪ ਨੂੰ ਪੂਰਾ ਕਰਨ ਵਾਸਤੇ ਟੋਟਲ ਖਰਚਾ ਜਿਹੜਾ ਹੈਗਾ ਪਿਛਲਾ ਜਿਹੜਾ 22-23 ਦਾ 2022 ਔਰ 23 ਦਾ ਜਿਹੜਾ ਇੱਕ ਮਾਰਕੀਟਿੰਗ ਈਅਰ ਹੈਗਾ ਉਹਦਾ ਉਹਨਾਂ ਨੇ 21,000 ਕਰੋੜ ਰੁਪਇਆ ਐਸਟੀਮੇਟ ਕੀਤਾ। ਓਕੇ। ਔਰ ਉਹ ਕਹਿੰਦੇ ਕਿ ਇਸ ਸਾਲ ਅਗਰ ਆਪਾਂ ਉਸੇ ਤਰੀਕੇ ਨਾਲ ਚੱਲੀਏ ਤਾਂ 20,000 ਕਰੋੜ ਰੁਪਏ ਦਾ ਤੁਹਾਡਾ ਐਡੀਸ਼ਨਲ ਖਰਚਾ ਹੋਏਗਾ। ਸਰ 20,000 ਕਰੋੜ ਵਾਸਤੇ ਅਸੀਂ ਇੰਨਾ ਉਹ ਕਵਰ ਅਪ ਕਰਨ ਵਾਸਤੇ ਕਿ ਬਈ ਉਹਨੂੰ ਇੱਕ 10 ਲੱਖ ਕਰੋੜ ਦੱਸੋ, ਕਦੀ ਪਹਿਲੇ 17 ਲੱਖ ਕਰੋੜ ਕਹਿੰਦੇ ਸੀ ਆਪਾਂ, ਹਾਂਜੀ। ਲੇਕਿਨ ਮੈਂ ਤਾਂ ਕਹਿੰਦਾ ਕਿ ਚਲੋ ਤੁਸੀਂ ਮੇਰੀ ਗੱਲ ਨਾ ਮੰਨੋ, ਸਾਡੇ ਇਕਨੋਮਿਸਟ ਸਾਥੀਆਂ ਦੀ ਵੀ ਗੱਲ ਨਾ ਮੰਨੋ, ਪਰ ਤੁਸੀਂ ਕ੍ਰਿਸਲ ਦੀ ਗੱਲ ਤਾਂ ਨਹੀਂ ਤੁਸੀਂ ਇਗਨੋਰ ਕਰ ਸਕਦੇ। ਕਿਉਂ ਨਹੀਂ ਆਪਾਂ ਬੈਠ ਕੇ ਕਿਸੇ ਲੋਕੀ 50,000 ਕਹਿੰਦੇ, ਕੁਝ ਮੇਰੇ ਵਰਗੇ 1.5 ਲੱਖ ਕਹਿੰਦੇ ਹੈਗੇ, ਕੁਝ 21,000 20,000 ਕਹਿ ਰਹੇ, ਤਾਂ ਆਪਾਂ ਬੈਠ ਕੇ ਤਾਂ ਐਗਰੀ ਕਰ ਸਕਦੇ ਹਾਂ ਕਿ ਕਿਹੜੀ ਅਸਲੀ ਫਿਗਰ ਹੋਏਗੀ। ਤਾਂ ਜਦ ਤੁਸੀਂ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਜੀ ਇੰਡਸਟਰੀ ਵਾਸਤੇ ਤੁਸੀਂ ਅਨਾਉਂਸ ਕਰਦੇ ਹੋ 1,97,000 ਕਰੋੜ ਦਾ, ਅੱਜ ਤੱਕ ਤੁਸੀਂ 1,07,000 ਕਰੋੜ ਰੁਪਏ ਉਹਦੇ ਵਿੱਚ ਆਬੰਟਨ ਕੀਤਾ ਹੈ। ਔਰ ਉਹ ਵੀ ਮੈਂ ਮੰਨਦਾ ਕਿ ਚਲੋ ਇੰਡਸਟਰੀ ਨੂੰ ਵੀ ਜ਼ਰੂਰਤ ਹੋਏਗੀ, ਲੇਕਿਨ ਹਾਲਾਂਕਿ ਮੰਨਦੇ ਹਾਂ ਅਸੀਂ ਕਿ ਵੀ ਸਭ ਤੋਂ ਜ਼ਿਆਦਾ ਜ਼ਰੂਰਤ ਜਿਹੜੀ ਹੈਗੀ ਹੈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਉਹ ਐਗਰੀਕਲਚਰ 'ਚ ਹੈ। ਹੁਣ ਤੁਸੀਂ ਕਿੰਨੂ ਦੀ ਗੱਲ ਕੀਤੀ ਸੀਗੀ, ਜਿਹੜਾ ਕਿੰਨੂ ਦੇ ਫਾਰਮਰ ਦਾ 5 ਰੁਪਏ ਤੋਂ ਜਾਂ ਜਿਨ੍ਹਾਂ ਨੇ ਬਾਗ ਆਪਣੇ ਉਜਾੜਤੇ, ਉਹ ਕਿਸਾਨ ਨੂੰ ਕਿਆ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਨਹੀਂ ਮਿਲਣਾ ਚਾਹੀਦਾ? क्या कारण है कि सिर्फ इंडस्ट्री में मिलता है, एग्रीकल्चर नहीं मिलता है? मेरा कहना है कि देखो 1,37,000 जो इन्होंने पहले एलोकेट किया सीगा, जिहदे च 1,07,000 का उपयोग हो गया, चलो ठीक है हो गया। जिहड़ा 90,000 करोड़ बच गया वो तुसी एग्रीकल्चर नूं दिओ, MSP कानूनी अधिकार बना दिओ, तुहाडे कोल पैसा तो है। सो तुसी मतलब वो ऐसी जगह ते लगा रहे हो जिथे जरूरत नहीं है, तुसी इत्थे लगाओ ना एग्रीकल्चर विच। क्यों नहीं? क्योंकि साडी सोच विच नहीं है। ਅਸੀਂ सोचते हैं कि एग्रीकल्चर भगवान भरोसे, ਅਸੀਂ ਐਗਰੀਕਲਚਰ ਨੂੰ ਭਗਵਾਨ ਭਰੋਸੇ ਛੱਡਿਆ ਹੋਇਆ। ਔਰ ਇਹ ਮੈਂ ਹੀ ਨਹੀਂ ਕਹਿ ਰਿਹਾ, ਇੱਕ OECD ਜਿਹੜੀ ਹੈਗੀ ਉਹ ਸੰਸਥਾ, ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ, ਜਿਹੜਾ ਕਿ ਦੁਨੀਆ ਦਾ ਰਿਚੈਸਟ ਟ੍ਰੇਡਿੰਗ ਬਲੌਕ ਹੈ, ਉਹ ਕਹਿ ਰਿਹਾ। ਉਹ ਕਹਿੰਦਾ ਕਿ ਸਨ 2000 ਤੋਂ ਪਹਿਲਾਂ ਤਾਂ ਰਿਪੋਰਟ ਉਹਨਾਂ ਦੀ ਹੁੰਦੀ ਸੀ, ਉਹ ਕਹਿ ਰਿਹਾ ਕਿ 2000 ਤੋਂ ਲੈ ਕੇ ਅੱਜ ਤੱਕ ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਅਮੰਗ ਦੀ ਮੇਜਰ ਇਕੋਨਮੀਜ਼, ਹਾਂਜੀ ਉਹਨਾਂ ਨੇ 54 ਇਕੋਨਮੀਜ਼ ਨੂੰ ਸਟੱਡੀ ਕੀਤਾ, ਅਮੰਗ ਦੀ ਮੇਜਰ ਇਕੋਨਮੀਜ਼ ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਜਿਹਦੇ ਵਿੱਚ ਕਿਸਾਨ ਜਿਹੜਾ ਹੈਗਾ ਸਨ 2000 ਤੋਂ ਲੈ ਕੇ ਅੱਜ ਤੱਕ ਘਾਟੇ ਦੀ ਖੇਤੀ ਕਰਦਾ ਆ ਰਿਹਾ। ਹੁਣ ਜਿਹੜੇ ਅਸੀਂ ਕਹਿੰਦੇ ਨਾ ਕਿ ਸਾਡੀ ਸਰਕਾਰ ਨੇ ਇਹ ਦਿੱਤਾ, ਇਹ ਸਕੀਮ ਲੈ ਕੇ ਇਹਦੇ ਵਿੱਚ ਇਹ ਕੀਤਾ ਜੋ ਵੀ ਕਰਨੇ ਅਸੀਂ, ਉਹ ਅਸੀਂ ਕਹਿੰਦੇ ਬਹੁਤ ਸਪੋਰਟ ਕਰਤੀ ਐਗਰੀਕਲਚਰ ਨੂੰ। ਕੁਝ ਸਾਡੇ ਜਿਹੜੇ ਸੋਸ਼ਲ ਮੀਡੀਆ ਤੇ ਲੋਕੀ ਕਹਿੰਦੇ ਕਿ ਐਗਰੀਕਲਚਰ ਨੂੰ ਇੰਨਾ ਸਬਸਿਡਾਈਜ਼ ਕੀਤਾ ਹੈਗਾ, ਸਾਰੀ ਗੱਲ। ਉਹ ਤਾਂ OECD ਜਿਹੜਾ ਰਿਚੈਸਟ ਟ੍ਰੇਡਿੰਗ ਬਲੌਕ ਹੈ ਦੁਨੀਆ ਦਾ, ਉਹ ਕਹਿ ਰਿਹਾ ਕਿ ਵੀ ਕਿਸਾਨ ਘਾਟੇ ਦੀ ਖੇਤੀ ਕਰਦਾ ਆ ਰਿਹਾ ਹੈਗਾ ਸਨ 2000 ਤੋਂ। ਕਿਆ ਸਾਨੂੰ ਉਹਨੂੰ ਐਕਸੈਪਟ ਨਹੀਂ ਕਰਨਾ ਚਾਹੀਦਾ? ਕਿਉਂ ਅਸੀਂ, ਜਾਂ ਤੁਹਾਨੂੰ ਲੱਗਦਾ ਕਿ ਗਲਤ ਡਾਟਾ ਦੇ ਰਿਹਾ, ਤੁਸੀਂ ਉਹਨਾਂ ਨੂੰ ਕੁਐਸਚਨ ਕਰੋ। ਆਫਟਰ ਆਲ ਸਾਰੀ ਦੁਨੀਆ ਨੂੰ ਤਾਂ ਉਹ ਚਲਾ ਰਹੇ ਹੈਗੇ, ਤੁਸੀਂ ਉਹਨਾਂ ਦੀ ਸਟੱਡੀ ਕਹਿ ਰਹੀ ਹੈ। ਫਿਰ ਦੇਖੋ ਇੰਟਰਸਟਿੰਗ ਹੈ ਨਾ, ਸਾਡੇ ਇਕੋਨਮਿਸਟ ਕਦੀ ਬੋਲਦੇ ਇਸ ਗੱਲ ਨੂੰ? ਹਾਂਜੀ, ਤੁਸੀਂ ਮੈਨੂੰ ਦੱਸੋ, ਇੱਕ ਸਟੱਡੀ ਕਹਿੰਦੀ ਹੈ ਕਿ ਇਹੀ OECD ਦੀ ਅਲੱਗ ਇੱਕ ਪੁਰਾਣੀ ਸਟੱਡੀ ਸੀ, ਕਹਿੰਦੀ ਕਿ 2000 ਔਰ 2016 ਦੇ ਵਿੱਚ 16 ਸਾਲ ਹੋ ਗਏ, ਹਿੰਦੁਸਤਾਨ ਦੇ ਕਿਸਾਨ ਨੂੰ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਜੀ। ਤੁਸੀਂ ਕਦੇ ਦੇਖਿਆ ਕਿ ਪਾਰਲੀਮੈਂਟ ਵਿੱਚ ਕਿਸ ਨੇ ਸਵਾਲ ਕੀਤਾ ਹੋਇਆ? किसी स्टेट असैम्बली ने ऊपर चर्चा की हो, किसी यूनिवर्सिटी ने इस ऊपर गल की हो, किसी मीडिया ने की हो साहब? हाँ जी, अगर 5 लाख करोड़ रुपए कितने कॉरपोरेट का कितने लॉस हो गया होंदा, सब ने हाहाकार करना सीगा, देखो जी पॉलिसी पैरालिसिस हो रहा, इकनॉमिक स्टिमुलस चाहिए हैगा, सारी गल्लां होनी सी ना। क्या कारण है कि आप एग्रीकल्चर में एक तरह का एक स्टैप ब्रदर जिन्होंने कहते हैं ना, मुझे स्टैप मदरली ट्रीटमेंट आप ट्रीट करते हैं? क्यों इस तरह करते हैं? ਜਿਹਦੇ ਵਿੱਚ 50% ਦੇਸ਼ ਦੀ ਪੋਪੂਲੇਸ਼ਨ ਇਨਵੋਲਵਡ ਹੈ। ਆਈ ਥਿੰਕ ਕਿਤੇ ਨਾ ਕਿਤੇ ਸਾਨੂੰ ਆਪਣੇ ਗਿਰੇਵਾਨ 'ਚ ਝਾਕਣਾ ਚਾਹੀਦਾ ਕਿ ਵੀ ਵਾਟ ਆਰ ਵੀ ਡੂਇੰਗ ਫॉर ਆਰ ਓਨ ਪੀਪਲ। ਜੇ ਇਹਨਾਂ ਨੂੰ ਤੁਸੀਂ ਕਿਲੇਬੰਦੀ ਕਰ ਦਿੰਦੇ ਹੋ, ਤੁਸੀਂ ਇੰਨੀ ਸਾਰੀ ਕਿੱਲਾਂ ਲਗਾਤੀਆਂ ਸੜਕਾਂ ਤੇ, ਜੇ ਆਪਣੀ ਆਵਾਜ਼ ਉਠਾਉਂਦੇ ਆ, ਕਈ ਤੁਸੀਂ ਕਾਰਪੋਰੇਟ ਨੂੰ ਦੇਖਿਆ ਕਦੀ ਆਵਾਜ਼ ਉਠਾਉਂਦੇ ਹੋਏ? ਕਿਆ ਕਾਰਨ ਹੈ ਕਿ ਉਹ ਕਦੀ ਜੰਤਰ ਮੰਤਰ ਨਹੀਂ ਆਉਂਦੇ, ਫਿਰ ਵੀ ਉਹਨਾਂ ਦੇ ਬੈਠੇ ਬੈਠੇ 15 ਲੱਖ ਕਰੋੜ ਰੁਪਏ ਮਾਫ ਹੋ ਜਾਂਦਾ? ਕਿਆ ਕਾਰਨ ਹੈਗਾ? ਕਿਆ ਕਿਸਾਨ ਨੂੰ ਆਪਣੀ, ਤੁਸੀਂ ਕਹਿ ਰਹੇ ਹੋ ਨਾ ਕਰਜ਼ਾ ਮਾਫੀ, ਉਹ ਵੀ ਕਰਜ਼ਾ ਮਾਫੀ ਵਾਸਤੇ ਪ੍ਰੋਟੈਸਟ ਕਰ ਰਹੇ ਨਾ, ਤਾਂ ਉਹ ਇੰਨਾ ਜੋਖਿਮ ਕਿਉਂ ਉਠਾਉਣਾ ਪੈਂਦਾ ਉਹਨਾਂ ਨੂੰ? ਕਿਉਂ ਤੁਸੀਂ ਕਾਰਪੋਰੇਟ ਦੀ ਤਾਂ ਪੂਜਾ ਕਰਦੇ ਹੋ, ਹਾਂਜੀ, ਔਰ ਕਿਸਾਨ ਤੇ ਅਤਿਆਚਾਰ ਕਰਦੇ ਹੋ? ਇਹ ਨੀਤੀ ਹੈ ਸਾਡੀ, ਮਤਲਬ ਤੁਸੀਂ ਦਿਖ ਹੀ ਰਿਹਾ ਸਭ ਨੂੰ। ਸੋ ਅਸੀਂ ਇਹਨੂੰ ਕਿਉਂ, ਅਸੀਂ ਸਾਡੀ ਸੋਸਾਇਟੀ ਜਿਹੜੀ ਇਸਨੂੰ ਟੋਲਰੇਟ ਕਰਦੀ ਹੈ। ਹੁਣ ਮੈਂ ਕੱਲ ਪਰਸੋਂ ਇੱਕ ਟੈਲੀਵਿਜ਼ਨ ਤੇ ਸੀਗਾ ਸਰ, ਉੱਥੇ ਮੈਨੂੰ ਕਹਿ ਦਿੰਦਾ ਕਿ ਕੰਜ਼ਿਊਮਰ का क्या होगा, किसने क्या था 25% हो जाएगी, इन्फ्लेशन हो जाएगी। मैं कहा तो बड़ी मेहरबानी है कि उन्होंने 25% किया। अगर वो 150% कह देंगे ਤਾਂ ਵੀ ਤਾਂ ਅਸੀਂ ਮੰਨਣਾ ਸੀਗਾ, ਫਿਕਰ ਕੋਈ ਸਵਾਲ ਤਾਂ ਪੁੱਛਦਾ ਨਹੀਂ ਅੱਜ ਕੱਲ੍ਹ ਟੀਵੀ 'ਚ ਜੋ ਬੋਲਿਆ ਜਾਏ। ਹਾਂਜੀ, ਦੂਸਰੀ ਗੱਲ ਸਰ ਇੱਕ ਤੁਸੀਂ ਦੇਖੋ ਕਿ ਕਹਿੰਦੇ ਕੰਜ਼ਿਊਮਰ ਦਾ ਕੀ ਹੋਏਗਾ। ਤੁਸੀਂ ਇਹ ਦੇਖੋ ਕਿ ਹਿੰਦੁਸਤਾਨ ਵਿੱਚ ਦੇਖੀਏ ਤਾਂ ਜਿਹੜਾ ਪ੍ਰੋਡਿਊਸਰ ਹੈ ਉਹ ਵੀ ਤਾਂ ਕੰਜ਼ਿਊਮਰ ਹੈ। ਬਿਲਕੁਲ,
ਅਮਰੀਕਾ ਵਿੱਚ ਤਾਂ 1% 1.5% ਮੈਂ ਕਹਿ ਰਿਹਾ ਸੀ ਰਹਿ ਗਏ ਹੈਗੇ, ਉੱਥੇ ਤਾਂ ਨਹੀਂ ਹੈ ਨਾ। ਸਾਡੇ ਦੇਸ਼ ਵਿੱਚ ਅਗਰ ਅੱਧਾ ਦੇਸ਼ ਜਿਹੜਾ ਹੈਗਾ ਉਹ ਕਿਸਾਨਾਂ ਦਾ ਹੈਗਾ, ਤਾਂ ਇੱਕ ਜਿਹੜਾ ਕੰਜ਼ਿਊਮਰ ਹੈਗਾ ਉਹ ਬੇਸਿਕਲੀ ਮਤਲਬ ਹੈ ਕਿ ਪ੍ਰੋਡਿਊਸਰ ਵੀ ਕੰਜ਼ਿਊਮਰ ਹੈ, ਉਹ ਕੋਈ ਬਾਹਰੋਂ ਤੇ ਬਾਹਰੋਂ ਤਾਂ ਆਇਆ ਨਹੀਂ ਹੈ। ਔਰ ਮਜ਼ੇ ਦੀ ਗੱਲ ਦੇਖੋ, ਜਿਸ 30% ਜਿਹੜਾ ਸ਼ਹਿਰਾਂ ਵਿੱਚ ਰਹਿੰਦੇ ਆ, ਅਸੀਂ ਉਹਨੂੰ ਕਹਿੰਦੇ ਹਾਂ ਕਿ ਇਹ ਕੰਜ਼ਿਊਮਰ ਹੈਗੇ। ਇਹ ਜਿਹੜਾ ਪਿੰਡਾਂ ਵਿੱਚ ਰਹਿੰਦਾ ਉਹਦਾ ਨੰਬਰ ਉਹ ਸ਼ਹਿਰਾਂ ਵਾਲਾ ਤੋਂ ਜ਼ਿਆਦਾ ਹੈਗਾ ਜੀ। ਠੀਕ ਹੈ ਨਾ, ਤੁਹਾਡੇ ਸਾਫ਼ ਹੋ ਗਿਆ ਨਾ, 50% ਹੈਗੇ, ਉਹ ਤਾਂ 30% ਹੈਗੇ। ਤਾਂ ਮੇਰਾ ਇਹ ਕਹਿਣਾ ਹੈ ਕਿ ਜਿਹੜਾ 50% ਦਾ ਕੰਜ਼ਿਊਮਰ ਹੈ, ਕਦੀ ਤੁਸੀਂ ਦੇਖਿਆ ਕਿਸ ਟੀਵੀ ਨੇ ਗੱਲ ਕੀਤੀ ਉਹਦੀ? ਇਨਹੈਰੈਂਟ ਬਾਇਸ ਹੈ, ਜਿਹੜੇ ਐਂਕਰ ਹੈਗੇ ਉਹੀ ਉਲਟਾ ਸਵਾਲ ਪੁੱਛਦੇ ਆ, ਤਾਂ ਫਿਰ ਕੀ ਜਵਾਬ ਮਿਲੇਗਾ? ਮੇਰਾ ਸਬਮਿਸ਼ਨ ਹੈ ਕਿ ਲੋਕਾਂ ਨੂੰ ਸਮਝਣਾ ਚਾਹੀਦਾ, ਐਂਡ ਆਈ ਐਮ ਥੈਂਕਫੁਲ ਜਦ ਆਪਾਂ ਤੁਹਾਡੇ ਨਾਲ ਬੈਠ ਕੇ ਇੰਨੀ ਲੰਬੀ ਗੱਲ ਕਰਦੇ ਆ, ਲੋਕਾਂ ਨੂੰ ਇਸੇ ਕਰਕੇ ਹੈ ਕਿ ਸਮਝ ਆਏ, ਆਸਤੇ ਆਸਤੇ ਉਹਨਾਂ ਦੇ ਦਿਮਾਗ ਵਿੱਚ ਜਾਏ ਕਿ ਬਈ ਕੀ ਰਿਐਲਿਟੀਜ਼ ਹੈਗੀਆਂ। ਔਰ ਮੈਨੂੰ ਲੱਗਦਾ ਕਿ ਜਦ ਦੇਸ਼ ਸਮਝ ਆ ਜਾਂਦੀ ਹੈ, ਫਿਰ ਦੇਸ਼ ਖੜਾ ਵੀ ਹੋ ਜਾਂਦਾ ਹੈ। ਦਵਿੰਦਰ ਜੀ, ਆਖਰੀ 2 ਸਵਾਲ ਹੈ, ਕਿਉਂਕਿ ਇਸੇ ਦੇ ਵਿੱਚ ਇੱਕ ਮੰਗ ਕਿਸਾਨਾਂ ਦੀ ਇਹ ਵੀ ਹੈ ਕਿ WTO ਤੋਂ ਬਾਹਰ ਆਓ, ਤੇ WTO ਦਾ ਜੋ ਆਪਾਂ ਪਹਿਲਾਂ ਸਾਰੀ ਡਿਸਕਸ ਕਰ ਚੁੱਕੇ ਹਾਂ, ਮਤਲਬ ਇਹ ਜਿਹੜੀ WTO ਹੈ, ਕਿਸਾਨਾਂ ਨੂੰ ਇਹ ਖਤਰਨਾਕ ਕਿਉਂ ਲੱਗਦੀ ਹੈ, ਜਾਂ ਇਸ ਨੂੰ ਫਿਰ ਇੰਡੀਆ ਆਪਣੀ ਫੋਰਨ ਪਾਲਿਸੀ ਦੇ ਤਹਿਤ ਕਿਵੇਂ ਐਡਰੈਸ ਕਰੇ? ਨਹੀਂ, ਮੇਰੇ ਖਿਆਲ ਸੇ ਇਹਦੇ ਵਿੱਚ 2 ਚੀਜ਼ਾਂ ਹੈਗੀਆਂ ਜੀ। ਕਿਸਾਨ ਕਹਿ ਰਹੇ ਹੈ ਕਿ ਬਹੁਤ ਅੱਛੀ ਗੱਲ ਕੀਤੀ ਇਹਨਾਂ ਨੇ, ਲੇਕਿਨ ਸਾਡੀ ਸਰਕਾਰ ਵੀ ਉਸ ਗੱਲ ਤੇ ਲੜ ਰਹੀ ਹੈ। ਮੈਂ ਇਸ ਗੱਲ ਤੇ ਆਈ ਮਸਟ ਐਕਨੋਲੇਜ, ਕਿਉਂਕਿ ਮੈਨੂੰ ਪਤਾ ਮੈਂ WTO ਦੇ ਸ਼ੁਰੂ ਤੋਂ ਮੈਂ ਨੈਗੋਸ਼ੀਏਸ਼ਨਸ ਦੇ ਵਿੱਚ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਉੱਥੇ ਰਿਹਾ ਹੈਗਾ, ਦੇਖਦਾ ਹੈਗਾ। ਸਭ ਤੋਂ ਪਹਿਲਾਂ ਜਦ WTO ਮਿਨਿਸਟਰ ਹੋਇਆ ਸੀ ਸਿਆਟਲ ਵਿੱਚ, ਮੈਂ ਉਹਦੇ ਵਿੱਚ ਸੀਗਾ। ਮੈਂ ਤਦ ਤੋਂ ਦੇਖਦਾ ਆ ਰਿਹਾ, ਫੋਲੋ ਕਰਦਾ ਆ ਰਿਹਾ। ਔਰ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਡਿਮਾਂਡ ਕੀਤੀ ਹੈ, ਮੈਨੂੰ ਲੱਗਦਾ ਕਿ ਆਈ ਥਿੰਕ ਉਹਨਾਂ ਨੂੰ ਦਾਦ ਦਿਓ, ਦਾਦ ਦੇਣੀ ਵੀ ਚਾਹੀਦੀ ਸਾਨੂੰ ਸਭ ਨੂੰ। ਕਿਉਂਕਿ ਦੇਖੋ, ਅਸੀਂ ਕਹਿੰਦੇ ਕਿ ਪੰਜਾਬ ਦੇ ਕਿਸਾਨ ਨੂੰ ਦੇਸ਼ ਬਾਰੇ ਨਹੀਂ ਪਤਾ। ਹਾਂਜੀ, ਤੁਸੀਂ ਇਹ ਦੇਖੋ, ਦੇਸ਼ ਦੀ ਗੱਲ ਕਰਦੇ ਹੋ, ਇਹ ਤਾਂ ਇੰਟਰਨੈਸ਼ਨਲੀ ਵੀ ਸਮਝ ਹੈ ਇਹਨਾਂ ਨੂੰ। ਇਹ ਕਹਿੰਦੇ ਪਏ ਆ ਕਿ ਤੁਸੀਂ WTO ਤੋਂ ਬਾਹਰ ਨਿਕਲੋ। ਇਹਨਾਂ ਨੂੰ ਪਤਾ ਹੈ ਕਿ ਬਈ ਇਹ ਨਹੀਂ ਕਿ ਸਰਕਾਰ ਇਹਦਾ ਤੁਹਾਨੂੰ ਦੇ ਸਕਦੀ ਹੈ ਕਿ ਵੀ ਹਾਂ ਅਸੀਂ ਨਿਕਲ ਰਹੇ ਹੈਗੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਇੰਟਰਨੈਸ਼ਨਲ ਐਗਰੀਮੈਂਟ ਹੈ, ਇਹਦੇ ਵਿੱਚ ਕੀ ਹੋਇਆ ਸੀਗਾ। ਉਹ ਇਹ ਮੰਗ ਕਰ ਰਹੇ ਹੈ ਕਿ ਵੀ ਕਿਤੇ ਇਹ ਨਾ ਹੋਏ ਕਿ ਇੱਕ ਕਲੌਜ਼ ਜਿਹੜਾ ਉੱਥੇ ਫਸਿਆ ਹੋਇਆ, ਜਿਹਦੇ ਵਿੱਚ ਇਹ ਹੈ ਕਿ ਵੀ ਤੁਹਾਡੀ ਜਿੰਨੀ ਪ੍ਰੋਡਕਟ ਲਿੰਕਡ ਜਿਹਨੂੰ ਕਹਿੰਦੇ ਆ, ਸਬਸਿਡੀ ਸਪੋਰਟ ਜਿਹਨੂੰ ਕਹਿੰਦੇ ਹੈਗੇ ਆ, ਉਹ 10% ਨਹੀਂ ਕ੍ਰਾਸ ਕਰ ਸਕਦੀ। ਯਾਨੀ ਕਣਕ ਦਾ ਅਸੀਂ ਭਾਅ ਦੇਖ ਲਿਆ, ਅਗਰ ਸਪੋਜ਼ ਕਰੋ 100 ਲੱਖ ਕਰੋੜ ਆ ਰਿਹਾ ਹੈਗਾ ਟੋਟਲ ਉਹਦੀ ਵੈਲਿਊ, ਤਾਂ ਉਹਦੇ ਵਿੱਚੋਂ ਉਹਦਾ 10% ਹੀ ਅਸੀਂ MSP ਦੇ ਸਕਦੇ ਹੈਗੇ। ਪਹਿਲੀ ਗੱਲ ਤਾਂ ਮੈਂ ਇਸ ਤੇ ਵੀ ਬਹੁਤ ਸਵਾਲ ਕੀਤੇ ਹੈਗੇ ਆ ਕਿ ਇਹ ਆਪਣੇ ਆਪ ਵਿੱਚ ਗਲਤ ਹੈਗਾ, ਇਹ ਜਿਹੜਾ ਸੋਚਣਾ ਕਿ ਤੁਸੀਂ ਐਗਰੀਕਲਚਰ ਦੀ ਜਿਹੜੀ ਆਪਾਂ MSP ਦਿੰਦੇ ਆ, ਉਹਨੂੰ ਤੁਸੀਂ ਸਬਸਿਡੀ ਗਿਣਦੇ ਹੋ। ਜੇ ਇਹਨੂੰ ਸਬਸਿਡੀ ਗਿਣਦੇ ਹੋ ਤਾਂ ਇੰਪਲੋਈਜ਼ ਦੀ ਤਨਖਾਹ ਵੀ ਤਾਂ ਇੱਕ ਤਰ੍ਹਾਂ ਦੀ ਸਬਸਿਡੀ ਹੈ, ਉਹ ਵੀ ਤਾਂ ਸਰਕਾਰ ਦਿੰਦੀ ਹੈ ਜੀ। ਤਾਂ ਉਹਨਾਂ ਨੂੰ ਕਦੀ ਤੁਸੀਂ ਡਿਸਕਸ ਕੀਤਾ ਇਹ ਗੱਲ ਕਿ ਵੀ ਕਿੰਨੀ ਮੈਂ ਤੁਹਾਨੂੰ ਮਿਲਣੀ ਚਾਹੀਦੀ, ਕਿੰਨੇ % ਤੋਂ ਜ਼ਿਆਦਾ ਦੇ ਸਕਦੇ? ਮਤਲਬ ਕਹਿੰਦਾ ਕਿਉਂਕਿ ਉੱਥੇ ਸਾਰੇ ਬੈਨੀਫੀਸ਼ੀਅਰੀ ਹੈਗੇ ਨਾ, ਇਸ ਕਰਕੇ ਕੋਈ ਉਠਾਉਂਦਾ ਨਹੀਂ ਸਵਾਲ। ਲੇਕਿਨ ਐਗਰੀਕਲਚਰ ਤੇ ਕਿਉਂਕਿ ਸਭ ਨੂੰ ਲੱਗਦਾ ਕਿ ਇਹ ਈਜ਼ੀ ਟੌਪਿਕ ਹੈਗਾ, ਇਹਨੂੰ ਉਠਾ ਸਕਦੇ ਹਾਂ ਆਪਾਂ, ਜਾਂ ਈਜ਼ੀ ਜਿਹਨੂੰ ਕਹਿੰਦੇ ਨਾ ਇੱਕ ਟਾਰਗੇਟ ਹੈਗਾ। ਸੋ ਉਹਦੇ ਕੀ ਹੋਇਆ ਸੀਗਾ ਸਰ, 86-88 ਦਾ ਪੀਰੀਅਡ ਜਿਹੜਾ ਹੈ ਨਾ, ਉਹਨਾਂ ਨੇ ਲਿੱਤਾ, ਫਾਊਂਡੇਸ਼ਨ ਲਿੱਤਾ, ਔਰ ਉਹਦੇ ਉੱਪਰ ਉਹ ਕਹਿ ਰਹੇ ਆ ਕਿ ਬਈ ਇਨਫਲੇਸ਼ਨ ਜਿਹੜੀ ਅਕਾਊਂਟ ਕਰਦੇ ਹੈਗੇ, ਜਿਹੜਾ ਆਪਾਂ 10% ਦੀ ਗੱਲ ਕਰ ਰਹੇ ਹਾਂ, ਉਹਦੇ ਉੱਪਰ ਉਹਦਾ ਵੱਧਦਾ ਜਾਏ ਜਿਹੜੀ ਇੱਕ ਵੈਲਿਊ ਹੈ, ਉਹ ਅਲੱਗ ਗੱਲ ਹੈ। ਉਹਨਾਂ ਨੇ 86-88 ਲੈਣਾ ਹੈਗਾ ਬੇਸ, ਉਹ ਪਹਿਲੇ ਤਾਂ ਉਹੀ ਗਲਤ ਹੈਗਾ। ਦੂਸਰਾ ਸਰ ਇਹ ਹੈਗਾ ਕਿ ਬਈ ਤੁਸੀਂ ਅਗਰ ਉਹ 'ਚ ਦੇਖੋ, ਕਿਸਾਨ ਦੇ ਉੱਪਰ ਅਟੈਕ ਹੈ ਕਿ ਜਿਹੜੇ ਕੇਨਸ ਕੰਟਰੀ ਤੁਸੀਂ ਕਹਿ ਰਹੇ ਸੀਗੇ, ਉਹ 13-14 ਕੇਨਸ ਕੰਟਰੀ ਜਿਹੜੇ ਐਕਸਪੋਰਟਰ ਹੈਗੇ, ਉਹਨਾਂ ਨੂੰ ਇੰਡੀਆ ਦੀ ਮਾਰਕੀਟ ਚਾਹੀਦੀ ਕੈਪਚਰ ਕਰਨੀ ਹੈ। ਸੋ ਇਸ ਕਰਕੇ ਉਹ ਕਹਿੰਦੇ ਕਿ ਬਈ ਕੰਟਰੋਲ ਜ਼ਿਆਦਾ, ਜਿਸ ਤਰ੍ਹਾਂ ਹੁਣ ਵੀਟ ਐਂਡ ਪੈਡੀ ਦਾ ਹੈਗਾ, ਦੇਰ ਆਰ 2 ਰਿਪੋਰਟਸ। ਅਮਰੀਕਾ ਕਹਿੰਦਾ ਕਿ ਸਾਡਾ 65% ਤੋਂ 80% ਦੇ ਵਿੱਚ ਅਸੀਂ ਆਲਰੇਡੀ ਦੇ ਰਹੇ ਹੈਗੇ। ਹਾਂਜੀ, ਇੰਡੀਆ ਕਹਿੰਦਾ ਕਿ ਨਹੀਂ, ਸਾਡੀ ਲਿਮਿਟ ਦੇ ਵਿੱਚ ਹੈਗਾ। ਦੈਟ ਇਜ਼ ਓਕੇ, ਹੈ ਨਾ। ਲੇਕਿਨ ਮੈਂ ਇਹ ਕਹਿ ਰਿਹਾ ਕਿ ਉਹਦੇ ਵਿੱਚ ਵੀ ਸਾਡਾ ਪ੍ਰੈਸ਼ਰ ਹੈਗਾ ਕਿ ਤੁਸੀਂ ਤੋਂ ਨਿਕਲੋ, ਔਰ ਨਿਕਲੋ ਮਤਲਬ ਹੈ ਕਿ ਤੁਸੀਂ ਮਾਰਕੀਟ ਆਪਣਾ ਖੋਲੋ। ਸੋ ਉੱਥੋਂ ਪ੍ਰੋਡਿਊਸ ਜਿਹੜਾ ਹੈਗਾ ਉਹ ਸਾਡੇ ਕੋਲ ਆ ਸਕੇ। ਉਹਨਾਂ ਦਾ ਤਾਂ ਇਹ ਇੰਟਰਸਟ ਹੈਗਾ, ਆਪਣੀ ਮਾਰਕੀਟ ਸਾਨੂੰ ਚਾਹੀਦੀ, ਉਹਨਾਂ ਨੂੰ ਮਾਰਕੀਟ ਚਾਹੀਦੀ। ਹਿੰਦੁਸਤਾਨ ਦੀ ਬੜੀ ਮਾਰਕੀਟ ਹੈਗੀ ਹੈ। ਸਾਡੇ ਜਿਹੜੇ ਕਿਸਾਨ ਮੰਗ ਰਹੇ ਹੈਗੇ, ਆਈ ਥਿੰਕ ਦੈਟ ਇਜ਼ ਦੇਅਰ ਐਜਿਲਿਟੀ, ਕਿ ਉਹ ਸਮਝ ਰਹੇ ਹੈ ਕਿ ਖਤਰਾ ਸਾਡੇ ਉੱਪਰ ਆ ਸਕਦਾ ਹੈ। ਤਾਂ ਉਹ ਡਿਮਾਂਡ ਕਰ ਰਹੇ ਕਿ ਸਾਡੀ ਸਰਕਾਰ ਨਾ ਕਿਤੇ ਪਿੱਛੇ ਹਟ ਜਾਏ। ਤਾਂ ਮੈਨੂੰ ਲੱਗਦਾ ਕਿ ਪਿਊਸ਼ ਗੋਇਲ ਸਾਹਿਬ ਵਾਸਤੇ ਬੜਾ ਬੈਕਅਪ ਹੈ ਕਿ ਬਈ ਉਹ ਉੱਥੇ ਦੱਸ ਸਕਦੇ ਹੈਗੇ ਕਿ ਸਾਡੇ ਕਿਸਾਨ ਇਸ ਗੱਲ 'ਤੇ ਨਹੀਂ ਟੋਲਰੇਟ ਕਰਨਗੇ ਜੇ ਆਪਾਂ ਜਿਹਨੂੰ ਕਹਿੰਦੇ ਨਾ ਆਪਾਂ ਜਿਹੜਾ ਕ੍ਰਾਈਟੇਰੀਆ ਹੈ 10% ਵਾਲਾ, ਔਰ ਤੁਸੀਂ ਉਹਨੂੰ ਸੋਚੋ ਕਿੰਨਾ ਖਤਮ ਹੋ ਜਾਏਗਾ ਜਾਂ ਅਸੀਂ ਸਬਸਿਡੀਜ਼ ਤੋਂ ਹਟ ਜਾਵਾਂਗੇ, ਉਹ ਚੀਜ਼ ਜਿਹੜੀ ਹੈਗੀ ਉਹਨੂੰ ਨਾ ਕਰਨ। ਇਹ ਉਹਨਾਂ ਦਾ ਮਤਲਬ ਹੈਗਾ। ਮੇਰਾ ਦਿਸ ਇਜ਼ ਵਾਟ ਆਈ ਅੰਡਰਸਟੈਂਡ ਜਿਹੜੇ ਕਿਸਾਨ ਮੰਗ ਰਹੇ। ਓਕੇ, ਇੱਕ ਉਹਨਾਂ ਦਾ ਹੋਰ ਵੱਡੀ ਮੰਗ ਸੀ ਲੈਂਡ ਐਕੁਜੀਸ਼ਨ ਐਕਟ ਵਾਲੀ, ਜਿਹੜਾ 13 ਦੇ ਵਿੱਚ ਬਣਿਆ, 15 ਦੇ ਵਿੱਚ ਉਹਨੂੰ ਹੋਰ ਸੋਧਿਆ ਗਿਆ। ਉਸ ਦੇ ਵਿੱਚ ਉਹਦਾ ਇੱਕ ਜੋ ਅਸੀਂ ਦੇਖ ਰਹੇ ਹਾਂ ਕਿ ਨੁਕਸਾਨ ਇਹ ਹੋ ਰਿਹਾ, ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਜੇ ਭਾਰਤ ਦੀ ਆਤਮਾ ਪਿੰਡਾਂ 'ਚ ਵਸਦੀ ਹੈ ਅਤੇ ਪਿੰਡ ਹੁਣ ਸ਼ਹਿਰ ਬਣਾਉਣ ਵੱਲ ਲੱਗੇ ਹੋਏ ਆ, ਇੱਕ ਜਿਹੜੀ ਪਿੰਡਾਂ ਦੀ ਅਰਬਨਾਈਜੇਸ਼ਨ ਹੋਈ ਹੈ, ਉਸ ਦੇ ਵਿੱਚ ਸੜਕਾਂ ਦਾ ਜੋ ਇੱਕ ਰੋਡ ਟੈਰਰਿਜ਼ਮ ਹੈ, ਮਤਲਬ ਉਹ ਆਪਣੇ ਆਪ 'ਤੇ ਖਤਰਨਾਕ ਹੈ ਵਿਕਾਸ ਦੇ ਨਾਮ 'ਤੇ। ਫਾਰ ਐਗਜ਼ਾਮਪਲ ਜੇ ਦਿੱਲੀ ਤੋਂ ਅੰਮ੍ਰਿਤਸਰ ਆਉਣਾ, ਆਲਰੇਡੀ ਇੱਕ GT ਰੋਡ ਹੈ, ਉਸ ਦੇ ਪੈਰਲਲ 2
ਹੋਰ ਵੱਡੇ ਜੀਟੀ ਰੋਡ ਬਣ ਰਹੇ ਨੇ। ਤੇ ਉਹਨਾਂ ਦੀ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਜਦੋਂ ਲੈਂਡ ਐਕੁਜੀਸ਼ਨ ਐਕਟ ਦੇ ਅੰਦਰ ਇਹ ਪ੍ਰੋਵੀਜ਼ਨ ਦਿੱਤੇ ਹੋਏ ਆ ਵੀ ਤੁਸੀਂ ਮਲਟੀ ਕ੍ਰੌਪ ਲੈਂਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਸਾਰੀ ਨਹੀਂ ਹੋ ਸਕਦੀ ਅਤੇ ਉਹਨੂੰ ਸਿਕਿਉਰ ਕਰਨਾ ਆ, ਉਸ ਦੇ ਵਿੱਚ ਵੀ ਲਗਾਤਾਰ ਸੜਕਾਂ ਬਣ ਰਹੀਆਂ ਨੇ। ਸੜਕਾਂ ਬਣਨ ਨਾਲ ਉੱਥੋਂ ਦੀ ਗ੍ਰੀਨ ਬੈਲਟ ਵੀ ਖਤਮ ਹੋ ਰਹੀ ਆ। ਤੇ ਇਸ ਦੇ ਵਿੱਚ ਵੀ ਉਹ ਕਹਿ ਰਹੇ ਨੇ ਕਿ ਉਹ ਜਿਹੜੀ ਅਮੈਂਡਮੈਂਟ ਤੁਸੀਂ 15 'ਚ ਕੀਤੀ ਸੀ ਉਹਨੂੰ ਖਤਮ ਕਰਕੇ ਦੁਬਾਰਾ 13 ਤੇ ਆਓ। ਤੇ ਇਹ ਜਿਹੜੀ ਪੋਜੀਸ਼ਨ ਹੈ, ਇਸ ਪੋਜੀਸ਼ਨ ਨੂੰ ਸਰਕਾਰ ਤੁਹਾਡੇ ਮੁਤਾਬਕ, ਜੋ ਮੈਨੂੰ ਉਮੀਦ ਘੱਟ ਲੱਗਦੀ ਹੈ, ਪਰ ਤੁਹਾਡੇ ਮੁਤਾਬਕ ਸਰਕਾਰ ਇਸ ਨੂੰ ਐਡਰੈਸ ਕਿਵੇਂ ਦੇਖੋ ਕਰੇਗੀ? ਜੀ, ਗੱਲ ਇਹ ਕਿ ਜਿਹੜੀ ਸਰਕਾਰ ਦਾ ਫੋਕਸ ਕਾਰਪੋਰੇਟ ਨੂੰ ਬਿਲਡ ਅਪ ਕਰਨਾ ਹੈਗਾ ਜਾਂ ਉਸ ਤਰਫ ਸਾਰਾ ਧਿਆਨ ਦੇਣਾ ਹੈਗਾ, ਸੋ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜੋ ਹੋ ਰਿਹਾ ਉਹ ਠੀਕ ਹੋਏਗਾ। ਅਸੀਂ ਵਿਕਾਸ ਦੇ ਨਾਂ ਤੇ ਅਸੀਂ ਦੇਖਦੇ ਹਾਂ ਕਿ ਜਿਹੜਾ ਪੇੜਾਂ ਦੀ ਕਟਾਈ ਹੁੰਦੀ ਹੈ, ਇਹ ਸਭ ਕੁਝ ਹੋ ਰਿਹਾ, ਸੜਕਾਂ ਸਭ ਨੂੰ ਦਿਖ ਰਹੀ ਹੈਗੀਆਂ। ਉਹੀ ਲੋਕ ਜਿਹੜੇ ਸੜਕਾਂ ਦੀ ਵਕਾਲਤ ਕਰਦੇ ਹੈਗੇ ਕਿ ਸਾਨੂੰ ਵਿਕਾਸ ਵਾਸਤੇ ਸੜਕਾਂ ਚਾਹੀਦੀਆਂ ਹੈਗੀਆਂ, ਚਾਹੇ ਉਹ ਡਬਲ ਬਣਨ ਚਾਹੇ ਟ੍ਰਿਪਲ ਬਣਨ, ਉਹਨੂੰ ਕੋਈ ਦਿੱਕਤ ਨਹੀਂ ਹੈ, ਚਾਹੇ ਪੇੜ ਕੱਟਣ ਜਾਂ ਨਾ ਕੱਟਣ, ਕੋਈ ਦਿੱਕਤ ਨਹੀਂ ਉਹਨਾਂ ਨੂੰ। ਜਦੋਂ ਕਿਤੇ ਹਿਮਾਚਲ ਵਿੱਚ ਜਿਸ ਤਰ੍ਹਾਂ ਤਰਾਸਦੀ ਆਈ ਸੀਗੀ ਔਰ ਜਿੰਨਾ ਡਿਸਟਰਕਸ਼ਨ ਹੋਇਆ, ਉਸ ਟਾਈਮ ਉਹ ਕਹਿੰਦੇ ਆ ਕਿ এনवायरमेंट ਨੂੰ ਕਿਉਂ ਨਹੀਂ ਬਚਾਇਆ, ਹੈ ਨਾ, ਉਸ ਟਾਈਮ ਕਰਦੇ ਆ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੌਨਫਲਿਕਟ ਜਿਹੜਾ ਹੈਗਾ ਸਾਡੇ ਉੱਪਰ ਆਉਣੇ ਵਾਲੇ ਸਾਲਾਂ ਦੇਖਾਂਗੇ ਹੋਰ बढ़ेगा। ਔਰ ਮੈਨੂੰ ਲੱਗਦਾ ਕਿ ਜਦ ਕਹਿੰਦੇ ਨਾ, ਜਦ ਤੱਕ ਕਿਸੇ ਨੂੰ ਇੱਕ ਪਰਸਨਲੀ ਲੈਵਲ ਤੇ ਜਾਂ ਉਹਨੂੰ ਫੇਸ ਨਾ ਕਰਨਾ ਪਏ, ਤਦ ਤੱਕ ਉਹਨੂੰ ਸਮਝ ਨਹੀਂ ਆਉਂਦਾ ਕਿ ਇਹ ਕੀ ਹੋ ਰਿਹਾ ਸਾਡੇ ਨਾਲ। ਮੈਨੂੰ ਲੱਗਦਾ ਕਿ ਮੋਰ ਪੀਪਲ ਵਿਲ ਹੈਵ ਟੂ ਅੰਡਰਸਟੈਂਡ ਦਿਸ ਵੇ, ਸੈਡ ਲੇਕਿਨ ਇਹ ਰਿਐਲਿਟੀ ਹੈ। ਜਦ ਤੱਕ ਸੜਕਾਂ ਤੇ ਕ੍ਰਾਸਿੰਗ ਹੈ, ਉਹਤੇ ਟ੍ਰੈਫਿਕ ਚੱਲ ਰਹੀ ਹੈ, ਸਾਨੂੰ ਪਤਾ ਕਿ ਇੱਕ ਦਿਨ ਐਕਸੀਡੈਂਟ ਹੋਏਗਾ, ਅਸੀਂ ਇੰਤਜ਼ਾਰ ਕਰਦੇ ਹਾਂ ਕਿ ਜਿਸ ਦਿਨ ਐਕਸੀਡੈਂਟ ਹੋਏਗਾ ਉਹਦੇ ਬਾਅਦ ਫਿਰ ਬੱਤੀ ਲੱਗਦੀ ਹੈ, ਉੱਥੇ ਰੈੱਡ ਲਾਈਟ ਲੱਗਦੀ ਹੈ। ਸੋ ਇਹ ਸਾਡੀ ਕਿਤੇ ਮਾਨਸਿਕਤਾ ਵਿੱਚ ਹੈਗਾ। ਆਈ ਥਿੰਕ ਵੀ ਵੇਟ ਫॉर दैट। ਇੱਕ ਤਾਂ ਇਹ ਗੱਲ ਹੋ ਗਈ ਸਰ। ਮੈਨੂੰ ਲੱਗਦਾ ਕਿ ਇੱਕ ਹੋਰ ਚੀਜ਼ ਬੜੀ ਖਤਰਨਾਕ ਹੈ ਜਿਹੜੀ ਸਾਨੂੰ ਕਿਸਾਨਾਂ ਨੂੰ ਬਹੁਤ ਸਮਝਣ ਦੀ ਜ਼ਰੂਰਤ ਹੈ। ਇਸ ਕਰਕੇ ਹੈ ਕਿ ਅੱਜ ਯੂਰਪ ਵਿੱਚ ਇੱਕ ਅਟੈਕ ਹੈ ਕਿਸਾਨਾਂ ਤੇ। ਇਹ ਸਾਡੇ ਕਿਸਾਨਾਂ ਨੂੰ ਸਮਝਣਾ ਹੈਗਾ, ਅਟੈਕ ਹੈ ਕਿਸਾਨਾਂ ਤੇ, ਕਿਉਂਕਿ ਉਹ ਕਹਿੰਦੇ ਆ ਕਿ ਗ੍ਰੀਨ ਹਾਊਸ ਗੈਸਿਸ ਜਿਹੜਾ ਇਹ ਕਲਾਈਮੇਟ ਚੇਂਜ ਦੀ ਆਪਾਂ ਗੱਲ ਕਰਦੇ ਹਾਂ, ਦੈਟ ਬਿਲਡਸ ਅਪ ਦੀ ਕਲਾਈਮੇਟ ਚੇਂਜ ਜਿਹੜਾ ਹੋ ਰਿਹਾ, ਬਦਲਾਅ ਆ ਰਿਹਾ। ਉਹ ਕਹਿੰਦੇ ਆ ਕਿ ਵੀ ਉਹ 1/3 ਗ੍ਰੀਨ ਹਾਊਸ ਗੈਸ ਐਮਿਸ਼ਨ ਜਿਹੜੇ ਹੈਗੇ ਉਹ ਐਗਰੀਕਲਚਰ 'ਚੋਂ ਆ ਰਹੇ। ਯਾਨੀ ਉਹਨਾਂ ਦਾ ਕਹਿਣਾ ਕਿ ਜਿਹੜਾ ਫੂਡ ਸਿਸਟਮ ਜੋ ਆਪਾਂ ਕਹਿੰਦੇ ਹੈਗੇ ਆ, ਉਹਦੇ ਕਰਕੇ 33, 34, 35% ਜਿਹੜਾ ਹੈਗਾ ਉਹ ਗ੍ਰੀਨ ਹਾਊਸ ਗੈਸ ਨਿਕਲਦਾ ਹੈਗਾ ਟੋਟਲ 100% ਵਿੱਚੋਂ। ਔਰ ਇਸ ਕਰਕੇ ਐਗਰੀਕਲਚਰ ਇਜ਼ ਅ ਸੌਫਟ ਟਾਰਗੇਟ। ਸੋ ਉਹਨਾਂ ਨੇ ਕੀ ਕੀਤਾ ਹੈਗਾ ਕਿ ਸਟਾਰਟਿੰਗ ਫਰੋਮ ਨੀਦਰਲੈਂਡਸ, ਉੱਥੇ ਉਹਨਾਂ ਨੇ ਅਟੈਕ ਕੀਤਾ ਮਤਲਬ ਅਸੌਲਟ ਇਹ ਹੈ ਉਹਨਾਂ ਦਾ ਕਿ ਵੀ ਕਿਸਾਨਾਂ ਨੂੰ ਖੇਤੀ 'ਚੋਂ ਕੱਢੋ। ਬਿਲਕੁਲ। ਤਾਂ ਉਹਨਾਂ ਨੇ 3000 ਕਿਸਾਨ ਕੱਢਤੇ, 3000 ਖੇਤ, ਉੱਥੇ 11000 ਖੇਤ ਹੈਗੇ, 3000 ਖੇਤ ਉਹਨਾਂ ਨੇ ਬੰਦ ਕਰਕੇ ਉਹਨਾਂ ਨੂੰ ਬਾਹਰ ਭੇਜਤਾ। ਅੱਛਾ ਜੀ, ਇੱਕ ਗੱਲ ਪਈ ਹਾਲੈਂਡ 'ਚ ਹੋ ਗਈ। ਫਿਰ ਤੁਸੀਂ ਦੇਖੋ ਉੱਥੇ ਇੰਗਲੈਂਡ ਵਿੱਚ ਵੀ 5000 ਨੂੰ ਨੋਟਿਸ ਹੈ। ਅੱਛਾ, ਨਿਊਜ਼ੀਲੈਂਡ ਵਿੱਚ ਗਊਆਂ ਦੇ ਉੱਪਰ ਟੈਕਸ ਲੱਗ ਗਿਆ ਕਿਉਂਕਿ ਉਹਨਾਂ ਦੇ ਵਿੱਚੋਂ ਮੀਥੇਨ ਬਹੁਤ ਨਿਕਲਦੀ ਹੈ ਔਰ ਉਹ ਪੋਲਿਊਸ਼ਨ ਜਾਂ এনवायरमेंट ਤੇ ਜਿਹੜਾ ਕਲਾਈਮੇਟ ਐਮਰਜੈਂਸੀ ਹੋ ਰਹੀ ਹੈ ਉਹਦੇ ਕਰਕੇ ਉਹਦਾ ਇੱਕ ਮੰਨਿਆ ਜਾਂਦਾ ਕਿ ਕੰਟਰੀਬਿਊਸ਼ਨ ਹੈ ਜੀ। ਜਰਮਨੀ ਵਿੱਚ ਵੀ ਜਿਹੜਾ ਹੁਣ ਪਿੱਛੇ ਪ੍ਰੋਟੈਸਟ ਹੋਏ ਆ, ਇਸ ਕਰਕੇ ਹੋਏ ਕਿ ਉਹਨਾਂ ਨੇ ਇਹੀ ਕਰਨ ਵਾਸਤੇ ਉਹਨਾਂ ਨੇ ਐਗਰੀਕਲਚਰ ਸਬਸਿਡੀਜ਼ ਜਿਹੜੀ ਮਿਲਦੀ ਸੀਗੀਆਂ ਐਗਰੀਕਲਚਰ ਮਸ਼ੀਨਰੀ ਵਾਸਤੇ, ਉਹਨਾਂ ਨੂੰ ਬੰਦ ਕਰਤਾ। ਮਤਲਬ ਕਹਿੰਦਾ ਕਿ ਇਹ ਇੱਕ ਔਨਸਲੌਟ ਚੱਲ ਰਿਹਾ ਹੈਗਾ ਕਿ ਵੀ ਕਿਸਾਨ ਜਿਹੜਾ ਹੈਗਾ ਉਹ ਪਰਿਆਵਰਨ ਨੂੰ ਨੁਕਸਾਨ ਕਰ ਰਿਹਾ, ਸਾਨੂੰ ਕੱਢਣਾ ਹੈਗਾ। ਇੱਕ ਗੱਲ ਤਾਂ ਇਹ ਵੀ ਹੈਗੀ, ਤੁਹਾਨੂੰ ਪਹਿਲਾਂ ਮੈਂ ਕਹਿ ਰਿਹਾ ਸੀ ਕਿ ਉੱਥੇ 2 ਇਸ਼ੂ ਸੀਗੇ, ਇੱਕ ਤਾਂ এনवायरमेंट ਦਾ ਔਰ ਇੱਕ ਇਨਕਮ ਦਾ। ਤਾਂ ਇੱਕ ਇਹ ਜਿਹੜਾ ਹੋ ਰਿਹਾ ਪ੍ਰੋਸੈਸ, ਇਹਦਾ ਮਤਲਬ ਇਹ ਹੈ ਕਿ ਸਰ ਉੱਥੇ ਕੀ ਹੋ ਰਿਹਾ ਕਿ ਇਹ ਨਹੀਂ ਕਿ ਉਹ ਸਮਝਦੇ ਨਹੀਂ ਹੈ ਕਿ ਵੀ ਨੋ ਫਾਰਮਰ ਨੋ ਫੂਡ। ਆਪਾਂ ਜੋ ਸਲੋਗਨ ਰੱਖਿਆ ਸਾਨੂੰ ਯਾਦ ਹੈ ਪਿਛਲੇ ਵਾਰੀ ਅੰਦੋਲਨ ਵਿੱਚ ਬਹੁਤ ਪਪੂਲਰ ਸੀਗਾ। ਲੇਕਿਨ ਤੁਸੀਂ ਦੇਖੋ ਹੁਣ ਇੱਕ ਸੇਜ ਐਸੀ ਆ ਗਈ ਹੈ ਦੇਸ਼ ਔਰ ਦੁਨੀਆ ਦੇ ਸਾਹਮਣੇ ਕਿ ਹੁਣ ਦੇयर इज नो ਨੀਡ ਫॉर ਫਾਰਮਰ ਐਂਡ देयर विल बी फूड। ਹੁਣ ਸਾਡੇ ਕਿਸਾਨਾਂ ਨੂੰ ਮੈਂ ਇਹ ਡਰਾ ਨਹੀਂ ਰਿਹਾ, ਮੈਂ ਕਹਿ ਰਿਹਾ ਕਿ ਸੁਚੇਤ ਹੋਣ ਦੀ ਜ਼ਰੂਰਤ ਹੈ। ਸਮਝੋ ਹੁਣ ਇਹ ਸਰ ਕ੍ਰਾਈਸਿਸ ਆ ਰਿਹਾ ਕਿ ਦੁਨੀਆ ਦੀ ਪਹਿਲੀ ਫੈਕਟਰੀ ਜਿਹੜੀ ਫੂਡ ਪ੍ਰੋਡਿਊਸ ਕਰੇਗੀ, ਨਾ ਉਹ ਜ਼ਮੀਨ ਦਾ ਉਪਯੋਗ ਕਰੇਗੀ ਨਾ ਕਿਸਾਨ ਦਾ ਉਪਯੋਗ ਕਰੇਗੀ, ਉਹ ਫਿਨਲੈਂਡ ਵਿੱਚ ਐਸਟੈਬਲਿਸ਼ ਹੋ ਗਈ ਹੈ। ਠੀਕ ਹੈ, ਉਹਦੇ ਵਿੱਚ ਉਹ ਕੀ ਕਰਦੇ, ਹਵਾ ਚੋਂ ਐਲੀਮੈਂਟਸ ਕੱਢ ਲੈਂਦੇ ਆ, ਬੈਕਟੀਰੀਆ ਨਾਲ ਉਹਨਾਂ ਨੇ ਕ੍ਰਾਸ ਕੀਤਾ, ਫੂਡ ਬਣਾਇਆ, ਤੁਹਾਨੂੰ ਪੇਸ਼ ਕਰ ਦੇਣਗੇ। ਇੱਕੋ ਹੀ ਫੈਕਟਰੀ ਵਿੱਚ ਉਹ ਸਾਰਾ ਕੰਮ ਹੋ ਰਿਹਾ ਹੈਗਾ। ਉਹ ਕਹਿੰਦੇ, ਉਹਨਾਂ ਨੇ ਇੰਟਰਵਿਊ ਮੈਂ ਦੇਖ ਰਿਹਾ ਸੀਗਾ, ਉਹ ਕਹਿੰਦੇ ਵੀ ਆਰ ਨਾਟ ਇਨ ਦੀ ਪ੍ਰੋਡਕਸ਼ਨ ਬਿਜ਼ਨਸ ਕਿ ਅਸੀਂ ਫੂਡ ਪੈਦਾ ਕਰ ਰਹੇ ਹੈਗੇ, ਵੀ ਆਰ ਐਕਚੁਅਲੀ ਪ੍ਰੋਡਿਊਸਿੰਗ ਲੈਂਡ। ਕਿਉਂਕਿ ਅਸੀਂ ਤੁਹਾਨੂੰ ਜ਼ਮੀਨ ਛੱਡਤੀ ਹੈ, ਜਿਹੜਾ ਉਪਯੋਗ ਹੁੰਦਾ ਸੀਗਾ, ਤਾਂ ਅਸੀਂ ਜ਼ਮੀਨ ਐਡ ਕਰਤੀ ਨਾ। ਉਹ ਇਹ ਆਪਣਾ ਆਰਗੂਮੈਂਟ ਲੈ ਕੇ ਚੱਲ ਰਹੇ ਹੈਗੇ, ਜੇ ਲੋਕਾਂ ਨੂੰ ਅਪੀਲ ਕਰਦਾ ਕਿ ਸਭ ਡਿਸਟਰਕਸ਼ਨ ਨਹੀਂ ਹੋ ਰਹੀ ਹੈ এনवायरमेंट ਦੀ ਐਂਡ ਸੋ ਔਨ ਐਂਡ ਸੋ ਫੋਰਥ। ਇੱਥੇ ਨਾ ਸੋਚੋ, ਇੱਕ ਕੰਟਰੀ ਜਿਹੜੀ ਕਹਿ ਰਹੀ ਹੈ ਕਿ ਬਈ ਇਸ ਕਿਸਾਨ ਨੂੰ ਬਾਹਰ ਕੱਢਣਾ ਹੈਗਾ। ਹਾਲੈਂਡ ਵੀ ਤਾਂ ਦੁਨੀਆ ਦਾ 2nd ਬਿਗੇਸਟ ਐਕਸਪੋਰਟਰ ਹੈ, ਉਹਨੂੰ ਸਮਝ ਆਉਂਦਾ ਕਿ ਸਾਡੇ ਕਿੰਨਾ ਉਹ ਨੁਕਸਾਨ ਹੋ ਜਾਏਗਾ, ਪਰ ਉਹ ਕਿਉਂ ਕਰ ਰਿਹਾ? ਕਿਉਂਕਿ ਉਹਨਾਂ ਦੀ ਜਿਹੜੇ ਹੁਣ ਫਿਊਚਰ ਆ ਰਿਹਾ ਨਾ ਐਗਰੀਕਲਚਰ ਦਾ, ਉਹ ਇਨਸੈਕਟਸ ਤੇ ਆ ਰਿਹਾ ਹੈਗਾ। ਉਹ ਕੀ ਹੁਣ ਫੋਕਸ ਸਾਰਾ ਪ੍ਰੋਟੀਨ ਤੇ ਆ ਗਿਆ ਹੈਗਾ। ਪਹਿਲੇ ਸੀ ਨਾ ਆਪਣੀ ਪ੍ਰੋਡਕਟਿਵਿਟੀ ਤੇ ਵਧਾਉਣ ਦੇ ਸੀਗਾ, ਹੁਣ ਫੋਕਸ ਪ੍ਰੋਟੀਨ ਤੇ ਆ ਗਿਆ। ਉਹਨਾਂ ਦੇ ਇਨਸੈਕਟ ਤੋਂ ਪ੍ਰੋਟੀਨ ਕੱਢ ਕੇ ਦੇ ਆਰ ਮੇਕਿੰਗ ਯੂ ਪ੍ਰੋਵਾਈਡਿੰਗ ਯੂ ਦੀ ਫੂਡ। ਔਰ ਐਸੀ ਇੰਡਸਟਰੀਆਂ ਲੱਗੀਆਂ ਉੱਥੇ ਹਾਲੈਂਡ ਤੋਂ ਬਾਅਦ ਫਰਾਂਸ ਵਗੈਰਾ ਸਾਰੇ ਯੂਰਪ ਵਿੱਚ, ਜਿਹੜੀਆਂ ਮਿਲੀਅਨਸ ਆਫ ਇਨਸੈਕਟਸ ਆਰ ਬੀਇੰਗ ਰੀਅਰਡ।
ਜੀ ਹਾਂਜੀ, ਔਰ ਉਹਦੇ ਵਿੱਚ ਪ੍ਰੋਟੀਨ ਕੱਢ ਕੇ ਤੁਹਾਡਾ ਫੂਡ ਬਣ ਰਿਹਾ ਹੈਗਾ। ਉਹ ਹੋਰ ਤਾਂ ਹੋਰ ਆਕਟੋਪਸ ਹੀ ਜਿਹੜੀ ਹੈਗੀ ਆ ਬੜਾ ਡੋਸਾਈਲ ਜਿਹਾ ਸੀ ਐਨੀਮਲ ਹੈਗਾ, ਉਹਨੂੰ ਵੀ ਹੁਣ ਹਾਰਵੈਸਟਿੰਗ ਹੋ ਰਹੀ ਹੈ, ਉਹਦੇ ਉਹ ਮਤਲਬ ਕਲਟੀਵੇਸ਼ਨ ਹੋ ਰਹੀ ਹੈ ਤਾਂ ਕਿ ਉਹਦੇ ਵਿੱਚੋਂ ਵੀ ਪ੍ਰੋਟੀਨ ਕੱਢ ਲਈਏ। ਤੁਸੀਂ ਸੋਚੋਗੇ ਕਿ ਇੱਕ ਕੰਟਰੀ ਵਿੱਚ ਹੋ ਗਿਆ ਫਿਨਲੈਂਡ ਵਿੱਚ, ਸਾਨੂੰ ਕੀ ਖਤਰਾ ਹੈ, ਲੇਕਿਨ ਸਰ 270 ਜੀ ਫੈਕਟਰੀਆਂ ਜਿਹੜੀ ਹੈਗੀਆਂ ਉਹ ਲੱਗ ਚੁੱਕੀਆਂ ਹੈਗੀਆਂ। ਸੋ ਤੁਸੀਂ ਦੇਖੋ ਕਿ ਦੁਨੀਆ ਦਾ ਜਿਹੜਾ ਹੁਣ ਫੋਕਸ ਹੈ ਹੁਣ ਚਲਾ ਗਿਆ ਸਿੰਥੈਟਿਕ ਫੂਡ ਤੇ। ਤੁਸੀਂ ਲੈਬੋਰਟਰੀ 'ਚ ਫੂਡ ਬਣਾਓਗੇ ਔਰ ਤੁਹਾਡੇ ਕੋਲ ਪੇਸ਼ ਹੋ ਜਾਏਗਾ। ਔਰ ਮੈਨੂੰ ਪਤਾ ਹੈ ਕਿ ਇੱਕ ਫਿਲਮ ਐਕਟਰੈਸ ਆਏਗੀ, ਤੁਹਾਨੂੰ ਐਡਵਰਟਾਈਜ਼ ਕਰ ਦੇਗੀ, ਸਭ ਨੇ ਕਹਿਣਾ ਜੀ ਇਹ ਤਾਂ ਬੜੀ ਅੱਛੀ ਗੱਲ ਹੈਗੀ ਹੈ ਨਾ, ਤਾਂ ਇੱਕ ਤੁਹਾਡਾ ਇੰਟਰਸਟ ਡਿਵੈਲਪ ਹੋ ਜਾਏਗਾ। ਇਹ ਹੋਏਗਾ, ਇੱਥੇ ਵੀ ਹੋਏਗਾ। ਲੇਕਿਨ ਸਮਝਣ ਦੀ ਗੱਲ ਇਹ ਹੈ ਕਿ ਜੇ ਯੂਰਪ ਵਿੱਚੋਂ ਲੋਕੀ ਕੱਢੇ ਜਾ ਰਹੇ ਹੈਗੇ ਇਸ ਕਰਕੇ ਸਿੰਥੈਟਿਕ ਫੂਡ ਦੇ ਗਰੋਥ ਵਾਸਤੇ, ਜਾਂ ਤਾਂ ਬੇਸਿਕਲੀ ਉਹ ਕਾਰਪੋਰੇਟ ਕੰਟਰੋਲ ਚਲਾ ਗਿਆ। ਬਿਲਕੁਲ। ਸੋ ਹੁਣ ਤੁਸੀਂ ਨੇ ਵੀ ਸਮਝਣਾ ਸਰ ਕਿ ਡੂ ਯੂ ਵਾਂਟ ਸਿੰਥੈਟਿਕ ਫੂਡ, ਆਰ ਯੂ ਓਕੇ ਵਿਦ ਇਟ, ਤਾਂ ਖਾਓ। ਲੇਕਿਨ ਜੇ ਤੁਸੀਂ ਵਾਕਿਆ ਹੀ ਕੌਨਸ਼ੀਅਸ ਤੁਹਾਡਾ ਹੈਗਾ, ਅਲਾਓ ਕਰਦਾ ਕਿ ਤੁਸੀਂ ਬੋਲਣਾ ਚਾਹੁੰਦੇ ਹੋ ਕਿ ਬਈ ਨਹੀਂ, ਸਾਨੂੰ ਆਪਣਾ ਫੂਡ ਉਹੀ ਚਾਹੀਦਾ ਹੈਗਾ ਜੋ ਕਿਸਾਨ ਸਾਡਾ ਪੈਦਾ ਕਰੇ ਅੱਛੇ ਸਸਟੇਨੇਬਲ ਤਰੀਕੇ ਨਾਲ, ਪੋਲੂਸ਼ਨ ਨਹੀਂ, ਕੁਛ ਨਹੀਂ, ਹੈ ਨਾ, ਤਾਂ ਉਹ ਫਿਰ ਤੁਹਾਨੂੰ ਐਜ਼ ਏ ਕੰਜ਼ਿਊਮਰ ਖੜਾ ਹੋਣਾ ਪਏਗਾ ਜੀ। ਮੇਰਾ ਇਹ ਕਹਿਣਾ ਹੈ ਕਿ ਜਿਹੜਾ ਗ੍ਰੀਨ ਰੈਵੋਲੂਸ਼ਨ ਆਇਆ ਸੀਗਾ ਉਹ ਫਾਰਮਰ ਡਰਿਵਨ ਸੀਗਾ, ਫਾਰਮਰ ਨੇ ਉਹ ਸਾਰਾ ਜ਼ੋਰ ਲਗਾਇਆ, ਆਪਾਂ ਸਭ ਜਾਣਦੇ ਹੈਗੇ। ਜਿਹੜਾ ਹੁਣ ਜਿਹੜਾ ਨਵਾਂ ਰੈਵੋਲੂਸ਼ਨ ਆਏਗਾ, ਜਿਹਨੂੰ ਅਸੀਂ ਟੈਕਨੀਕਲੀ ਕਹਿੰਦੇ ਹਾਂ ਐਗਰੀਕਲਚਰ ਰੈਵੋਲੂਸ਼ਨ 4.0, ਉਹ ਜਿਹੜਾ ਆ ਰਿਹਾ ਹੈ ਨਾ, ਉਹ ਇਟ ਵਿਲ ਬੀ ਕੰਜ਼ਿਊਮਰ ਡਰਿਵਨ। ਜੇ ਕੰਜ਼ਿਊਮਰ ਹੁਣ ਸਮਝਦਾਰ ਹੋ ਗਿਆ, ਜੇ ਉਹ ਡਿਮਾਂਡ ਕਰਦਾ ਹੈ ਕਿ ਵੀ ਮੈਨੂੰ ਇਹ ਫੂਡ ਚਾਹੀਦਾ, ਤਾਂ ਹੀ ਦੁਕਾਨਦਾਰ ਉਹਨੂੰ ਉਹ ਫੂਡ ਦੇਗਾ। ਜੇ ਤੁਸੀਂ ਯੂ ਆਰ ਓਕੇ ਵਿਦ ਸਿੰਥੈਟਿਕ ਫੂਡ ਜਾਂ ਲੈਬੋਰੇਟਰੀ ਗਰੋਨ ਫੂਡ, ਫਿਰ ਤਾਂ ਕੁਝ ਨਹੀਂ ਅਸੀਂ ਕਰ ਸਕਦੇ, ਫਿਰ ਤਾਂ ਗਰੋ ਕਰੇਗਾ ਨਾ। ਹੁਣ ਦੇਖੋ ਨਾ, ਅਮਰੀਕਾ ਵਿੱਚ ਪਹਿਲੀ ਅਪਰੂਵਲ ਮਿਲ ਗਈ ਹੈ, ਚਿਕਨ ਜਿਹੜਾ ਹੋਏਗਾ ਉਹ ਲੈਬੋਰਟਰੀ ਵਿੱਚ ਪ੍ਰੋਡਿਊਸ ਹੋਏਗਾ। ਬਿਲਕੁਲ। ਪੋਲਟਰੀ ਇੰਡਸਟਰੀ ਤੇ ਕਿੰਨੀ ਬੜੀ ਮਾਰ ਪਏਗੀ, ਕਦੀ ਆਪਾਂ ਸੋਚਿਆ? ਹਿੰਦੁਸਤਾਨ ਵਿੱਚ ਵੀ ਇੱਕ ਪੈਂਡਿੰਗ ਹੈ ਐਪਲੀਕੇਸ਼ਨ, ਜਿਹੜਾ ਅੰਡਾ ਜਿਹੜਾ ਹੈਗਾ ਉਹ ਵੀ ਸਿੰਥੈਟਿਕ ਬਣ ਕੇ ਆਏਗਾ। ਤੇ ਇਹ ਨਹੀਂ ਸੋਚੋ ਕਿ ਉੱਥੇ ਹੋ ਰਿਹਾ, ਸਾਡੇ ਤੇ ਵੀ ਅਟੈਕ ਹੁਣ ਜਿਹੜਾ ਹੈਗਾ ਸ਼ੁਰੂ ਹੋਣਾ ਚਾਹੀਦਾ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਕਿਸਾਨ ਭਰਾਵਾਂ ਨੂੰ ਜ਼ਿਆਦਾ ਔਰ ਆਮ ਸੱਜਣ ਜਿਹੜੇ ਸੋਸਾਇਟੀ ਦੇ ਹੈਗੇ ਆ, ਆਨ ਫੈਮਿਲੀ ਜਿਹੜੀ ਹੈਗੀਆਂ, ਉਹਨਾਂ ਨੂੰ ਸਮਝਣਾ ਜ਼ਰੂਰਤ ਹੈਗੀ ਹੈ ਕਿ ਤੁਸੀਂ ਲੈਬੋਰਟਰੀ ਵਿੱਚ ਫੂਡ ਜਿਹੜਾ ਪੈਦਾ ਹੋ ਰਿਹਾ, ਤੁਸੀਂ ਉਹਨੂੰ ਹੈਲਦੀ ਕਰਕੇ ਜਾਂ ਟੇਸਟੀ ਕਰਕੇ ਸੋਚਦੇ ਐਕਸੈਪਟ ਕਰਦੇ ਹੋ, ਤਾਂ ਫਿਰ ਯੂ ਕਾਂਟ ਕੰਪਲੇਨ ਨਾ। ਜੇ ਹੁਣ ਅਗਰ 10 ਸਾਲ ਬਾਅਦ ਸਰ ਮੈਂ ਤੁਹਾਡੇ ਸਟੂਡੀਓ ਵਿੱਚ ਹੋਵਾਂ ਔਰ ਆਪਾਂ ਡਿਸਕਸ ਕਰੀਏ ਕਿ ਬਈ ਸਾਡਾ ਜਿਹੜਾ ਅਨਹੈਲਦੀ ਫੂਡ ਹੋ ਗਿਆ ਹੈਗਾ, ਲੇਟੈਸਟ ਸੇ ਸਿੰਥੈਟਿਕ ਫੂਡ ਅਸੀਂ ਜ਼ਿਆਦਾ ਖਾਣ ਲੱਪੇ, ਤਾਂ ਗਲਤੀ ਕਿਸੇ ਦੀ ਨਹੀਂ ਹੈ, ਗਲਤੀ ਸਾਡੇ ਕੰਜ਼ਿਊਮਰ ਦੀ ਹੈਗੀ ਕਿ ਆਪਾਂ ਆਪਣੀ ਆਵਾਜ਼ ਉਠਾਈ ਨਹੀਂ। ਬਿਲਕੁਲ। ਸੋ ਅਗਰ ਨਹੀਂ ਉਠਾਵਾਂਗੇ ਤਾਂ ਸਾਨੂੰ ਇਹ ਸਰਵ ਹੋਏਗਾ ਸਰ ਫੂਡ। ਸੋ ਆਈ ਥਿੰਕ ਲੈਟ ਅਸ ਬੀ ਵੈਰੀ ਕਲੀਅਰ, ਕਿਸਾਨਾਂ ਨੂੰ ਬਚਾਉਣਾ ਹੈਗਾ, ਜ਼ਮੀਨ ਬਚਾਉਣੀ ਹੈਗੀ। ਤੁਸੀਂ ਜ਼ਮੀਨ ਦੀ ਗੱਲ ਕਰ ਰਹੇ ਸੀਗੇ, ਮੈਨੂੰ ਲੱਗਦਾ ਕਿ ਜਦ ਕਾਰਪੋਰੇਟ ਕੰਟਰੋਲ ਹੋ ਜਾਏਗਾ ਤਾਂ ਜ਼ਮੀਨ ਤਾਂ ਉਹਨਾਂ ਦੇ ਹੱਥ ਵਿੱਚ ਆਏਗੀ ਨਾ। ਜਦ ਕਿਸਾਨ ਨਹੀਂ ਰਹਿਣਗੇ ਤਾਂ ਜ਼ਮੀਨ ਤਾਂ ਉਹਨਾਂ ਕੋਲ ਆਏਗੀ ਨਾ। ਸੋ ਆਈ ਥਿੰਕ ਲੈਟ ਅਸ ਬੀ ਵੈਰੀ ਕਲੀਅਰ ਕਿ ਆਪਾਂ ਨੂੰ ਇੱਕ ਐਸਾ ਡਿਜ਼ਾਈਨ ਚਾਹੀਦਾ ਹੈਗਾ ਜਿਹੜਾ ਕਿ ਵਾਸ਼ਿੰਗਟਨ ਤੋਂ ਤਿਆਰ ਹੋ ਕੇ ਨਾ ਆਏ, ਜਨੇਵਾ ਤੋਂ ਤਿਆਰ ਹੋ ਕੇ ਨਾ ਆਏ, ਜਿਹੜਾ ਆਪਾਂ ਆਪਣੇ ਪਿੰਡ ਵਿੱਚ ਵੀ ਤਿਆਰ ਕਰ ਸਕਦੇ ਹੈਗੇ। ਮੇਰਾ ਐਗਜ਼ਾਮਪਲ ਦੇਣ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਆਪਾਂ ਵਾਸ਼ਿੰਗਟਨ ਔਰ ਪਿੰਡ ਦੀ ਗੱਲ ਕਰ ਰਹੇ ਹਾਂ। ਪਿੰਡ ਮਤਲਬ ਹੈ ਕਿ ਅਸੀਂ ਐਜ਼ ਏ ਸੁਸਾਇਟੀ, ਅਸੀਂ ਹਰ ਆਦਮੀ ਜਿੱਥੇ ਵੀ ਹੈ ਉਸ ਗੱਲ ਨੂੰ ਅਗਰ ਬਿਲਡ ਅਪ ਕਰਦਾ ਹੈਗਾ ਤਾਂ ਹੀ ਕਲੈਕਟਿਵ ਵੌਇਸ ਜਿਹੜੀ ਹੈਗੀ ਉਹਨੂੰ ਰੋਕੇਗੀ। ਤੁਸੀਂ ਨਹੀਂ ਬੋਲੋਗੇ ਤਾਂ ਫਿਰ ਤਾਂ ਹੋਣਾ ਹੀ ਹੈਗਾ ਸਭ। ਜੀ, ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਇੰਨੇ ਵਿਸਤਾਰ ਦੇ ਵਿੱਚ ਇਹ ਗੱਲਾਂ ਹੋਈਆਂ, ਤੁਸੀਂ ਸਟੂਡੀਓ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਪਿਆਰੇ ਦਰਸ਼ਕੋ, ਇਹਨਾਂ ਗੱਲਾਂ ਨੂੰ ਇੱਥੇ ਹੀ ਖਤਮ ਕਰਨ ਦੀ ਜ਼ਰੂਰਤ ਨਹੀਂ ਹੈ, ਸਗੋਂ ਇੱਥੋਂ ਅੱਗੇ ਤੋਰਨ ਦੀ ਲੋੜ ਹੈ। ਮੇਰੇ ਯਾਦ ਆ ਰਿਹਾ ਕਿ ਸੁਧੀਰ ਮਿਸ਼ਰਾ ਦੀ ਫਿਲਮ ਹੈ ਹਜ਼ਾਰੋਂ ਖਵਾਇਸ਼ੇ ਐਸੀ, ਉਸ ਦੇ ਵਿੱਚ ਹੀਰੋਇਨ ਨੂੰ ਉਹ ਹੀਰੋ ਭਾਰਤ ਦੇ ਕਿਸੇ ਦੂਸਰੇ ਕੋਨੇ ਤੋਂ ਚਿੱਠੀ ਲਿਖਦਾ ਦਿੱਲੀ ਨੂੰ, ਅਤੇ ਜਦੋਂ ਲਿਖਦਾ ਤਾਂ ਉਹ ਕਹਿੰਦਾ ਕਿ ਪਿਆਰੀ ਗੀਤਾ, ਮੈਂ ਜਿੱਥੇ ਹਾਂ ਉਹ 5000 ਕਿਲੋਮੀਟਰ ਦਿੱਲੀ ਤੋਂ ਦੂਰ ਨਹੀਂ ਹੈ, ਉਹ 5000 ਸਾਲ ਦੂਰ ਹੈ। ਸੋ ਦਿੱਲੀ ਹੀ ਸਿਰਫ ਭਾਰਤ ਹੈ ਅਤੇ ਦਿੱਲੀ ਹੀ ਤੈਅ ਕਰਦਾ ਹੈ। ਇਹ ਆਪਣੇ ਆਪ ਦੇ ਵਿੱਚ ਵੱਡਾ ਬਲੰਡਰ ਹੈ। ਸਵਾਮੀਨਾਥਨ ਜਦੋਂ ਪੰਜਾਬ ਆਏ ਸੀ, ਉਹਨਾਂ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਸੀ ਕਿ ਖੇਤੀਬਾੜੀ ਦੇ ਕ੍ਰਾਈਸਿਸ ਦੇ ਸਭ ਤੋਂ ਵੱਡਾ ਦਰਦ ਇਹ ਹੈ ਕਿ ਪਾਲਿਸੀਜ਼ ਜਿਹੜੀਆਂ ਨੇ ਉਹ ਪਿੰਡਾਂ 'ਚੋਂ, ਇੱਥੋਂ ਘਰ ਤੋਂ, ਜ਼ਮੀਨ ਤੋਂ ਬਣ ਕੇ ਦਿੱਲੀ ਤੱਕ ਪਹੁੰਚਣੀਆਂ ਚਾਹੀਦੀਆਂ ਸੀ, ਪਰ ਉਹ ਗੰਗਾ ਉਲਟੀ ਵਹਿ ਰਹੀ ਹੈ। ਇਸ ਕ੍ਰਾਈਸਿਸ ਨੂੰ ਇਸੇ ਕਰਕੇ ਮੁਖਾਤਿਬ ਹੁੰਦੇ ਹੋਇਆਂ ਕਿਸਾਨ ਸੜਕਾਂ 'ਤੇ ਨੇ। ਉਹਨਾਂ ਦੀ ਰਿਪੋਰਟਿੰਗ ਅਸੀਂ ਜਿਸ ਤਰ੍ਹਾਂ ਦੀ ਵੀ ਕਰੀਏ, ਉਹ ਆਪਣੀ ਆਪ ਦੀ ਜ਼ਰੂਰਤ ਹੈ, ਪਰ ਉਸ ਦੇ ਵਿੱਚ ਇਸ ਕ੍ਰਾਈਸਿਸ